ਜੇ ਅਸੀਂ ਇਕੱਠੇ ਨਾ ਹੋਏ ਤਾਂ ਤੁਸੀਂ ਨਾ ਸਮਝੋ ਇਸ ਭੁਲੇਖੇ 'ਚ ਨਾ ਰਹਿਣਾ ਕਿ ਇੱਕ ਪ੍ਰਸ਼ਾਸਕ ਲੱਗੇਗਾ, ਤੁਹਾਡੇ ਤਖਤਾਂ ਦੇ ਜਥੇਦਾਰ ਵੀ ਦੂਜੇ ਲੱਗਣਗੇ। ਹਲੇ ਕਹਿੰਦੇ ਇਕੱਠੇ ਹੋਈਏ, ਇਹ ਕਹਿੰਦੇ ਇਕੱਠੇ ਹੋਈਏ, ਇਹ ਚਰਚਾ ਹੀ ਛੱਡ ਗਈ ਜੀ। ਨਾ ਸਾਨੂੰ ਕੌਮ ਨਾਲ ਕੋਈ ਮਤਲਬ ਹੈ, ਦਿਨ ਰਾਤ ਜੋ ਕੁਝ ਮਰਜ਼ੀ ਹੁੰਦਾ ਜਾਏ, ਸਾਨੂੰ ਸਿਰਫ ਆਪਣੀ ਕੁਰਸੀ ਨਾਲ ਮਤਲਬ ਹੈ। ਔਰ ਅਸੀਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਕਮਜ਼ੋਰੀ ਤੇ ਪਰ ਸਭ ਤੋਂ ਬਿਆਨ ਦੇ ਰਹੇ ਆਪਣੇ। ਤੁਸੀਂ ਮੈਨੂੰ ਇਹ ਦੱਸੋ ਨਾ, ਅਕਾਲੀ ਦਲ ਚੋਂ ਜਿਹੜੇ ਨਿਕਲ ਕੇ ਬੀਜੇਪੀ ਨੂੰ ਗਏ ਨੇ, ਅੱਜ ਉਹਨਾਂ ਕੀ ਕੀਤਾ ਜੀ ਦੱਸੋ ਮੈਨੂੰ। ਪਿਛਲੇ 5 ਸਾਲਾਂ 'ਚ ਕੀ ਸਵਾਰਿਆ ਜੀ। ਹੁਣ ਬਾਬਾ ਦਾਦੂਵਾਲ ਨਾਲ ਸੰਬੰਧ ਬਣੇ ਵੀ ਰਹੇ, ਥੋੜੇ ਢਿੱਲੇ ਵੀ ਹੋ ਗਏ, ਚਲੋ ਕੋਈ ਗੱਲ ਨਹੀਂ, ਵਕਤ ਆਏਗਾ ਬਰਾਬਰ ਬਣਨਗੇ। ਪਰ ਇਹਨਾਂ ਨੇ ਉਸ ਵਕਤ ਆਵਾਜ਼ ਕਿਉਂ ਨਾ ਉਠਾਈ ਜਦ ਮਹੰਤ ਕਰਮਜੀਤ ਸਿੰਘ ਚੀਫ ਮਿਨਿਸਟਰ ਦੇ ਪੈਰਾਂ ਤੇ ਪੈ ਗਿਆ ਪ੍ਰਧਾਨਗੀ ਪਿੱਛੇ। ਮੈਂ ਅੱਜ ਵੀ ਵਿਰੋਧ ਕਰ ਰਿਹਾ ਕਿ ਹੁਣ ਜਿਹੜੇ ਲਾਏ ਗਏ ਆ ਉੱਥੇ ਪ੍ਰਸ਼ਾਸਕ, ਇਹਨਾਂ ਨੂੰ ਨਾ ਮਰਿਆਦਾ ਦਾ ਪਤਾ, ਨਾ ਇਹਨਾਂ ਨੂੰ ਸੂਲਾਂ ਦਾ, ਸਿਧਾਂਤਾਂ ਦਾ, ਇਹਨਾਂ ਨੂੰ ਸਿੱਖੀ ਬਾਰੇ ਕੀ ਪਤਾ। ਧਾਲੀਵਾਲ ਸਾਹਿਬ, ਸਰਨਾ ਸਾਹਿਬ ਅੱਜ ਮੁਨਕਰ ਹੋ ਜਾਣ ਤਾਂ ਮੈਂ ਕਹਿ ਨਹੀਂ ਸਕਦਾ, ਮੈਨੂੰ ਲੱਗਦਾ ਵੀ ਉਹ ਮੁਨਕਰ ਨਹੀਂ ਹੋਣਗੇ। ਉਹ ਤਾਂ ਖੁਦ ਕਹਿੰਦੇ ਰਹੇ ਆ ਕਿ ਇਹਨਾਂ ਰਾਹਾਂ ਤੇ ਲਿਜਾਣ ਵਾਸਤੇ ਬਾਦਲ ਪਰਿਵਾਰ ਦਾ ਵੱਡਾ ਯੋਗਦਾਨ। ਮੈਂ ਕਰਾਂ ਜੀ, ਅੰਦਰ ਵੜ ਕੇ ਮਾਰੋ ਨਾ, ਤੁਹਾਡੀ ਤਾਕਤ ਹੈ ਕਿਦਾਂ। ਤੁਸੀਂ ਬਾਹਰ ਲੈ ਕੇ ਤੇ ਲੜ ਕੇ ਦੇਖ ਲਿਆ, 20 ਸਾਲ ਹੋ ਗਏ। ਆਓ ਸਾਰੇ ਇਕੱਠੇ ਹੋਵੋ। ਤੁਹਾਨੂੰ ਸਰਦਾਰ ਸੁਖਬੀਰ ਸਿੰਘ ਨਹੀਂ ਪਸੰਦ, ਦੱਸੋ ਕਿਹੜਾ ਪਸੰਦ ਹੈ, ਉਹਨੂੰ ਚੁਣ ਲਵੋ। ਮੈਂ ਇੱਕ ਗੱਲ ਕਹਿਣਾ, ਇਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਰੱਜਿਆ ਪੁੱਜਿਆ ਸਿੱਖ ਆ। ਹੁਣ ਮੈਨੂੰ ਤਾਂ ਪਤਾ ਨਹੀਂ ਆ, ਮੇਰੇ ਨਾਲੋਂ ਵੱਧ ਉਹਨਾਂ ਦੇ ਪਰਿਵਾਰਕ। ਮਨਪ੍ਰੀਤ ਸਿੰਘ ਬਾਦਲ ਕਹਿੰਦਾ ਵਾ ਕਿ ਮੇਰੇ ਜਦੋਂ ਸੁਖਬੀਰ ਸਿੰਘ ਬਾਦਲ ਦੀ ਮਾਤਾ ਦਾ ਭੋਗ ਸੀ, ਉਦੋਂ ਲੰਗਰ ਜਿਹੜਾ ਸੀ ਉਹ ਮੁਕਤਸਰ ਸਾਹਿਬ ਤੋਂ ਤੇ ਦਮਦਮਾ ਸਾਹਿਬ ਤੋਂ ਬਣ ਕੇ ਆਇਆ ਸੀਗਾ। ਹੁਣ ਉਹ ਰੱਜੇ ਪੁੱਜੇ ਸਿੱਖ ਦੀ ਨਿਸ਼ਾਨੀ ਆ ਵੀ ਮਾਤਾ ਦੇ ਭੋਗ ਤੇ ਲੰਗਰ ਵੀ ਗੁਰਦੁਆਰਿਆਂ ਚੋਂ ਗਿਆ। ਤੁਸੀਂ ਜਿੱਦਣ ਉਹਨਾਂ ਨੂੰ ਪਾਸੇ ਕਰ, ਅਸੀਂ ਤੁਹਾਡੇ ਨਾਲ ਝੰਡਾ ਚੱਕ ਲੈਣਾ। ਤੁਸੀਂ ਬਣਾਤੇ ਪ੍ਰਧਾਨ ਮਹੰਤ ਕਰਮਜੀਤ ਸਿੰਘ, ਕੀ ਖੱਟਿਆ ਤੁਸੀਂ ਹਰਿਆਣਾ ਕਮੇਟੀ ਲੈ ਕੇ ਹੈ? ਕੀ ਤੋਕਰ ਰੱਖੋਗੇ? ਨਹੀਂ, ਹਰਿਆਣਾ ਕਮੇਟੀ ਬਣਾਉਣ 'ਚ ਮੇਰਾ ਤੋਂ ਵੱਧ ਯੋਗਦਾਨ ਤੁਹਾਡਾ ਸਰਨਾ ਸਾਹਿਬ। ਤੁਸੀਂ ਹਰਿਆਣਾ ਕਮੇਟੀ ਵੱਧ ਬਣਾਈ ਹੈ, ਤੁਸੀਂ ਸਾਰੇ ਐਕਟਿਵਿਟ ਬਣਾ ਕੇ ਦਿੱਤੇ ਆ, ਮੈਂ ਤਾਂ ਬਾਅਦ 'ਚ ਦਾਖਲ ਹੋਇਆ। ਤੁਸੀਂ ਕਹਿੰਦੇ ਆ ਦਾਦੂਵਾਲ ਸਾਹਿਬ ਨੂੰ, ਤੁਸੀਂ ਕਿਹਾ ਵੀ ਤੁਹਾਡੀ ਸਰਕਾਰ ਨਾਲ ਨਹੀਂ ਬਣੀ, ਇਹ ਤਾਂ ਫਿਰ ਚੰਗੇ ਸੰਕੇਤ ਹੈ ਵੀ ਸਰਕਾਰ ਨਾਲ ਨਹੀਂ ਬਣੀ। ਮੱਥਾ ਲਾਉਣ ਨਾਲ ਦੀ ਤਾਂ ਬਣਦੀ ਨਹੀਂ, ਤੇ ਜਿਨ੍ਹਾਂ ਦੀ ਸਰਕਾਰਾਂ ਨਾਲ ਬਣਦੀ ਆ ਦੇਖ ਲਓ, ਟੋਪੀਆਂ ਵਾਲੇ ਬਿਠਾਤੇ ਲਿਆ ਕੇ। ਸਰਨਾ ਸਾਹਿਬ, ਮੈਂ ਤਾਂ ਕਹਿ ਰਿਹਾ ਕਿ ਹੁਣ ਅਸੀਂ ਉਡੀਕ ਰੱਖਣੀ, ਆਸ ਰੱਖਣੀ, ਤੁਹਾਡੇ ਵਰਗੇ ਸੁਹਿਰਦ ਸਿੱਖ ਅਕਾਲੀ ਦਲ 'ਚ ਆ ਗਏ ਨੇ। ਹੁਣ ਕਦੋਂ ਬਾਦਲਾਂ ਦਾ ਪਰਛਾਵਾਂ ਅਕਾਲੀ ਦਲ ਤੋਂ ਪਾਸੇ ਜਾਂਦਾ, ਅਸੀਂ ਉਡੀਕ ਰੱਖਾਂਗੇ। ਤੁਸੀਂ ਸਿੱਖਾਂ ਦੀ ਕਮੇਟੀਆਂ ਨੂੰ, ਗੁਰਦੁਆਰੇ ਦੀ ਮੈਨੇਜਮੈਂਟ ਕਮੇਟੀਆਂ ਨੂੰ ਕੀ ਕੁਝ ਚੰਦ ਧਨਾੜ ਲੋਕ ਤੇ ਕੁਝ ਰਸੂਖਦਾਰ ਤੇ ਸਿਆਸਤਦਾਨ ਚਲਾ ਰਹੇ ਨੇ? ਆਪਣੀ ਗੱਲ ਮਨਾਉਣ ਵਾਸਤੇ ਜੇ ਮੁਸਲਿਮ ਲੀਗ ਨਾਲ ਵੀ ਸਮਝੌਤਾ ਕਰਨਾ ਪਵੇ ਨਾ ਤਾਂ ਕਰ ਲਵੋ, ਤੇ ਕੌਮ ਬਚਾ ਲਓ, ਪੰਥ ਬਚਾ ਲਓ। ਇਹ ਨਹੀਂ ਹੈ ਅੱਛਾ ਜੀ ਹੁਣ ਸਾਡੀ ਲੜਾਈ ਤੇ ਉਹਦੇ ਨਾਲ ਹੈ, ਅਸੀਂ ਉਹਦੇ ਨਾਲ ਤੇ ਜਾਣਾ ਨਹੀਂ, ਇਹਦੇ ਨਾਲ ਜਾਣਾ ਹੈ। ਤਖਤ ਪਟਨਾ ਸਾਹਿਬ ਦਾ ਪ੍ਰਧਾਨ ਬੇਅਮਰਤੀਆ ਹੈ, ਉਹਦੇ ਲਈ ਤੁਸੀਂ ਕਦੀ ਨਹੀਂ ਬੋਲੇ। ਉਹਦੇ ਲਈ ਤੁਸੀਂ ਬੋਲੋ ਵੀ ਬੇਅਮਰਤੀਆ ਨੂੰ ਪ੍ਰਧਾਨ ਬਣਨਾ ਚਾਹੀਦਾ। ਉਹਨੇ ਖੁਦ ਕਿਹਾ ਕਿ ਮੈਂ ਅੰਮ੍ਰਿਤ ਨਹੀਂ ਛਕਿਆ ਹੋਇਆ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਅੱਜ ਗੱਲ ਸਿੱਖ ਧਰਮ ਨੂੰ ਦਰਪੇਸ਼ ਮੁਸ਼ਕਲਾਂ ਤੇ ਚੁਣੌਤੀਆਂ ਬਾਬਤ ਗੱਲ ਕਰਾਂਗੇ। ਇਸ ਵੇਲੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਪੱਗਾਂ ਬੰਨੀਆਂ ਕਿਹਨਾਂ ਨੇ ਤੇ ਪੱਗਾਂ 'ਚ ਸਿਰ ਕਿਹਨਾਂ ਨੇ ਫਸਾਏ ਹੋਏ ਨੇ। ਜਿਨ੍ਹਾਂ ਨੇ ਪੱਗਾਂ 'ਚ ਸਿਰ ਫਸਾਏ ਨੇ ਉਹਨਾਂ ਦੀ ਅਕਲ ਕਿੱਥੇ ਫਸੀ ਹੈ, ਉਸ ਬਾਬਤ ਗੱਲ ਕਰਾਂਗੇ। ਤੇ ਪੱਗਾਂ ਬੰਨਣ ਵਾਲੇ ਪੱਗਾਂ ਦਾ ਮੁੱਲ ਕਿਵੇਂ ਤਾਰਦੇ ਆ, ਉਸ ਦੀ ਗੱਲ ਕਰਾਂਗੇ। ਗੱਲ ਉਦੋਂ ਤੁਰੀ ਹੈ ਜਦੋਂ ਹੁਣ ਤਖਤ ਸ੍ਰੀ ਨਾਂਦੇੜ ਸਾਹਿਬ ਹਜ਼ੂਰ ਸਾਹਿਬ ਜਦੋਂ ਪ੍ਰਸ਼ਾਸਕ ਗੈਰ ਸਿੱਖ ਨੂੰ ਲਾ ਦਿੱਤਾ ਗਿਆ ਹੋਵੇ ਤਾਂ ਉਸ ਤੋਂ ਬਾਅਦ ਇਹ ਸਵਾਲ ਉੱਠਣੇ ਸ਼ੁਰੂ ਹੋਏ ਹੈ, ਕਿੰਤੂ ਪਰੰਤੂ ਹੋਏ ਹੈ ਕਿ ਜਿਹੜਾ ਇੱਕ ਜਿਹਦੇ ਵਾਲ ਕੱਟੇ ਹੋਣ, ਜਿਸ ਦੀ ਦਾੜੀ ਕੱਟੀ ਹੋਵੇ, ਉਸ ਨੂੰ ਪੱਗ ਬਣਾ ਕੇ ਤੇ ਉਸ ਨੂੰ ਚੋਲਾ ਪਵਾ ਕੇ ਪ੍ਰਸ਼ਾਸਕ ਲਾ ਦਿੱਤਾ ਗਿਆ ਹੋਵੇ, ਬੋਰਡ ਦਾ ਪ੍ਰਬੰਧਕ ਲਾ ਦਿੱਤਾ ਗਿਆ ਹੋਵੇ, ਇਹ ਸੁਭਾਵਿਕ ਹੈ ਜਾਂ ਫਿਰ ਇਹ ਪੂਰੀ ਕਿਸੇ ਸਾਜ਼ਿਸ਼ ਦੇ ਨਾਲ ਚੁੱਕਿਆ ਗਿਆ ਕਦਮ ਹੈ? ਇਸ ਉੱਤੇ ਆ ਰਹੇ तमाम प्रतिक्रम और जिहड़ी
ਧਾਰਮਿਕ ਸ਼ਖਸੀਅਤਾਂ ਨੇ ਉਹਨਾਂ ਦੇ ਜੋ ਰੱਦੇ ਅਮਲ ਨੇ ਉਹਨਾਂ ਦਾ ਜ਼ਰੂਰ ਅਸੀਂ ਇਸ ਵੇਲੇ ਤੁਹਾਡੇ ਨਾਲ ਪੱਖ ਸਾਂਝਾ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਕੀ ਕਹਿਣਾ ਉਹ ਸੁਣ ਲੈਂਦੇ ਹਾਂ। ਇਹ ਅਸੀਂ ਸਮਝਦੇ ਹਾਂ ਕਿ ਮਹਾਰਾਸ਼ਟਰ ਦੀ ਸਰਕਾਰ ਵੱਲੋਂ ਗੈਰ ਸਿੱਖ ਪ੍ਰਬੰਧਕ ਲਾ ਕੇ ਇਹ ਮਰਿਆਦਾ ਦਾ ਉਲੰਘਣ ਨਹੀਂ ਕੀਤਾ, ਸਿੱਖ ਮਸਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕੀਤੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਰਾਸ਼ਟਰ ਦੀ ਸਰਕਾਰ ਨੂੰ ਪਹਿਲਾਂ ਅਸੀਂ ਈਮੇਲ ਚਿੱਠੀ ਵੀ ਲਿਖ ਚੁੱਕੇ ਹਾਂ। ਅੱਜ ਐਗਜ਼ੈਕਟਿਵ ਨੇ ਵੀ ਇਹ ਫੈਸਲਾ ਕੀਤਾ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਘੁਸਪੈਠ ਕਰਨ ਦਾ ਯਤਨ ਕਰ ਰਹੇ ਆ। ਇਹ ਜਿਨ੍ਹਾਂ ਨੂੰ ਤੁਸੀਂ ਪੇਸ਼ ਕਰਦੇ ਤੁਹਾਡੇ ਚਹੇਤੇ ਨਹੀਂ, ਇਹ 4 ਦਿਨਾਂ ਦੀ ਗੱਲ ਆ ਤੇ ਜਿਹੜੇ ਤੁਸੀਂ ਵੀ ਅੱਜ ਇਹ ਸਿੱਧੇ ਤੌਰ ਤੇ ਗੱਲ ਕਰ ਰਹੇ ਆ, ਕਦੇ ਚੁਣੌਤੀਆਂ ਦਿੰਨੇ ਆ ਜੀ ਸਾਡੇ ਨਾਲ ਬਹਿਸਾਂ ਕਿਉਂ ਬਹਿਸਾਂ ਕਰੀਏ, ਸਾਡਾ ਆਪਣਾ ਰਾਈਟ ਆ। ਕੱਲ ਨੂੰ ਤਾਂ ਆ ਕੇ ਕੋਈ ਥੱਲਿਓਂ ਹੋਰ ਕਹਿ ਦੂਗਾ ਮੇਰੇ ਨਾਲ। ਇਹ ਕੋਈ ਮਜ਼ਾਕ ਦਾ ਵਿਸ਼ਾ ਨਹੀਂ, ਕੋਈ ਇਹ ਬਹਿਸਾਂ ਦੇ ਵਿਸ਼ੇ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰੱਥ ਆ, ਫੈਸਲੇ ਕੀਤੇ ਆ, ਜ਼ੁਰਤ ਨਾ ਕੀਤੇ ਆ ਕਿਸੇ ਤੋਂ ਤੋ ਆਏ ਦਿਨ ਹੋਰ ਹੀ ਇਸ ਘੁਸਪੈਠ ਨੂੰ ਲੈ ਕੇ, ਇਸ ਦਖਲ ਅੰਦਾਜ਼ੀ ਨੂੰ ਲੈ ਕੇ ਤੇ ਸਾਬਕਾ ਪ੍ਰਧਾਨ ਸਾਬਕਾ ਪ੍ਰਸ਼ਾਸਕ ਪਸਰੀਚਾ ਹੋਰਾਂ ਬਾਬਤ ਸਾਬਕਾ ਦਿੱਲੀ ਮੈਨੇਜਮੈਂਟ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਰਨਾ ਹੋਰਾਂ ਦਾ ਕੀ ਕਹਿਣਾ ਉਹ ਵੀ ਸੁਣਾਂਗੇ। ਗੱਲ ਹੈਗੀ ਕਿ ਜੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਸਰਕਾਰਾਂ ਸਰਕਾਰੀ ਬੰਦਿਆਂ ਨੂੰ ਚੇਅਰਮੈਨ ਲਾਉਣਗੀਆਂ, ਮਿਨਿਸਟਰ ਲਾਉਣਗੀਆਂ, ਫਿਰ ਅਸੀਂ ਜਾਵਾਂਗੇ ਕਿੱਥੇ, ਪਹੁੰਚਾਂਗੇ ਕਿੱਥੇ ਤੱਕ ਜਾਵਾਂਗੇ, ਮੈਨੂੰ ਇਹ ਦੱਸਿਆ ਜਾਏ। ਔਰ ਮੈਨੂੰ ਸਭ ਤੋਂ ਦੁੱਖ ਦੀ ਗੱਲ ਇਹ ਲੱਗੀ ਹੈ ਕਿ ਬੰਬਈ ਦੇ ਕੁਝ ਧਨਾੜ ਸਿੱਖਾਂ ਨੇ ਜਿਹੜੇ ਆਪਣੇ ਆਪ ਨੂੰ ਬੜੇ ਧਨਾੜ ਸਮਝਦੇ ਨੇ, ਉਹਨਾਂ ਨੇ ਸਾਰੀ ਉਂਗਲਬਾਜ਼ੀ ਕੀਤੀ ਹੋਈ ਪਸਰੀਚਾ ਘੱਲਾ ਕੌਣ ਹੁੰਦਾ ਬੰਬਈ ਚੋਂ ਉੱਥੇ ਜਾ ਕੇ ਐਡਮਿਨਿਸਟ੍ਰੇਟਰ ਬਣੇ, ਅਸੀਂ ਕਿਉਂ ਨਹੀਂ ਬਣਾਏ ਗਏ, ਸਾਨੂੰ ਕਿਉਂ ਨਹੀਂ ਹਾਲ ਤੱਕ ਮੌਕਾ ਦਿੱਤਾ ਗਿਆ। ਇਸ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਵਿੱਚ ਦਖਲਅੰਦਾਜ਼ੀ ਦੇਣ ਵਾਸਤੇ, ਸਿੱਖਾਂ ਦੇ ਗੁਰਧਾਮਾਂ 'ਚ ਦਖਲਅੰਦਾਜ਼ੀ ਦੇਣ ਵਾਸਤੇ ਇਹ ਜਿਹੜੀ ਗੰਦੀ ਫਿਰਤ ਹੈ ਇਹ ਕਾਂਗਰਸ ਨੇ ਸ਼ੁਰੂ ਕੀਤੀ ਹੈ ਤੇ ਬੀਜੇਪੀ ਜਿਹੜਾ ਹੈ ਹੁਣ ਸ਼ਰੇਆਮ ਇਹਦਾ ਫਾਇਦਾ ਉਠਾ ਰਹੀ ਹੈ। ਜਦ ਕਿ ਹਰ ਥਾਂ ਦੇ ਉੱਤੇ ਸਿੱਖਾਂ ਦੀਆਂ ਸ਼ਕਤੀ ਨੂੰ ਕਮਜ਼ੋਰ ਕਰਨ ਵਾਸਤੇ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਜਿਹੜੀਆਂ ਸਰਕਾਰਾਂ ਨੇ, ਪਹਿਲਾਂ ਨੇ ਇਹਨਾਂ ਨੇ ਹਰਿਆਣੇ ਦੇ ਵਿੱਚ ਵੀ ਇਹ ਕੁਝ ਕੀਤਾ। ਸਾਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਹਾਰ ਦੇ ਵਿੱਚ ਵੀ ਜਿਹੜਾ ਸਾਡਾ ਤਖਤ ਹੈ ਉੱਥੇ ਵੀ ਇਸ ਤਰ੍ਹਾਂ ਦਾ ਪ੍ਰਬੰਧਕ ਨਿਯੁਕਤ ਲਾ ਸਕਦਾ। ਸੋ ਚਰਚਾ 'ਚ ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰੁਫ ਕਰਵਾਉਂਦਾ ਹੋਇਆ ਉਹਨਾਂ ਦਾ ਇਸਤਕਬਾਲ ਕਰਾਂਗੇ। ਇਸ ਚਰਚਾ 'ਚ ਸਾਡੇ ਨਾਲ ਸਾਬਕਾ ਪ੍ਰਧਾਨ DSG-MC ਪਰਮਜੀਤ ਸਿੰਘ ਸਰਨਾ ਸਾਹਿਬ ਜੁੜੇ। ਸਰਨਾ ਸਾਹਿਬ, ਤੁਹਾਡਾ ਇਸ ਚਰਚਾ 'ਚ ਸਵਾਗਤ ਹੈ। ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਹਿਬ ਜੁੜੇ। ਦਾਦੂਵਾਲ ਜੀ, ਜਿਉ ਆਇਆਂ ਨੂੰ। ਖੁਸ਼ਹਾਲ ਸਿੰਘ ਸਾਡੇ ਨਾਲ ਸਿੱਖ ਚਿੰਤਕ ਨੇ, ਬੁੱਧੀਜੀਵੀ ਨੇ, ਤੁਹਾਡਾ ਇਸ ਚਰਚਾ ਦੇ ਵਿੱਚ ਸਵਾਗਤ ਹੈ, ਇਸਤਕਬਾਲ ਹੈ। ਔਰ ਇਸ ਵਿਸ਼ੇ ਦੇ ਉੱਤੇ ਅੱਜ ਇਹਨਾਂ ਨਾਲ ਗੱਲ ਕਰਾਂਗੇ। ਸਾਡੇ ਨਾਲ ਜਥੇਦਾਰ ਰਣਜੀਤ ਸਿੰਘ ਹੋਰੀ ਵੀ ਜੁੜਨਗੇ ਕੁਝ ਸਮੇਂ ਤੱਕ। ਉਸ ਤੋਂ ਪਹਿਲਾਂ ਮੈਂ ਸਰਨਾ ਸਾਹਿਬ ਇਹ ਜ਼ਰੂਰ ਜਾਣਨਾ ਚਾਹੂੰਗਾ, ਅੱਜ ਜੋ ਸਥਿਤੀ, ਅੱਜ ਜੋ ਮੁਸ਼ਕਲ, ਅੱਜ ਜੋ ਹਾਲਾਤ ਸਿੱਖੀ ਨੂੰ ਦਰਪੇਸ਼ ਨੇ, ਉਹਦਾ ਕਾਰਨ ਕੀ ਸਮਝਦੇ ਹੋ? ਦੇਖੋ ਜੀ, ਗੱਲ ਹੈਗੀ ਕਿ ਦੋਨੋਂ ਸੱਜਣ ਮੇਰੇ ਸਾਹਮਣੇ ਬੈਠੇ ਹੋਏ ਨੇ, ਇਹ ਮੇਰੇ ਨਾਲ ਸਹਿਮਤ ਨਹੀਂ ਹੋਣਗੇ। ਪਰ ਇੱਕ ਗੱਲ ਮੈਂ ਕਹਿ ਸਕਦਾ ਹਾਂ ਕਿ ਅਕਾਲੀ ਦਲ ਦੇ ਕਮਜ਼ੋਰ ਹੋਣ ਤੋਂ ਬਾਅਦ ਇਹ ਸਾਰੇ ਸਾਡੇ ਸਿਰ ਤੇ ਚੜ੍ਹ ਕੇ ਬੈਠੇ ਹੋਏ ਨੇ। ਔਰ ਜਦ ਤੱਕ ਸ਼੍ਰੋਮਣੀ ਕਮੇਟੀ ਸਮਰੱਥਾਵਾਨ ਹੈ, ਸਭ ਵੱਲੋਂ ਠੀਕ ਹੈ, ਉਸ ਨੂੰ ਵੀ ਕਮਜ਼ੋਰ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਹ ਸਾਰਾ ਕੁਝ ਵੇਖ ਕੇ ਸਰਕਾਰ ਨੂੰ ਸਾਰੀਆਂ ਰਿਪੋਰਟਾਂ ਪਹੁੰਚਦੀਆਂ ਨੇ ਤੇ ਉਹ ਕਹਿੰਦੇ ਨੇ ਇੱਥੇ ਸਹਿ ਲਿਆ ਤਾਂ ਹੁਣ ਅਗਲੀ ਗੱਲ ਵੀ ਕਰ ਲਓ। ਪਹਿਲੀ ਗੱਲ ਤਾਂ ਹੈਗੀ ਕਿ ਤੁਸੀਂ ਹਜ਼ੂਰ ਸਾਹਿਬ ਤੱਕ ਦੀ ਚੋਣ ਕਿਉਂ ਨਾ ਕਰਾਓ, ਡੈਮੋਕ੍ਰੇਸੀ ਕਿਉਂ ਨਾ ਬਹਾਲ ਕਰੋ। ਉੱਥੇ ਮੈਂਬਰ ਚੁਣ ਕੇ ਆਉਂਦੇ ਹਨ, ਕੋਈ ਸ਼੍ਰੋਮਣੀ ਕਮੇਟੀ ਮੈਂਬਰ ਭੇਜਦੀ ਹੈ, ਕੋਈ ਪਾਰਲੀਮੈਂਟ ਮੈਂਬਰ ਭੇਜਦੀ ਹੈ, ਉਹਨਾਂ ਨੂੰ ਛੱਡ ਕੇ ਤੁਸੀਂ ਐਡਮਿਨਿਸਟ੍ਰੇਟਰ ਲਾਣੇ ਸ਼ੁਰੂ ਕਰ ਦੇਣ। ਇਸ ਵਾਸਤੇ ਇਹ ਜਿਹੜਾ ਇਹਨਾਂ ਨੇ ਇਹ ਕੀਤਾ, ਇਹ ਸੁਣ ਲਓ ਬਈ ਅੱਗੋਂ ਹੋਰ ਜਗ੍ਹਾ 'ਤੇ ਵੀ ਕਰਨਗੇ ਜੀ। ਪਹਿਲੇ ਜਿਹੜੀ ਸਰਕਾਰ ਹੁੰਦੀ ਸੀ ਉਹ ਸਿੱਖ ਲੱਭਦੀ ਸੀ ਵੀ ਸਿੱਖ ਦੀ ਵੇਸ਼ਭੂਸ਼ਾ ਤੇ ਹੋਵੇ ਉਹਦੀ, ਤੇ ਤਾਂ ਕਿ ਇਹਨੂੰ ਕਹੇ ਜੀ ਨਹੀਂ ਜੀ ਇਹ ਵੀ ਸਿੱਖ ਹੈ ਉਹ ਵੀ ਸਿੱਖ ਹੈਗਾ। ਜਿਵੇਂ ਦਿੱਲੀ ਕਮੇਟੀ 'ਚ ਇਹਨਾਂ ਨੇ ਕੀਤਾ, ਪਹਿਲੀ ਵਾਰ ਇਹ ਕਿਸੇ ਵਿਰੋਧ ਨਹੀਂ ਕੀਤਾ। ਮੈਨੂੰ ਇਹ ਦੱਸਿਆ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਬਗੈਰ ਚੋਣ ਹੋ ਸਕਦੀ ਹੈ?
ਚੋਣ ਹੋਈ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਬਗੈਰ। ਚੋਣ ਤੋਂ ਬਾਅਦ ਅਰਦਾਸ ਹੁੰਦੀ ਹੈ, ਉਹ ਵੀ ਕੋਈ ਨਹੀਂ ਹੋਈ। ਸਾਰੇ ਜਾ ਰਹੇ ਹਨ, ਮਾਨਤਾ ਦੇ ਰਹੇ ਹਨ, ਕਰ ਰਹੇ ਹਨ। ਆਵਾਜ਼ ਉਠਾਣੀ ਬੰਦ ਹੋ ਗਈ। ਦੇਖਦੇ ਰਹੇ 2 ਸਾਲ ਕਦ ਆਉਣਗੇ, ਫਿਰ ਅਸੀਂ ਦੁਬਾਰਾ ਚੋਣ ਕਰਾਵਾਂਗੇ। ਪਿੱਛੇ ਜੇ ਇਹ ਤਾਂ ਸਾਨੂੰ ਇਦਾਂ ਹੀ ਵਾਪਰਿਆ। ਜੇ ਸਾਡੀ ਸਿੱਖ ਲੀਡਰਸ਼ਿਪ, ਅਕਾਲੀ ਲੀਡਰਸ਼ਿਪ ਤਗੜੀ ਹੋਏਗੀ, ਇਹਨਾਂ ਦੀਆਂ ਗੱਲਾਂ ਨਹੀਂ ਮੰਨੇਗੀ, ਇਹਨਾਂ ਦਾ ਜਵਾਬ ਨਹੀਂ ਦੇਗੀ ਔਰ ਜਵਾਬ ਲਵੇਗੀ ਇਹਨਾਂ ਕੋਲੋਂ, ਤਾਂ ਅਸੀਂ ਬਚਾਂਗੇ। ਜੇ ਅਸੀਂ ਆਪਣੀ ਤਾਕਤ ਲੈਣ ਪਿੱਛੇ, ਤਾਕਤ ਵਿੱਚ ਰਹਿਣ ਵਾਸਤੇ ਇਹਨਾਂ ਦੀਆਂ ਇਹਨਾਂ ਮੰਨਾਂਗੇ, ਫਿਰ ਅਸੀਂ ਅੱਜ ਵੀ ਨਹੀਂ ਹਾਂ, ਕੱਲ ਵੀ ਨਹੀਂ ਹਾਂ। ਸਰਨਾ ਸਾਹਿਬ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਕਿਉਂ ਪਿਆ? ਕਮਜ਼ੋਰ ਦੇਖੋ, ਇੱਕ ਗੱਲ ਤਾਂ ਬੜੀ ਪੱਕੀ ਹੈਗੀ ਜੀ ਨਵਜੋਤ ਜੀ, ਜਿਹੜੀ ਚੀਜ਼ ਬੜੀ ਤਾਕਤਵਰ ਹੁੰਦੀ ਹੈ, ਆਸਤਾ ਆਸਤਾ ਥੋੜੀ ਜਿਹੀ ਕਮਜ਼ੋਰ ਹੁੰਦੀ ਹੈ। ਪਰ ਜਿਹੜੇ ਦਾਨਿਸ਼ਮੰਦ ਸਿੱਖ ਬੈਠੇ ਹੁੰਦੇ ਨੇ ਪਿੱਛੇ, ਸਿੱਖ ਪੰਥ ਦਾ ਦਰਦ ਰੱਖਣ ਵਾਲੇ ਬੈਠੇ ਹਨ, ਉਹ ਉਸ ਨੂੰ ਉੱਤੇ ਚੁੱਕਦੇ ਨੇ। ਹੁਣ ਕੀ ਹੋ ਗਿਆ ਬਈ, ਕਮਜ਼ੋਰ ਹੋ ਗਏ, ਚਲੋ ਲਾਓ ਇਹਨਾਂ ਨੂੰ, ਸਾਡਾ ਤਾਂ ਲੱਗ ਰਿਹਾ। ਅਸਲ ਬਿਮਾਰੀ ਇਹ ਪੈ ਗਈ ਹੈਗੀ। ਪਰ ਅਸਲ ਤੁਸੀਂ ਆਪਣੇ ਮੁੱਦੇ ਤੋਂ ਆਓ, ਮੈਂ ਉਸ ਮੁੱਦੇ ਤੇ ਨਹੀਂ ਆਉਣਾ ਚਾਹੁੰਦਾ। ਉਸ ਤੇ ਮੇਰੀ ਕਲੈਰਿਟੀ ਹੈਗੀ। ਜੇ ਅਕਾਲੀ ਦਲ ਹੋਰ ਕਮਜ਼ੋਰ ਹੋਇਆ, ਤਗੜਾ ਨਾ ਹੋਇਆ, ਫਿਰ ਸਾਡੇ ਨਾਲ ਇਹ ਸਾਰੀਆਂ ਘਟਨਾਵਾਂ ਵਾਪਰਨਗੀਆਂ। ਫਿਰ ਉਹ ਦਿਨ ਦੂਰ ਨਹੀਂ, ਉਸ ਤੋਂ ਬਾਅਦ ਪਟਨਾ ਸਾਹਿਬ ਐਡਮਿਨਿਸਟ੍ਰੇਟਰ ਲੱਗੇਗਾ, ਫਿਰ ਦਿੱਲੀ ਐਡਮਿਨਿਸਟ੍ਰੇਟਰ ਲੱਗੇਗਾ। ਮੈਂ ਤੁਹਾਡੀ ਗੱਲ ਨਾਲ ਇਤਫਾਕ ਰੱਖਦਾ, ਸਹਿਮਤ ਹਾਂ ਸਰਨਾ ਸਾਹਿਬ। ਤੁਸੀਂ ਕਹਿੰਦੇ ਹੋ ਕਿ ਆਪਾਂ ਮੁੱਦੇ ਦੀ ਗੱਲ ਤੇ ਰਹੀਏ। ਮੁੱਦਾ ਇਹੀ ਹੈ ਕਿ ਗੈਰ ਸਿੱਖ ਨੂੰ ਪ੍ਰਸ਼ਾਸਕ ਲਾਇਆ ਗਿਆ, ਚੌਂ ਪਾਸਿਓਂ ਨਿੰਦਾ ਹੋ ਰਹੀ ਆ। ਹਰ ਕਮੇਟੀ, ਹਰ ਧਾਰਮਿਕ ਆਗੂ ਇਸ ਦੀ ਕੜੇ ਸ਼ਬਦਾਂ ਦੇ ਵਿੱਚ, ਸਖਤ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਾ ਕਰ ਰਿਹਾ। ਪਰ ਗੱਲ ਇਹ ਹੈ ਕਿ ਇਸ ਮੰਚ ਤੋਂ ਅੱਜ ਇਹ ਚਰਚਾ ਕਰਨੀ ਵੀ ਲਾਜ਼ਮ ਹੈ, ਇਹ ਕਰਨੀ ਵੀ ਜ਼ਰੂਰੀ ਹੋ ਜਾਂਦੀ ਹੈ ਕਿ ਇਹਨਾਂ ਦੇ ਪਿੱਛੇ ਕਾਰਨ ਕੀ ਹੋਏ। ਸਭ ਤੋਂ ਪਹਿਲਾ ਕਾਰਨ ਤੁਸੀਂ ਆਪ ਦੱਸਿਆ ਕਿ ਕਮੇਟੀ ਤੇ ਪਾਰਟੀ ਕਮਜ਼ੋਰ ਹੋਏ। ਕਈ ਅਕਾਲੀ ਦਲ ਬਣੇ, ਹਰੇਕ ਬੰਦੇ ਨੇ ਆਪਣੇ ਹਿਸਾਬ ਨਾਲ ਅਕਾਲੀ ਦਲ ਬਣਾਇਆ। ਅਕਾਲੀ ਦਲ ਦੀਆਂ ਕਿੰਨੀਆਂ ਸ਼ਾਖਾਵਾਂ ਬਣੀਆਂ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਵੱਖੋ ਵੱਖਰੀਆਂ ਕਮੇਟੀਆਂ ਬਣੀਆਂ, ਚਾਹੇ ਦਿੱਲੀ ਵਾਲੀ ਕਮੇਟੀ, ਹਰਿਆਣੇ ਵਾਲੀ ਕਮੇਟੀ, ਬੋਰਡ ਵੱਖੋ ਵੱਖਰੇ ਹੋਣ ਦੇ ਵਿੱਚ ਆਉਂਦੇ ਗਏ। ਲੱਗਦਾ ਨਹੀਂ ਕਿ ਕਿਸੇ ਇੱਕ ਖਾਸ ਬੰਦੇ ਦੀਆਂ ਆਪਣੀਆਂ ਜਿਹੜੀਆਂ ਕੁਝ ਮਜਬੂਰੀਆਂ ਕਹਿ ਲਓ, ਜਾਂ ਆਪਣੇ ਜਿਹੜੇ ਇੱਛਾਵਾਂ ਸੀ, ਉਹਨਾਂ ਦੇ ਕਰਕੇ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਇਸ ਸ਼ਾਨਾ ਮੱਤੇ, ਮਾਣ ਮੱਤੇ ਇਤਿਹਾਸ ਨਾਲ, ਅਜਿਹੀਆਂ ਘਟਨਾਵਾਂ ਨਾਲ ਲਬਰੇਜ਼ ਕਿ ਜਿਨ੍ਹਾਂ ਨਾਲ ਸਿੱਖਾਂ ਦਾ, ਸਿੱਖੀ ਦਾ ਸਿਰ ਉੱਚਾ ਹੁੰਦਾ ਸੀਗਾ, ਅੱਜ ਉਹਨਾਂ ਨੂੰ ਸ਼ਰਮ ਆ ਰਹੀ ਹੈ ਜਦੋਂ ਗੈਰ ਸਿੱਖ ਉਹਨਾਂ ਦੇ ਉੱਤੇ ਆ ਕੇ ਆਪਣੇ ਫੈਸਲੇ ਸੁਣਾਉਣਗੇ, ਲਾਗੂ ਹੋਣਗੇ। ਦੇਖੋ ਗੱਲ ਹੈਗੀ ਜੀ, ਜਿਹੜੀ ਗੱਲ ਤੁਸੀਂ ਖੁੱਲ੍ਹ ਕੇ ਨਹੀਂ ਕਹਿੰਦੇ ਪਿਓ ਨਾ, ਮੈਂ ਸਮਝ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਮੈਂ ਵੀ ਜਿਹੜਾ ਸਾਡਾ ਅੱਜ ਦਾ ਮੁੱਦਾ ਹੈਗਾ, ਉਸ ਨੂੰ ਹੋਰ ਪਾਸੇ ਨਹੀਂ ਜਾਣਾ ਚਾਹੁੰਦਾ। ਠੀਕ ਹੈ ਜੀ। ਔਰ ਮੈਂ ਚਾਹਾਂਗਾ ਕਿ ਉਸ ਦਿਨ ਤੁਸੀਂ ਕਿਸੇ ਦਿਨ ਵਕਤ ਕੱਢ ਕੇ 1.5-2 ਘੰਟੇ ਦਾ ਤੁਸੀਂ ਚੰਡੀਗੜ੍ਹ ਦੇ ਬੁੱਧੀਜੀਵੀਆਂ ਨੂੰ ਬੁਲਾਓ ਜੀ, ਸੰਤਾਂ ਮਹਾਂਪੁਰਖਾਂ ਨੂੰ ਵੀ ਬੁਲਾਓ ਜੀ, ਬਾਬਾ ਦਾਦੂਵਾਲ ਬੈਠੇ, ਇਹਨਾਂ ਨੂੰ ਵੀ ਬੁਲਾ ਲਓ ਤੇ ਇਸ ਮਸਲੇ ਤੇ ਹੱਲ ਕਰੀਏ ਵੀ ਦੱਸੋ ਜੀ ਅਕਾਲੀ ਦਲ ਤਕੜਾ ਕਿਵੇਂ ਕਰਨਾ ਤੇ ਅੱਗੇ ਕਿਵੇਂ ਜਾਣਾ ਹੈ। ਠੀਕ। ਸ਼੍ਰੋਮਣੀ ਕਮੇਟੀ ਵਰਗਾ ਇਤਨਾ ਹੋਵੇ, ਕੱਲ ਸ਼੍ਰੋਮਣੀ ਕਮੇਟੀ ਵਰਗੀ ਹਾਲਤ ਇੱਥੇ ਬੈਠਣ, ਰਿਸੀਵਰ ਬਿਠਾ ਦੇਣ, ਉਸ ਵਕਤ ਜਿਹੜੀਆਂ ਸਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ, ਉਹ ਉਸ ਤੋਂ ਪਹਿਲਾਂ ਕਿ ਅਸੀਂ ਆਪਣਾ ਬਚਾਅ ਕਰ ਲਈਏ। ਦੇਖੋ ਸਿੱਧੀ ਗੱਲ ਹੈਗੀ, ਮੈਂ ਤੁਹਾਨੂੰ ਦੱਸਾਂ, ਲੜਾਈ ਤੇ ਹੈਗੀ ਜਿਹੜੀਆਂ ਸਰਕਾਰਾਂ, ਜਿਹੜੀਆਂ ਪਾਰਟੀਆਂ ਸਾਡੇ ਨਾਲ ਖੇਡ ਕਰ ਰਹੀਆਂ ਨੇ, ਨਾਟ ਐਟ ਐਨੀ ਕਾਸਟ ਉਹਨਾਂ ਨਾਲ ਪੋਲੀਟੀਕਲ ਸਮਝੌਤੇ ਹੋਣੇ ਚਾਹੀਦੇ ਨੇ। ਆਪਣੇ ਪੋਲੀਟੀਕਲ ਸਮਝੌਤੇ ਉਹਨਾਂ ਨਾਲ ਹੋਣ ਜਿਹੜੀ ਸਾਡੀ ਗੱਲ ਮੰਨਣ, ਜਿਹੜੀ ਕੌਮ ਦੀ ਗੱਲ ਮੰਨਣ, ਜਿਹੜੇ ਸਿੱਖੀ ਨੂੰ ਢਾਹ ਲਾਉਣ ਵਾਲੇ ਨਾ ਹੋਣ। ਉਹਨਾਂ ਨੂੰ ਇਸ ਵਕਤ ਇਸ ਤੋਂ ਵਧੀਆ ਮੌਕਾ ਨਹੀਂ ਹੈ। ਮੈਂ ਇਹ ਗੱਲ ਆਪਣੇ ਤੌਰ ਤੇ ਕਰ ਰਿਹਾ, ਮੈਂ ਪਾਰਟੀ ਦਾ ਬੁਲਾਰਾ ਬਣ ਕੇ ਨਹੀਂ ਗੱਲ ਕਰ ਰਿਹਾ, ਮੈਂ ਤੁਹਾਡੇ ਨਾਲ ਮੈਂ ਆਪਣੇ ਤੌਰ ਤੇ ਗੱਲ ਕਰ ਰਿਹਾ। ਇਹ ਸਾਡੇ ਕੋਲ ਵਕਤ ਹੈ, ਸਰਕਾਰ ਨੂੰ ਕਹਿ ਦਿਓ ਕਿ ਇਹ ਜਿਹੜਾ ਤੁਸੀਂ ਡੀਸੀ ਰਿਸੀਵਰ ਬਿਠਾਇਆ, ਐਡਮਿਨਿਸਟ੍ਰੇਟਰ ਬਿਠਾਇਆ, ਇਹ ਕੌਮ ਬਿਲਕੁਲ ਮਨਜ਼ੂਰ ਨਹੀਂ ਹੋਏਗੀ। ਔਰ ਮੈਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮੈਂ ਕਹਾਂਗਾ, ਬਾਬਾ ਦਾਲੂਵਾਲ ਨੂੰ ਆਪਣੇ ਹਰਿਆਣਾ ਕਮੇਟੀ ਦੀ ਮੀਟਿੰਗ ਬੁਲਾ ਕੇ ਪਾਸ ਕਰ ਦੇਣ ਬਈ ਜੇ ਇਹ ਨਾ ਹਟਿਆ, ਸਾਡੀ ਤੁਹਾਡੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਠੀਕ ਹੈ ਸਰਨਾ ਸਾਹਿਬ, ਮੈਂ ਦਾਦੂਵਾਲ ਸਾਹਿਬ ਕੋਲੇ ਜਾਣਾ। ਦਾਦੂਵਾਲ ਸਾਹਿਬ, ਗੱਲ ਇਹ ਹੈ ਕਿ ਇਹ ਸੁਭਾਵਿਕ ਹੈ ਜਾਂ ਇਹ ਸਾਜ਼ਿਸ਼ ਹੈ? ਜੇ ਸਾਜ਼ਿਸ਼ ਹੈ ਤਾਂ ਇਸ ਪਿੱਛੇ ਕਿਹੜੀ ਸੌੜੀ ਸਿਆਸਤ, ਕਿਹੜੀ ਮਨਸ਼ਾ ਕੰਮ ਕਰ ਰਹੀ ਹੈ? ਦੇਖੋ ਧਾਲੀਵਾਲ ਜੀ, ਸਭ ਤੋਂ ਪਹਿਲਾਂ ਜੇ ਤਾਂ ਸੁਭਾਵਿਕ ਹੋਏਗਾ ਫਿਰ ਤਾਂ ਵਿਰੋਧ ਤੋਂ ਬਾਅਦ ਚੇਂਜ ਹੋ ਜਾਏਗਾ ਜੀ।
ਪਰ ਜੇ ਭਾਵਕ ਨਾ ਹੋਇਆ, ਜਿਸ ਤਰ੍ਹਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕੀਤਾ ਹੈ, ਹੋਰ 4 ਸਫੇਰੇ ਪੰਥ ਦਾ ਵਿਰੋਧ ਹੋ ਰਿਹਾ ਸੰਸਥਾਵਾਂ ਦਾ, ਤੇ ਜੇ ਫਿਰ ਵੀ ਇਸ ਨੂੰ ਕਾਇਮ ਰੱਖਿਆ ਜਾਂਦਾ ਇਸੇ ਤਰ੍ਹਾਂ, ਤਾਂ ਫਿਰ ਸਾਜ਼ਿਸ਼ ਜਿਹੜੀ ਆ ਉਹ ਨਜ਼ਰ ਆ ਜਾਵੇਗੀ ਵੀ ਇਸ ਪਿੱਛੇ ਸਾਜ਼ਿਸ਼ ਆ, ਸਾਜ਼ਿਸ਼ ਦੇ ਨਾਲ ਲਾਇਆ ਗਿਆ। ਜਦੋਂ ਇੰਨੀ ਲੰਬੀ ਜੱਦੋਜਹਿਦ ਚੱਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਅੱਜ ਤੱਕ ਡਿਊ ਰਹੀ ਹੈ। ਪਹਿਲਾਂ ਤਾਂ ਇਸ ਕਰਕੇ ਪੈਂਡਿੰਗ ਰਹੀ ਗਿਆ 15 ਮੈਂਬਰੀ ਐਗਜ਼ੈਕਟਿਵ ਚਲਾਉਂਦੀ ਰਹੀ। ਸਵਰਗੀ ਅਵਤਾਰ ਸਿੰਘ ਮੱਕੜ ਜਦੋਂ ਪ੍ਰਧਾਨ ਸੀਗੇ, ਉਹਨਾਂ ਦੇ ਵੇਲੇ ਉਹਨਾਂ ਨੂੰ ਲਗਾਤਾਰ 15 ਮੈਂਬਰੀ ਕਮੇਟੀ ਨੂੰ 5-6 ਸਾਲ ਦਾ ਸਮਾਂ ਮਿਲਿਆ ਕਿ ਜਿਹੜਾ ਆਪਣਾ ਕਲੀਨ ਸੇਵਾ ਉਹਨੂੰ ਵੋਟ ਦਾ ਅਧਿਕਾਰ ਹੈ ਜਾਂ ਕਿ ਨਹੀਂ ਹੈ, ਉਹਦੇ ਤੇ ਫੈਸਲਾ ਆਇਆ। ਜੇਕਰ ਵੋਟ ਦਾ ਅਧਿਕਾਰ ਵੀ ਨਹੀਂ ਮਿਲਿਆ ਇਲੈਕਸ਼ਨ ਦੇ ਵਿੱਚ ਕਿ ਸਾਬਤ ਸੂਰਤ ਸਿੱਖ ਹੀ ਵੋਟ ਦੇ ਸਕਦਾ ਹੈ, ਔਰ ਦੇਸ਼ ਦੀ ਸਭ ਤੋਂ ਵੱਡੀ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਇਸ ਗੱਲ ਦਾ ਜਿਹੜਾ ਹੈਗਾ ਰਿਜ਼ਲਟ ਦਿੱਤਾ, ਫੈਸਲਾ ਦਿੱਤਾ ਜੀ, ਤਾਂ ਫਿਰ ਹੁਣ ਇੱਕ ਜਦੋਂ ਵੋਟ ਦਾ ਵੀ ਅਧਿਕਾਰ ਨਹੀਂ ਰੱਖਦਾ ਇੱਕ ਕਲੀਨ ਸੇਵ ਵਿਅਕਤੀ, ਬਿਲਕੁਲ, ਤਾਂ ਉਹਨੂੰ ਸਾਡੇ ਤਖਤ ਸੱਚਖੰਡ ਸ੍ਰੀ ਆਪਣਾ ਹਜ਼ੂਰ ਸਾਹਿਬ ਦਾ ਪ੍ਰਸ਼ਾਸਕ ਲਾ ਦੇਣਾ, ਪ੍ਰਬੰਧਕ ਲਾ ਦੇਣਾ ਜੀ, ਤਾਂ ਮੈਂ ਸਮਝਦਾ ਕਿ ਜੇ ਤਾਂ ਸੁਭਾਵਿਕ ਗਲਤੀ ਹੋਈ ਤਾਂ ਉਹ ਚੇਂਜ ਹੋ ਜਾਏਗੀ। ਜੇ ਸਾਜ਼ਿਸ਼ ਦੇ ਤਹਿਤ ਆ ਤਾਂ ਫਿਰ ਉਹਨੂੰ ਕਾਇਮ ਰੱਖਿਆ ਜਾਊ, ਤੇ ਜੇਕਰ ਸਾਜ਼ਿਸ਼ ਦੇ ਤਹਿਤ ਆ ਤਾਂ ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਚਾਹੇ ਉੱਥੇ ਦੀ ਕੋਈ ਸਰਕਾਰ, ਚਾਹੇ ਕੇਂਦਰ ਦੀ ਹੋਵੇ, ਚਾਹੇ ਸਟੇਟ ਦੀ ਹੋਵੇ, ਗਲਤ ਨੂੰ ਗਲਤ ਕਿਹਾ ਜਾਊ, ਸਹੀ ਨੂੰ ਸਹੀ ਕਿਹਾ ਜਾਊਗਾ, ਚਾਹੇ ਕੋਈ ਪਾਰਟੀ ਹੋਵੇ, ਕੋਈ ਵਿਅਕਤੀ ਹੋਵੇ। ਮੈਂ ਇਸ ਗੱਲ ਨੂੰ ਸਮਝਦਾ ਕਿ ਪੰਥ ਇਸ ਨੂੰ ਪ੍ਰਵਾਨ ਨਹੀਂ ਕਰੇਗਾ। ਗਲਤੀਆਂ ਜ਼ਰੂਰ, ਜਿਵੇਂ ਤੁਸੀਂ ਸਰਨਾ ਸਾਹਿਬ ਨੂੰ ਸਵਾਲ ਕੀਤਾ ਸੀ ਪਰ ਉਹਨਾਂ ਨੇ ਜਵਾਬ ਨਹੀਂ ਦਿੱਤਾ ਇਸ ਗੱਲ ਦਾ। ਉਹਨਾਂ ਨੇ ਕਿਹਾ ਕਿ ਵੱਖਰਾ ਟਾਈਮ ਇਸ ਬਾਰੇ ਰੱਖਿਆ ਜਾਵੇ ਕਿ ਇਹ ਗਲਤੀਆਂ ਸਾਡੇ ਤੋਂ ਹੀ ਹੋਈਆਂ ਜਿਨ੍ਹਾਂ ਨੂੰ ਅਸੀਂ ਸਾਰੀਆਂ ਤਾਕਤਾਂ ਦੇ ਦਿੱਤੀਆਂ ਸੀ, ਤਾਂ ਜਦੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾ ਕੇ ਪੰਜਾਬੀ ਪਾਰਟੀ ਬਣਾਤੀ, ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹਦਾ ਵਰਕਰ ਅੰਮ੍ਰਿਤਧਾਰੀ, ਜਿਹਦਾ ਅਹੁਦੇਦਾਰ ਅੰਮ੍ਰਿਤਧਾਰੀ, ਜਦੋਂ ਮਨਪ੍ਰੀਤ ਬਾਦਲ ਵਰਗਿਆਂ ਨੂੰ ਵੀ ਅੰਮ੍ਰਿਤ ਛਕਣਾ ਪਿਆ ਸੀਗਾ ਗਿੱਦੜਬਾਹੇ ਤੋਂ ਚੋਣ ਲੜਨ ਵਾਸਤੇ, ਤਾਂ ਬਾਅਦ ਵਿੱਚ ਜਦੋਂ ਉਹਨਾਂ ਨੇ ਛੰਟੀ ਬੰਟੀ ਰਿੰਕੂ ਮਿੰਟੂ ਸਾਰਾ ਵਿੱਚ ਐਡ ਕਰ ਲਿਆ ਤੇ ਉਹਨੇ ਜਿਹੜੇ ਅਕਾਲੀ ਦਲ ਦੇ ਸੀ, ਜਿੱਥੇ ਲੰਬੇ ਦਾੜੇ ਸੋਹਣੀਆਂ ਦਸਤਾਰਾਂ ਵਾਲੇ ਹੁੰਦੇ ਸੀ ਤੇ ਉੱਥੇ ਕਲੀਨ ਸੇਵ ਜ਼ੀਰੋ ਕੱਟ ਤੇ ਗਲਾਂ 'ਚ ਚੈਨੀਆਂ ਤੇ ਆਪਣਾ ਜਿਹੜਾ ਸੀ ਜੇਬਾਂ ਦੇ ਵਿੱਚ ਹੋਰ ਵੀ ਬਹੁਤ ਕੁਝ ਜਿਹੜਾ ਇਤਰਾਜ਼ਯੋਗ ਵਰਤਣ ਵਾਲਾ, ਉਹ ਵੀ ਜਦੋਂ ਅਕਾਲੀ ਬਣ ਗਏ, ਲੀਡਰ ਬਣ ਗਏ, ਅੱਜ ਵੀ ਹੈ ਉਹਦੇ ਵਿੱਚ, ਤਾਂ ਉਦੋਂ ਇਹ ਸਾਰੀਆਂ ਗਿਰਾਵਟਾਂ, ਜਦੋਂ ਅਸੀਂ ਆਪਣੀਆਂ ਸੰਸਥਾਵਾਂ 'ਚ ਗਿਰਾਵਟਾਂ ਲੈ ਆਂਦੀਆਂ ਤੇ ਸਰਕਾਰਾਂ ਨੂੰ ਮੌਕਾ ਮਿਲਿਆ ਇਹ ਗੱਲ ਕਰਨ ਦਾ, ਤਾਂ ਉਹਨਾਂ ਨੇ, ਮੈਂ ਸਮਝਦਾ ਵੀ ਇਸ ਤਰ੍ਹਾਂ ਦੀ ਗੱਲ ਜੇਕਰ ਸਾਜ਼ਿਸ਼ ਦੇ ਤਹਿਤ ਲਾਈ ਆ ਤਾਂ ਉਹਨਾਂ ਦਾ ਹੌਸਲਾ ਪਿਆ ਜਦੋਂ ਅਸੀਂ ਆਪ ਆਪਣੀਆਂ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਸੰਸਥਾਵਾਂ ਨੂੰ ਕਮਜ਼ੋਰ ਕੀਤਾ। ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਜ਼ਰਾ ਆਲਮ ਵਰਗਿਆਂ ਨੂੰ ਲੈ ਲਿਆ, ਉਹਨਾਂ ਨੂੰ ਸੀਨੀਅਰ ਅਹੁਦੇ ਦੇ ਦਿੱਤੇ, ਜਦੋਂ ਉਹਦੇ ਵਿੱਚ ਜਿਹੜੇ ਸ਼ਰਮਾ ਦੂਸਰੇ ਆ ਗਏ, ਠੀਕ ਆ ਸਾਡਾ ਆਪਣੇ ਸਭ ਨਾਲ ਭਾਈਚਾਰਾ ਵਾ, ਪਿਆਰ ਆ, ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਉਹ ਤਾਂ ਪੰਥ ਦੀ ਸੰਸਥਾ ਸੀ, ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਤਾਂ ਜਦੋਂ ਉਹਦੇ ਵਿੱਚ ਗਿਰਾਵਟਾਂ ਅਸੀਂ ਆਪ ਲਿਆਂਦੀਆਂ ਆਪਣੇ ਸਵਾਰਥਾਂ ਦੇ ਵਾਸਤੇ, ਤਾਂ ਫਿਰ ਇਹ ਸਾਰਾ ਕੁਝ ਦੂਜਿਆਂ ਨੂੰ ਵੀ ਮੌਕਾ ਮਿਲਿਆ। ਇਹਦਾ ਕਾਰਨ ਮੈਂ ਇਹ ਸਮਝਦਾ। ਔਰ ਦੂਸਰੀ ਗੱਲ ਜਿਹੜੀ, ਜੇ ਤਾਂ ਹੋਈ ਅਚਨਚੇਤ ਤੇ ਪੰਥ ਦੇ ਵਿਰੋਧ ਤੋਂ ਬਾਅਦ ਵਾਪਸ ਲੈ ਲਿਆ ਜਾਊ, ਜੇ ਸਾਜ਼ਿਸ਼ ਆ ਤਾਂ ਉਹ ਵੀ ਤੁਹਾਡੇ ਸਾਹਮਣੇ, ਜੇਕਰ ਹਟਾਇਆ ਨਹੀਂ ਜਾਂਦਾ ਤੇ ਉਹ ਫਿਰ ਵੱਡੀ ਸਾਜ਼ਿਸ਼ ਆ ਤੇ ਉਹਦੀ ਮੈਂ ਨਿਖੇਧੀ ਕਰਦਾ। ਠੀਕ ਹੈ, ਦੋ ਗੱਲਾਂ ਇੱਥੇ ਜਿਹੜੀਆਂ ਕਿ ਮੈਂ ਜ਼ਰੂਰ ਪੁੱਛਣੀਆਂ ਚਾਹੂੰਗਾ, ਜਿਹੜੇ ਸਿੱਖ ਚਿੰਤਕ ਸਾਡੇ ਦਰਮਿਆਨ ਨੇ, ਖੁਸ਼ਹਾਲ ਸਿੰਘ ਜੀ। ਖੁਸ਼ਹਾਲ ਜੀ, ਜਿਸ ਤਰੀਕੇ ਦੇ ਨਾਲ ਉੱਥੇ ਗੈਰ ਸਿੱਖ ਨੂੰ ਜਿਹੜਾ ਹੈ ਪ੍ਰਸ਼ਾਸਕ ਲਾ ਦਿੱਤਾ ਗਿਆ, ਕੋਈ ਬਹੁਤ ਵੱਡੀ ਸਿਆਸੀ ਮਜਬੂਰੀ ਸੀ ਜਾਂ ਮੁੰਬਈ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਸਿੱਖਾਂ ਦੀ ਗਿਣਤੀ ਦੀ ਘਾਟ ਸੀ, ਜਾਂ ਪੰਥ ਦੇ ਵਿੱਚ ਘਾਟ ਹੋ ਗਈ ਹੈ ਕਿ ਸਾਬਤ ਸੂਰਤ ਸਾਨੂੰ ਬੰਦਾ ਨਹੀਂ ਲੱਭ ਰਿਹਾ ਤੇ ਸਾਨੂੰ ਅਜਿਹੇ ਬੰਦੇ ਜਿਹੜੇ ਆ ਆਪਣੇ ਪ੍ਰਸ਼ਾਸਕ ਚੁਣਨੇ ਪੈ ਰਹੇ ਆ? ਨਵਜੋਤ ਜੀ, ਜਿਸ ਤਰ੍ਹਾਂ ਸਾਡੀ ਹਾਕਮ ਪਾਰਟੀ ਹੁਣ ਰਵੱਈਆ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਉਹਨਾਂ ਦੇ ਸੈਲ ਸਰਗਰਮ ਹੋ ਰਹੇ ਆ, ਇਹਦੇ ਤੋਂ ਕਈ ਕਿਸਮ ਦੇ ਸਾਡੇ ਜਿਹੜੇ ਆ ਸਵਾਲ ਉੱਠਦੇ ਆ। ਲੇਕਿਨ ਇਹ ਸਵਾਲ ਸਭ ਤੋਂ ਪਹਿਲਾਂ ਤਾਂ ਸਾਡੇ ਸ਼੍ਰੋਮਣੀ ਕਮੇਟੀ ਦੇ ਵਾਲੇ ਪਾਸੇ ਦੇਖੀਏ ਤਾਂ ਅਜੇ ਤੱਕ ਟ੍ਰੈਡੀਸ਼ਨ ਸੀਗੇ ਅੰਮ੍ਰਿਤਸਰ ਦਾ ਡੀਸੀ ਸਿੱਖ ਲਾਇਆ ਜਾਂਦਾ ਸੀ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪਹਿਲੇ ਇਜਲਾਸ ਨੂੰ ਜਦੋਂ ਉਹਦੀ ਹੈਡ ਕਰਨਾ ਆ ਉਹਨੂੰ, ਤਾਂ ਉੱਥੋਂ ਡੀਸੀ ਨੇ ਕਰਨਾ। ਇਸ ਕਰਕੇ ਰਵਾਇਤ ਸੀ ਕਿ ਅੰਮ੍ਰਿਤਸਰ ਦਾ ਜਿਹੜਾ ਆ ਉਹ ਡੀਸੀ ਆ ਉਹ ਸਿੱਖ ਹੋਏਗਾ। ਲੇਕਿਨ ਹੁਣ ਸਾਡੇ ਸਾਹਮਣੇ ਆ ਕਿ ਇੱਥੇ ਵੀ ਰਵਾਇਤ ਟੁੱਟ ਗਈ ਹੈ, ਉਹਨਾਂ ਨੇ ਦੂਸਰੇ ਡੀਸੀ ਲਾਉਣੇ ਸ਼ੁਰੂ ਕਰ ਦਿੱਤੇ ਆ। ਇਹ ਜਿਹੜੇ ਬੋਰਡ ਨੇ ਬਣੇ ਹੋਏ ਆ, ਬੋਰਡ ਸਰਕਾਰ ਦੇ ਇੱਕ
ਸਿਸਟਮ ਅਧੀਨ ਉਹਨਾਂ ਦੇ ਕਾਨੂੰਨ ਅਧੀਨ ਬਣੇ ਹੋਏ ਆ, ਤੇ ਉਹਦੇ ਵਿੱਚ ਇਹ ਪ੍ਰੋਵੀਜ਼ਨ ਤਾਂ ਹੈ ਕਿ ਇੱਕ ਡੀਸੀ ਉਹ ਲਾ ਸਕਦੇ ਆ, ਐਡਮਿਨਿਸਟ੍ਰੇਟਰ ਕੋਈ ਨਹੀਂ। ਲੇਕਿਨ ਕਿਸੇ ਵੀ ਧਰਮ ਦੇ ਵਿੱਚ ਜੋ ਤੁਸੀਂ ਕੋਈ ਉਹਨਾਂ ਦੇ ਮਸਲੇ ਦੇ ਬਾਰੇ, ਉਹਨਾਂ ਦੇ ਪ੍ਰਬੰਧ ਬਾਰੇ ਬੰਦੇ ਨੂੰ ਜ਼ਿੰਮੇਵਾਰੀ ਦੇਣੀ ਹੈ, ਤਾਂ ਇਸ ਸਵਾਲ ਤੋਂ ਬਚਣਾ ਹੀ ਚਾਹੀਦਾ। ਲੇਕਿਨ ਸਰਕਾਰ ਸਿੱਖਾਂ ਦੇ ਅੰਦਰ ਟੈਸਟ ਕਰਦੀਆਂ ਕਿ ਇਹਨਾਂ ਦੇ ਵਿੱਚ ਕੋਈ ਕਰੰਟ ਹੈਗਾ ਕਿ ਨਹੀਂ ਹੈਗਾ, ਕਿਸ ਤਰ੍ਹਾਂ ਦਾ ਪ੍ਰਤੀਕਰਮ ਹੈ। ਤੁਸੀਂ ਦੇਖੋ, ਸਰਨਾ ਸਾਹਿਬ ਜਾਣਦੇ ਆ ਮਾਸਟਰ ਤਾਰਾ ਸਿੰਘ ਦਾ ਤੇ ਨਹਿਰੂ ਦਾ ਜਦੋਂ ਮਸਲਾ ਆਇਆ ਸੀਗਾ, ਤਾਂ ਉਹ ਇਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਅਕਾਲੀ ਦਲ ਤੋਂ ਘਬਰਾ ਕੇ ਨਹਿਰੂ ਨੇ 2 ਦਿਨ ਚ ਟਾਈਮ ਦਿੱਤਾ ਸੀ। ਐਡਾ ਵੱਡਾ ਇਕੱਠ ਦਿੱਲੀ ਚ ਹੋਇਆ ਸੀ, ਉਹ ਇਤਿਹਾਸ ਹਾਲੇ ਤੱਕ ਵੀ ਉਹਦਾ ਗਿਣਿਆ ਜਾਂਦਾ ਹੈ। ਲੇਕਿਨ ਅੱਜ ਹਾਲਾਤ ਇਵੇਂ ਦੇ ਹੋ ਗਏ ਆ ਕਿ ਪਹਿਲੀ ਗੱਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ, ਸ਼੍ਰੋਮਣੀ ਅਕਾਲੀ ਦਲ ਕੋਲ ਮੋਰਲ ਪਾਵਰ ਨਹੀਂ ਰਹੀ ਜਿਹਦੇ ਸਿਰ ਤੇ ਖੜ ਕੇ ਉਹ ਕਹਿ ਸਕਣ, ਕਿਉਂਕਿ ਇਹ ਸਾਰਿਆਂ ਦੇ ਸਾਹਮਣੇ ਹੋਇਆ। ਇਹਨਾਂ ਨੇ ਜਿਹੜਾ ਆ ਇਹਨਾਂ ਨੂੰ ਆਪਣੇ ਦੇਖੋ 13 ਸਾਲ ਹੋ ਗਿਆ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ, ਜਿਹੜੇ ਸੰਗਤਾਂ ਦੇ ਵਿੱਚ ਉਹਦਾ ਫਤਵਾ ਨਹੀਂ ਹੈਗਾ, ਸੰਗਤਾਂ ਦੇ ਉਹਦੇ ਨਾਲ ਹੈ ਨਹੀਂਗਾ। ਲੇਕਿਨ ਧੱਕੇ ਨਾਲ ਜਿਹੜਾ 13 ਸਾਲ ਤੋਂ ਸ਼੍ਰੋਮਣੀ ਕਮੇਟੀ ਮੋਰਲ ਅਥਾਰਟੀ ਸ਼੍ਰੋਮਣੀ ਕਮੇਟੀ ਕੋਲ ਕਿੱਥੋਂ ਆ ਗਈ। ਇਸੇ ਤਰ੍ਹਾਂ ਅਕਾਲੀ ਦਲ ਦੀ ਆ। ਅਕਾਲੀ ਦਲ ਦਾ ਸਵਾਲ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਕਿਹਾ ਆ ਕਿ ਅਕਾਲੀ ਦਲ ਜਿਸ ਖਾਤਰ ਬਣਿਆ ਸੀ, ਜਿਹਦਾ ਉਹਦਾ ਮਨੋਰਥ ਸੀ ਬਣਾਉਣ ਦਾ, ਉਹਦੇ ਤੋਂ ਭਟਕ ਗਿਆ ਆ। ਜਦੋਂ ਭਟਕ ਗਿਆ ਆ ਤਾਂ ਉਹ ਕਿਵੇਂ ਪਹਿਰੇਦਾਰੀ ਕਰੇਗਾ ਪੰਥ ਦੀ, ਕੌਮ ਦੀ। ਇਹ ਠੀਕ ਸਾਡੀਆਂ ਇਸ਼ਾਵਾਂ ਨੇ ਕਿ ਅਕਾਲੀ ਦਲ ਚੱਲੇ, ਅਕਾਲੀ ਦਲ ਦੇ ਵਾਸਤੇ ਕੁਰਬਾਨੀਆਂ ਕੀਤੀਆਂ, ਪੰਥ ਨੇ ਕੀਤੀਆਂ, ਲੇਕਿਨ ਕੁਰਬਾਨੀਆਂ ਨਾਲ 100 ਸਾਲ ਚੱਲ ਗਏ ਥੋੜਾ ਜਿਹਾ। ਹੁਣ ਤਾਂ ਤੁਹਾਨੂੰ ਆਪਣਾ ਕਿਰਦਾਰ, ਲੀਡਰਾਂ ਨੂੰ ਕਿਰਦਾਰ ਦਿਖਾਉਣਾ ਪਏਗਾ। ਕਿਰਦਾਰ ਹੈ ਨਹੀਂ। ਕਿਰਦਾਰ ਤਾਂ ਦੇਖੋ, ਜਿਸ ਦਿਨ ਗੁਰਦੁਆਰਾ ਭਗਵੰਤ ਮਾਨ ਨੇ ਗੁਰਦੁਆਰਾ ਬਿੱਲ ਪਾਸ ਕੀਤਾ ਆ, ਉਸ ਦਿਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਦੇ ਤੇ ਕੋਈ ਬਿਆਨ ਨਹੀਂ ਦਿੰਦੇ, ਉਹ ਤਾਂ ਮੂੰਗੀ ਤੇ ਬਿਆਨ ਦਿੰਦੇ। ਉਹਨਾਂ ਨੂੰ ਮੂੰਗੀ ਦਾ ਫਿਕਰ ਹੈ, ਮੂੰਗੀ ਦੀ ਜਿਹੜੀ ਕੀਮਤ ਹੈ ਘੱਟ ਵੱਧ ਕਿਵੇਂ ਹੋਣੀ ਚਾਹੀਦੀ ਆ। ਸਗੋਂ ਜਦੋਂ ਇਸ ਤਰ੍ਹਾਂ ਦੇ ਸਾਡੇ ਪੋਲੀਟੀਕਲ ਲੀਡਰ ਹੋਣਗੇ ਤਾਂ ਆਹ ਜਿਹੜੀਆਂ ਨੇ ਘਟਨਾਵਾਂ ਇਹ ਵਾਪਰਨਗੀਆਂ, ਕਿਉਂਕਿ ਸਰਕਾਰਾਂ ਦੇ ਆਪਣੇ ਏਜੰਡੇ ਹੁੰਦੇ ਆ। ਇੱਕ ਡੀਪ ਸਟੇਟ ਨੇ ਆਪਣੇ ਜਿਹੜੇ ਆ ਮਨੋਰਥ ਨਾਲ ਚੱਲਣਾ ਹੁੰਦਾ ਆ। ਉਹਨਾਂ ਤੁਹਾਡੇ ਪ੍ਰੈਸ਼ਰ ਦੇਖਣੇ ਹੁੰਦੇ ਆ ਕਿ ਕਿੰਨੇ ਕੁ ਹੈਗੇ ਸੁਸਾਇਟੀ ਦੇ ਵਿੱਚ। ਸੁਸਾਇਟੀ ਦੇ ਵਿੱਚ ਪ੍ਰੈਸ਼ਰ ਖਤਮ ਹੋ ਚੁੱਕਿਆ ਆ। ਇਹਨਾਂ ਦੀ ਜਿਹੜੀ ਡਿਸਕ੍ਰੈਡਿਟ ਹੋ ਚੁੱਕੀਆਂ ਸੰਸਥਾਵਾਂ ਨੇ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਉਹ ਹਾਲਤ 'ਚ ਨਹੀਂ ਹੈਗੇ ਜਿਹੜੀ ਅੱਜ ਤੋਂ 20-30 ਸਾਲ ਪਹਿਲਾਂ ਸੀ। ਹੁਣ ਜਿਹੜਾ ਸ਼੍ਰੋਮਣੀ ਕਮੇਟੀ ਹੈ ਸਿੱਖਾਂ ਦੇ ਵਿੱਚ ਹੀ ਡਿਸਕ੍ਰੈਡਿਟ ਹੋ ਗਈ ਹੈ। ਸਿੱਖ ਸਮਾਜ ਵਿੱਚ ਹੀ ਉਹਦੇ ਕੋਲ ਅਥਾਰਟੀ ਦੇ ਏਡੇ ਵੱਡੇ ਪਿਛਲੇ ਦਿਨ ਘਟਨਾਵਾਂ ਹੋਈਆਂ ਨੇ। ਕੋਈ 200 ਸਿੱਖ ਇਹਨਾਂ ਦੇ ਸਾਹਮਣੇ ਬਾਹਰ ਆਇਆ, 500 ਸਿੱਖ ਨੇ ਕਿਤੇ ਬਾਹਰ ਆ ਕੇ ਇਹਨਾਂ ਦੇ ਹੱਕ 'ਚ ਕੋਈ ਮੁਜ਼ਾਹਰਾ ਕੀਤਾ ਹੋਵੇ, ਤੁਹਾਡੇ ਸਾਹਮਣੇ ਆ ਸਾਰਾ ਕੁਝ। ਇਹ ਜਦੋਂ ਇਸ ਪੱਧਰ ਤੇ ਸਿੱਖਾਂ ਦੀ ਹਾਲਤ ਡਾਵਾਡੋਲ ਹੋ ਜਾਏ। ਆਹ ਦੇਖੋ, ਪੰਥ ਦੇ ਨਾਲ ਪਿਛਲੇ ਦਿਨਾਂ 'ਚ ਜੋ ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ ਜਿਹੜਾ ਫਰਾਡ ਕੀਤਾ ਗਿਆ, ਸਾਰਿਆਂ ਦੇ ਸਾਹਮਣੇ ਆ। ਇਹਦੇ ਕੋਈ ਲੁਕੀ ਛਿਪੀ ਗੱਲ ਹੈਗੀ ਹੈ ਕਿ ਤੁਸੀਂ ਆਪਣੇ ਬਿਜ਼ਨਸ ਵਾਸਤੇ ਸਾਰਾ ਕੁਝ ਨਾਲ, ਮੇਰੀ ਸਰਨਾ ਸਾਹਿਬ ਦੇ ਨਾਲ 100% ਸਹਿਮਤੀ ਹੈ ਕਿ ਅਕਾਲੀ ਦਲ ਸਰਵਾਈਵ ਹੋਣਾ ਚਾਹੀਦਾ ਹੈ। ਲੇਕਿਨ ਅਕਾਲੀ ਦਲ ਸਰਵਾਈਵ ਕਰਾਉਣ ਵਾਸਤੇ ਅਕਾਲੀ ਦਲ ਘੱਟੋ ਘੱਟ ਝੁੰਦਾ ਕਮੇਟੀ ਜਿਹੜੀ ਉਹਨਾਂ ਨੇ ਆਪਣੇ ਬਣਾਈ ਆ, ਉਹਦੀ ਤਾਂ ਕੋਈ ਗੱਲ ਮੰਨੇ। ਜਦੋਂ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਆਪਣੀ ਬਣਾਈ ਹੋਈ ਕਮੇਟੀ ਦੀ ਰਿਪੋਰਟ ਮੰਨਣ ਲਈ ਤਿਆਰ ਨਹੀਂ, ਉਹ ਇੱਕ ਬੰਦੇ ਦੀ ਜਿੱਦ ਕਰਕੇ ਸਾਰਾ, ਉਹਨਾਂ ਨੇ ਇੱਕ ਪਰਿਵਾਰ ਦੀ ਜਿੱਦ ਕਰਕੇ ਸਾਰਾ ਕੁਝ ਖਤਮ ਕਰਨਾ ਦਾ ਤਹਈਆ ਕੀਤਾ ਹੋਇਆ ਆ, ਤਾਂ ਉਹਨੂੰ ਕੌਣ ਬਚਾ ਸਕਦਾ? ਉਹ ਅੱਜ ਦੇ ਦੌਰ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨਹੀਂ ਸਮਝਦੇ। ਚਲੋ ਖੁਸ਼ਹਾਲ ਜੀ, ਇਸ ਵਿਸ਼ੇ ਤੇ ਵੀ ਥੋੜੀ ਆਪਾਂ ਗੱਲ ਕਰਾਂਗੇ। ਮੈਂ ਸਰਨਾ ਸਾਹਿਬ ਆਉਣਾ, ਪਰ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਜਥੇਦਾਰ ਰਣਜੀਤ ਸਿੰਘ ਗੌਰ ਸਾਹਿਬ, ਜਥੇਦਾਰ ਸਾਬਕਾ ਪਟਨਾ ਸਾਹਿਬ ਸਾਡੇ ਨਾਲ ਜੁੜੇ ਇਸ ਚਰਚਾ ਦੇ ਵਿੱਚ। ਗੌਰ ਸਾਹਿਬ, ਜ਼ਰੂਰ ਜਾਣਨਾ ਚਾਹਾਂਗੇ ਕਿ ਕੀ ਖੁਸ਼ਹਾਲ ਸਿੰਘ ਜੀ ਦੇ ਵਿਚਾਰਾਂ ਨਾਲ ਤੁਸੀਂ ਸਹਿਮਤ ਹੋ ਵੀ ਜਦੋਂ ਸਿੱਖੀ ਨੂੰ, ਕਮੇਟੀ ਨੂੰ, ਪੰਥ ਦੇ ਵਿੱਚ ਜਦੋਂ ਸਾਡਾ ਰਸੂਖ ਸਰਕਾਰਾਂ ਅੰਦਰ ਘਟਣ ਲੱਗ ਪਿਆ, ਜਦੋਂ ਉਹਦੇ ਵਿੱਚ ਬੰਦੇ ਹਾਵੀ ਹੋਣ ਲੱਗ ਪਏ, ਉਹਦੇ ਵਿੱਚ ਤੁਹਾਡਾ ਇੱਕ ਵਿਚਾਰ ਸੀਗਾ, ਵਿਹਾਰ ਸੀ, ਉਹਦੀ ਬਜਾਏ ਇੱਕ ਪਰਿਵਾਰ ਹਾਵੀ ਹੋਣ ਲੱਗ ਗਿਆ ਤੇ ਦਿਨ ਸਾਨੂੰ ਦੇਖਣੇ ਪੈਣੇ ਸੀ। ਸਹਿਮਤ ਹੋ ਇਸ ਗੱਲ ਨਾਲ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀਆਂ ਪੰਥ ਦੀਆਂ ਮੁਅੱਜ਼ਜ਼ ਸ਼ਖਸੀਅਤਾਂ ਜੀ, ਮਾਨਯੋਗ ਸਰਨਾ ਜੀ, ਦਾਦੂਵਾਲ ਜੀ, ਆਪ ਜੀ ਸਾਰੇ ਇਸ ਤੇ ਚਰਚਾ ਕਰ ਰਹੇ ਹੋ। ਇੱਕ ਗੁਜ਼ਾਰਿਸ਼ ਮੈਂ ਆਪ ਜੀ ਨੂੰ ਕਰਨਾ ਚਾਹੁੰਦਾ ਕਿ ਜਦੋਂ ਤੱਕ ਅਸੀਂ ਵੱਖਰੇ ਵੱਖਰੇ ਰਵਾਂਗੇ, ਅਸੀਂ ਟੁੱਟ ਕੇ ਰਵਾਂਗੇ, ਅਲੱਗ-ਅਲੱਗ ਰਵਾਂਗੇ, ਉਹਨਾਂ ਚਿਰ ਸਾਡੇ ਤੇ ਹੋਰ ਜ਼ਿਆਦਾ ਭਿਆਨਕ ਦੌਰ ਆਏਗਾ। ਅਜੇ ਤੱਕ ਕੁਝ ਵੀ ਨਹੀਂ ਹੈ, ਸ਼ੁਰੂਆਤ ਹੈ। ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪੁਤਲੇ ਫੂਕੇ ਗਏ ਸੀ
ਪਟਨਾ ਸਾਹਿਬ ਉਦੋਂ ਸਾਡੀ ਕਮੇਟੀ ਉਹਦੇ ਵਿੱਚ ਸ਼ਾਮਲ ਸੀ। ਔਰ ਕਿਉਂ ਨਹੀਂ ਸਿੱਖ ਕੌਮ ਨੇ ਉਸ ਗੱਲ ਦਾ ਐਕਸ਼ਨ ਲਿਆ? ਕਿਉਂ ਨਹੀਂ ਸਿੱਖ ਕੌਮ ਮਿਲ ਕੇ ਬੈਠੀ? ਕਿਉਂ ਨਹੀਂ ਵਿਚਾਰ ਕੀਤੀ? ਇੱਕ ਬੰਦੇ ਤੇ ਇਲਜ਼ਾਮ ਲੱਗ ਜਾਂਦਾ, ਦੂਜੇ ਚੁੱਪ ਕਰਕੇ ਬੈਠ ਜਾਂਦੇ, ਦਰਵਾਜ਼ੇ ਬੰਦ ਕਰ ਲੈਂਦੇ ਨੇ। ਤਾਂ ਫਿਰ ਸਾਡੇ ਤੇ ਤਾਂ ਇਹ ਹੋਣਾ ਹੀ ਹੈ। ਅੱਜ ਕੋਈ ਨਵੀਂ ਗੱਲ ਨਹੀਂ। ਜਦ ਵੀ ਕੋਈ ਕਮਿਊਨਿਟੀ ਆਪਸ ਵਿੱਚ ਖੇਰੂ ਹੋਈ ਹੈ ਤਾਂ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੀ। ਇਸ ਲਈ ਬਿਹਤਰ ਹੈਗਾ ਅਸੀਂ ਮਿਲ ਕੇ ਚੱਲੀਏ, ਔਰ ਮਿਲ ਕੇ ਚੱਲਣ ਨਾਲ ਹੀ ਸਾਨੂੰ ਧਾਰਮਿਕ, ਸਮਾਜਿਕ ਔਰ ਹਰ ਤਰ੍ਹਾਂ ਨਾਲ ਜਿਹੜਾ ਉਹ ਕਾਮਯਾਬੀ ਮਿਲ ਸਕਦੀ ਹੈ। ਗੌਰ ਸਾਹਿਬ, ਸਿੱਖਾਂ ਦੀ ਕਮੇਟੀਆਂ ਨੂੰ, ਗੁਰਦੁਆਰੇ ਦੀ ਮੈਨੇਜਮੈਂਟ ਕਮੇਟੀਆਂ ਨੂੰ ਕੀ ਕੁਝ ਚੰਦ ਧਨਾੜ ਲੋਕ ਤੇ ਕੁਝ ਰਸੂਖਦਾਰ ਤੇ ਸਿਆਸਤਦਾਨ ਚਲਾ ਰਹੇ ਨੇ? ਦੇਖ, ਨਜ਼ਰ ਤਾਂ ਹੀ ਆ ਰਿਹਾ ਵੀ ਜਦ ਆਪਣੇ ਪਰਿਵਾਰਾਂ ਦੀ ਗੱਲ ਹੈ, ਆਪਣੀ ਪਦਵੀਆਂ ਦੀ ਗੱਲ ਹੈ, ਆਪਣੇ ਨਿਜਤਾ ਦੀ ਗੱਲ ਹੈ, ਭਾਵੇਂ ਉਹ ਗੁਰਦੁਆਰਾ ਹੋਵੇ, ਭਾਵੇਂ ਉਹ ਹੋਰ ਕੋਈ ਸੰਸਥਾ ਹੋਵੇ, ਸਾਨੂੰ ਸਿਰਫ ਪਦਵੀ ਚਾਹੀਦੀ ਹੈ। ਸਾਨੂੰ ਹੋਰ ਕੋਈ ਚਾਹੀਦਾ ਨਹੀਂ। ਨਾ ਸਾਨੂੰ ਗੁਰੂ ਨਾਲ ਕੋਈ ਮਤਲਬ ਹੈ, ਨਾ ਸਾਨੂੰ ਕੌਮ ਨਾਲ ਕੋਈ ਮਤਲਬ ਹੈ। ਦਿਨ ਰਾਤ ਜੋ ਕੁਝ ਮਰਜ਼ੀ ਹੁੰਦਾ ਜਾਏ, ਸਾਨੂੰ ਸਿਰਫ ਆਪਣੀ ਕੁਰਸੀ ਨਾਲ ਮਤਲਬ ਹੈ। ਸਰਨਾ ਸਾਹਿਬ, ਗੱਲ ਮੋਟੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਬਣਤਰ ਸੀ, ਜੋ ਉਹਦੇ ਹਿੱਸੇ ਕੰਮ ਸੀ, ਤੇ ਉਸ ਪਾਰਟੀ ਦੇ ਅਹੁਦੇਦਾਰ, ਨੁਮਾਇੰਦੇ, ਮੈਂਬਰਾਂ ਅਕਾਲੀ ਹੋਣ ਤੋਂ ਹੀ ਇਨਕਾਰੀ ਹੋ ਗਏ, ਤੇ ਜਿਸ ਦਾ ਨਤੀਜਾ ਜੋ ਸਾਡੇ ਸਾਹਮਣੇ ਹੈ। ਦੇਖੋ ਜੀ, ਗੱਲ ਹੈਗੀ, ਇਤਿਹਾਸ ਤੁਹਾਡੇ ਸਾਹਮਣੇ ਹੈਗਾ। ਜਦ ਦਾ 1920 ਦਾ ਅਕਾਲੀ ਦਲ ਬਣਿਆ, ਤਦ ਦੇ ਅਕਾਲੀ ਦਲ ਦੇ ਵਿੱਚ 2 ਧੜੇ ਰਹੇ ਨੇ, 3 ਧੜੇ ਰਹੇ ਨੇ, ਜਿੱਥੋਂ ਤੱਕ ਮੈਨੂੰ ਯਾਦ ਹੈਗਾ, ਕਿਉਂਕਿ ਪਰਿਵਾਰਕ ਪਿਛੋਕੜ ਅਕਾਲੀ ਹੈਗਾ। ਮਾਸਟਰ ਤਾਰਾ ਸਿੰਘ ਦਾ ਧੜਾ, ਬਾਬਾ ਖੜਕ ਸਿੰਘ ਦਾ ਧੜਾ, ਵਿਚਾਰਾਂ ਦੀ ਨਹੀਂ ਸੀ ਮੇਲ ਖਾਂਦਾ, ਤਾਂ ਵੀ ਫੈਸਲੇ ਪੰਥਕ ਹਿੱਤਾਂ ਦੇ ਵਿੱਚ ਕੀਤੇ ਜਾਂਦੇ ਸਨ। ਈਵਨ ਨਨਕਾਣਾ ਸਾਹਿਬ ਤੇ ਜਿਹੜਾ ਸਾਕਾ ਹੋਣ ਉਹ ਕਦੇ 2 ਧੜੇ ਬਣ ਗਏ ਸਨ। ਇੱਕ ਨੇ ਕਿਹਾ ਜਾਓ, ਇੱਕ ਨੇ ਕਿਹਾ ਨਾ ਜਾਓ। ਬਾਬਾ ਖੜਕ ਸਿੰਘ ਤੋਂ ਬਾਅਦ ਗਿਆਨੀ ਸ਼ੇਰ ਸਿੰਘ ਦਾ ਧੜਾ ਸੀ, ਮਾਸਟਰ ਜੀ ਦਾ ਧੜਾ ਸੀ। ਇਹ ਧੜੇ ਬੰਦੀ ਅਕਾਲੀ ਦਲ 'ਚ ਸ਼ੁਰੂ ਤੋਂ ਰਹੀ ਹੈ, ਪਰ ਅਕਾਲੀ ਦਲ ਉਹਨਾਂ ਨੇ ਕਮਜ਼ੋਰ ਨਹੀਂ ਕੀਤਾ। ਆਪਣੀਆਂ ਰਾਵਾਂ, ਆਪਣੀਆਂ ਸੇਵਾਵਾਂ ਅਕਾਲੀ ਦਲ ਨੂੰ ਤਗੜਾ ਕਰਨ ਵਾਸਤੇ ਦਿੱਤੀਆਂ ਜੀ। ਇਸ ਵਾਸਤੇ ਅਸੀਂ ਅੱਜ ਦਾ ਸਾਡਾ ਮਸਲਾ ਹੈਗਾ ਕਿ ਜਿਹੜਾ ਐਡਮਿਨਿਸਟ੍ਰੇਟਰ ਹਜ਼ੂਰ ਸਾਹਿਬ ਲਾਇਆ ਗਿਆ, ਉਹ ਜਾਇਜ਼ ਲਾਇਆ ਗਿਆ ਕਿ ਨਜਾਇਜ਼ ਲਾਇਆ ਗਿਆ? ਇਸ ਦੇ ਬਾਰੇ ਅਸੀਂ ਜੇ ਗੱਲ ਕਰਦੇ ਹਾਂ ਤੇ ਸਰਕਾਰ ਦੇ ਖਿਲਾਫ ਕਰਨੀ ਪੈਂਦੀ ਹੈ। ਅਸੀਂ ਉਹ ਤੇ ਕਰਦੇ ਨਹੀਂ ਪਏ ਵੀ ਕਿਹੜੀ ਸਰਕਾਰ ਨੇ ਲਾਇਆ, ਕਿਹਨੇ ਲਾਇਆ। ਸੈਂਟਰਲ 'ਚ ਬੀਜੇਪੀ, ਮਹਾਰਾਸ਼ਟਰ 'ਚ ਬੀਜੇਪੀ ਦੀ ਸਰਕਾਰ ਹੈ, ਭਾਵੇਂ ਉਹ ਨਾਮ ਮਾਤਰ ਬੈਠਾ ਹੋਇਆ ਟਿੰਕੂ ਰਾਮ, ਪਰ ਹੁਕੂਮਤ ਬੀਜੇਪੀ ਦੀ ਚਲਦੀ ਪਈ ਹੈ। ਅਸੀਂ ਉਸ ਦਾ ਤੇ ਕੋਈ ਸਵਾਲ ਨਹੀਂ ਪੁੱਛ ਰਹੇ, ਔਰ ਅਸੀਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਕਮਜ਼ੋਰੀ ਤੇ ਬਿਆਨ ਦੇ ਰਹੇ ਹਾਂ ਆਪਣਾ। ਤੁਸੀਂ ਮੈਨੂੰ ਇਹ ਦੱਸੋ ਨਾ, ਅਕਾਲੀ ਦਲ ਚੋਂ ਜਿਹੜੇ ਨਿਕਲ ਕੇ ਬੀਜੇਪੀ ਨੂੰ ਗਏ ਨੇ, ਅੱਜ ਉਹਨਾਂ ਕੀ ਕੀਤਾ ਜੀ? ਦੱਸੋ ਮੈਨੂੰ। ਪਿਛਲੇ 5 ਸਾਲਾਂ 'ਚ ਕੀ ਸਵਾਰਿਆ ਜੀ? ਕੀ ਸਵਾਰਿਆ ਜੀ? ਹੁਣ ਬਾਬਾ ਦਾਦੂਵਾਲ ਨਾਲ ਸੰਬੰਧ ਬਣੇ ਵੀ ਰਹੇ, ਥੋੜੇ ਢਿੱਲੇ ਵੀ ਹੋ ਗਏ, ਚਲੋ ਕੋਈ ਗੱਲ ਨਹੀਂ, ਵਕਤ ਆਏਗਾ ਬਰਾਬਰ ਬਣਨਗੇ। ਪਰ ਇਹਨਾਂ ਨੇ ਉਸ ਵਕਤ ਆਵਾਜ਼ ਕਿਉਂ ਨਾ ਉਠਾਈ ਜਦ ਮਹੰਤ ਕਰਮਜੀਤ ਸਿੰਘ ਚੀਫ ਮਿਨਿਸਟਰ ਦੇ ਪੈਰਾਂ ਤੇ ਪੈ ਗਿਆ ਪ੍ਰਧਾਨਗੀ ਪਿੱਛੇ? ਕੀ ਦੱਸੋ ਜੀ, ਤੁਸੀਂ ਕੀ ਖੱਟਿਆ ਹਰਿਆਣਾ ਕਮੇਟੀ ਬਣਾ ਕੇ? ਹਰਿਆਣਾ ਕਮੇਟੀ ਦੀਆਂ ਚੋਣਾਂ ਅਸੀਂ ਦੂਜਿਆਂ ਨੂੰ ਕਹਿੰਦੇ ਹਾਂ, ਪਰ ਆਪਣੀਆਂ ਵੀ ਤਾਂ ਚੋਣਾਂ ਕਰਾਈਏ। ਕੋਈ ਹਟਾ ਕਮੇਟੀ ਬਣਾਉਣ ਵਾਸਤੇ ਥੋੜੀ ਹਰਿਆਣਾ ਕਮੇਟੀ ਬਣਾਈ ਹੈ। ਪਰ ਅਸਲ ਮੈਂ ਕਹਿਣਾ ਚਾਹੁੰਦਾ ਵਾਂ ਬਈ ਅਸੀਂ ਇਹ ਦੱਬੀਏ ਕਿ ਇਹਨਾਂ ਨੇ ਜੁਰਤ ਕਿਵੇਂ ਕੀਤੀ ਹਿੰਦੂ ਐਡਮਿਨਿਸਟ੍ਰੇਟਰ ਨਾਲ। ਚਲੋ ਠੀਕ ਹੈ, ਤੁਸੀਂ ਸਰਨਾ ਸਾਹਿਬ ਨਵੀਂ ਗੱਲ ਛੇੜੀ ਹੈ। ਮੈਂ ਦਾਦੂਵਾਲ ਸਾਹਿਬ ਨੂੰ ਪੁੱਛਦਾ। ਦਾਦੂਵਾਲ ਸਾਹਿਬ ਸਾਡੇ ਨਾਲ ਹਲੇ ਮੇਰੇ ਖਿਆਲ ਨਾਲ ਰਾਬਤਾ ਕਾਇਮ ਨਹੀਂ। ਚਲੋ ਖੁਸ਼ਹਾਲ ਜੀ, ਗੱਲ ਇਹ ਹੈ ਜੋ ਸਰਨਾ ਸਾਹਿਬ ਨੇ ਗੱਲ ਇੱਥੇ ਮੁੱਦਾ ਹੁਣ ਛੇੜਿਆ, ਉਹ ਕਹਿ ਰਹੇ ਆ ਕਿ ਜਿਹੜੀ ਗੱਲ ਬੋਲਣ ਵਾਲੀ ਆ ਉਹ ਅਸੀਂ ਬੋਲਦੇ ਨਹੀਂ, ਜਾਂ ਡਰਦੇ ਆ, ਜਾਂ ਸਾਨੂੰ ਸਰਕਾਰ ਦਾ ਕੋਈ ਡਰ ਸਤਾਉਂਦਾ ਵੀ। ਮਸਲਾ ਤਾਂ ਇਹ ਹੈ ਵੀ ਗੈਰ ਸਿੱਖ ਲਾ ਦਿੱਤਾ ਗਿਆ ਦੋਵੇਂ ਥਾਵਾਂ ਤੇ, ਕੇਂਦਰ ਤੇ ਸੂਬੇ 'ਚ ਬੀਜੇਪੀ ਦੀ ਸਰਕਾਰ ਹੈ, ਉਹਦੇ ਖਿਲਾਫ ਬੋਲਦੇ ਨਹੀਂ, ਬੋਲੀ ਕਮੇਟੀ ਤੇ ਅਕਾਲੀ ਦਲ ਦੇ ਖਿਲਾਫ ਜਾਂਦੇ ਹੋ।
ਹਾਂ ਬਿਲਕੁਲ, ਇਹ ਨਵਜੋਤ ਜੀ ਇੱਕ ਬੜੀ ਗੱਲ ਕਲੀਅਰ ਹੈ ਉਸ ਪਾਰਟੀ ਬਾਰੇ, ਕਿਉਂਕਿ ਇਹਦਾ ਜਨਮ ਹੈ ਜਿਹੜਾ ਉਸੇ ਵੇਲੇ ਹੋਇਆ ਜਦੋਂ ਅਕਾਲੀ ਦਲ ਦਾ ਜਨਮ ਹੋਇਆ। ਉਹਦੇ ਨਾਲ ਜਿਹੜੀ ਹਿੰਦੂ ਮਹਾਸਭਾ ਬਣੀ ਉਹਦੇ ਵਿੱਚੋਂ ਸ਼ਾਖ ਹੈ ਜਿਹੜੀ ਬੀਜੇਪੀ ਤੇ RS ਦੇ ਵਿੱਚ ਜਾਂਦੀ ਹੈ। ਤੇ ਇਸ ਕਰਕੇ ਉਹ ਸਿੱਖਾਂ ਦੇ ਹੱਕ 'ਚ ਕੋਈ ਫੈਸਲਾ ਲਏਗੀ, ਕੋਈ ਸਿੱਖ ਸਮਾਜ ਸੋਚ ਨਹੀਂ ਸਕਦਾ। ਜੇ ਉਹ ਕੋਈ ਵੀ ਫੈਸਲਾ ਹੈਗਾ, ਸਰਕਾਰ ਤੇ ਕਿਸੇ ਨਾ ਕਿਸੇ ਦੀ ਹੁੰਦੀ ਹੈ। ਦੇਖੋ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੁਹਾਨੂੰ ਕੰਮ ਵੀ ਕਰਨਾ ਪੈਂਦਾ, ਤੁਸੀਂ ਬਾਈਕਾਟ ਤਾਂ ਕਿਸੇ ਸਰਕਾਰ ਦਾ ਨਹੀਂ ਕਰ ਸਕਦੇ। ਪਾਰਟੀ ਦੀ ਜਿਹੜੀ ਨੀਤੀ ਹੈ ਜਾਂ ਨੀਤ ਹੈ ਉਹਦੇ ਬਾਰੇ ਸਪਸ਼ਟ ਹੈ, ਸਿੱਖਾਂ ਦੇ ਫੇਵਰ 'ਚ ਨਾ ਪਹਿਲਾਂ ਰਹੀ ਹੈ ਇਤਿਹਾਸ ਦੇ ਵਿੱਚ, ਨਾ ਅੱਗੇ ਕੋਈ ਰਹਿ ਸਕਦੀ ਹੈ। ਠੀਕ ਹੈ, ਉਹਦੀਆਂ ਆਪਣੀਆਂ ਪੋਲੀਟੀਕਲ ਮਜਬੂਰੀਆਂ ਜਿਹਦੇ ਕਰਕੇ ਉਹ ਕਾਂਗਰਸ ਵੱਲੋਂ ਕੀਤੇ ਜਿਹੜੇ ਕੰਮ ਹੈ ਉਹਨਾਂ ਨੂੰ ਜਿਹੜੀ ਆ ਉਹ ਮੁੱਖ ਤੌਰ ਤੇ ਜਿਹੜੀ ਆ ਉਹ ਲੈ ਕੇ ਆਉਂਦੀ ਆ, ਦੱਸਦੀ ਆ। ਉਹ ਦਿੱਲੀ ਦੰਗਿਆਂ ਦਾ ਮਸਲਾ ਹੋਵੇ, ਹੋਰ ਕੋਈ ਮਸਲਾ ਹੋਵੇ, ਜਾਂ 84 ਜੂਨ 84 ਦੀ ਗੱਲ ਹੋਵੇ, ਉਹਦੇ ਤੇ ਉਹ ਗੱਲ ਕਰਦੇ ਆ। ਲੇਕਿਨ ਜਿਹੜਾ ਅਸੀਂ ਗੱਲ ਕਰੀਏ ਵੀ ਹੁਣ ਜਿਹੜਾ ਅੱਜ ਮਸਲਾ ਹੈਗਾ ਆ, ਉਹ ਇਹਦੇ ਚ ਕੋਈ ਪਾਰਟੀ, ਕੋਈ ਸਿੱਖ ਵੀ ਨਹੀਂ ਕਹਿ ਸਕਦਾ ਕਿ ਗੈਰ ਸਿੱਖ ਨੂੰ ਲਾਉਣਾ ਉੱਥੇ ਜਿਹੜਾ ਉਹ ਦਰੁਸਤ ਹੈ ਜਾਂ ਉਹਨਾਂ ਦਾ ਫੈਸਲਾ ਠੀਕ ਹੈ। ਹਰੇਕ ਬੰਦੇ ਨੂੰ ਹਰੇਕ ਨੂੰ ਕੰਡੈਮ ਕਰਨਾ ਚਾਹੀਦਾ, ਸਖਤ ਨਿੰਦਾ ਕਰਨੀ ਚਾਹੀਦੀ ਆ, ਔਰ ਸਰਕਾਰ ਨੂੰ ਇਹ ਜਿਹੜਾ ਫੈਸਲਾ ਵਾਪਸ ਲੈਣਾ ਚਾਹੀਦਾ। ਉੱਥੇ ਕੋਈ ਸਿੱਖੀ ਸਰੂਪ ਵਾਲਾ ਸਿੱਖ ਬੰਦਾ ਹੈ ਜਿਹੜਾ ਉਹ ਲਾਉਣਾ ਚਾਹੀਦਾ। ਲੇਕਿਨ ਇਹ ਜਿਹੜਾ ਇਸ਼ੂ ਹੈ, ਹਾਲਾਤ ਪੈਦਾ ਕਿਉਂ ਹੋਏ, ਇਹ ਜ਼ਰੂਰਤ ਕਿਉਂ ਪਈ ਕਿਸੇ ਸਰਕਾਰ? ਗੱਲ ਤਾਂ ਉਹਦੀ ਹੈ ਜਦੋਂ ਤੁਹਾਡਾ ਕਿੱਲਾ ਕਮਜ਼ੋਰ ਹੋਏਗਾ ਤੇ ਇਹਦੇ ਫੈਸਲੇ ਨਹੀਂ, ਗੱਲ ਉੱਥੇ ਗੱਲ ਸ਼ੁਰੂ ਹੀ ਉੱਥੋਂ ਹੋਈ ਸੀ, ਮੈਂ ਵੀ ਉੱਥੋਂ ਹੀ ਕੀਤੀ ਸੀ। ਪਰ ਜਿਹੜਾ ਸਰਨਾ ਸਾਹਿਬ ਦਾ ਮਲਾਲ ਹੈ, ਦਾਦੂਵਾਲ ਸਾਹਿਬ ਨੂੰ ਖੈਰ ਇਹ ਸਵਾਲ ਸੀਗਾ, ਦਾਦੂਵਾਲ ਸਾਹਿਬ ਸਾਡੇ ਨਾਲ ਦੁਬਾਰਾ ਤੋਂ ਜੁੜ ਗਏ। ਦਾਦੂਵਾਲ ਸਾਹਿਬ, ਗੱਲ ਇਹ ਹੈ, ਉਹ ਕਹਿੰਦੇ ਵੀ ਤੁਹਾਡੇ ਵੀ ਜਿਹੜੇ ਆਪਸ ਦੇ ਵਿੱਚ ਸਿਆਸੀ ਰਿਸ਼ਤੇ ਚੰਗੇ ਰਹੇ ਆ ਬੀਜੇਪੀ ਦੇ ਨਾਲ, ਸ਼ਾਇਦ ਹੁਣ ਵੀ ਹੋ ਸਕਦੇ ਆ, ਵੀ ਸ਼ਾਇਦ ਉਹ ਡਰ ਸਤਾ ਰਿਹਾ ਹੋਵੇ, ਇਸ ਕਰਕੇ ਤੁਸੀਂ ਉਹਨਾਂ ਦੀ ਮੁਖਾਲਫਤ ਖੁੱਲ੍ਹ ਕੇ ਨਹੀਂ ਕਰ ਰਹੇ, ਬਜਾਏ ਕਿ ਆਪਣੇ ਘਰ ਦੇ ਵਿੱਚ ਆਪਣਿਆਂ ਦੇ ਪ੍ਰਤੀ ਕਿੰਤੂ ਪਰੰਤੂ ਕਰਨ ਦੇ ਸਵਾਲ ਬੀਜੇਪੀ ਤੇ ਚੁੱਕਣੇ ਚਾਹੀਦੇ ਆ ਕਿ ਕੇਂਦਰ ਤੇ ਸੂਬੇ ਦੇ ਵਿੱਚ ਦੋਵਾਂ ਦੀ ਸਰਕਾਰ ਹੈ ਜਿਨ੍ਹਾਂ ਨੇ ਇਹ ਫੈਸਲਾ ਕਰਵਾਇਆ। ਦੇਖੋ ਧਾਲੀਵਾਲ ਸਾਹਿਬ ਜਦੋਂ ਬੋਲ ਰਹੇ ਸੀ, ਮੇਰਾ ਨੈਟਵਰਕ ਚਲੇ ਗਿਆ ਸੀ, ਮੈਂ ਦੁਬਾਰਾ ਆਇਆ, ਤੁਸੀਂ ਮੈਨੂੰ ਉਹਨਾਂ ਦਾ ਸਵਾਲ ਦੇਣਾ ਹੈ, ਜੇ ਇਹੀ ਸਵਾਲ ਆ ਤਾਂ ਮੈਂ ਇਹਦਾ ਜਵਾਬ ਦੇਣਾ। ਜੀ ਇਹੀ ਦੇਖੋ, ਮੈਂ ਪਹਿਲਾਂ ਕਹਿ ਚੁੱਕਿਆ ਵੀ ਜੇ ਤਾਂ ਅਚਨਚੇਤ ਗੱਲ ਹੋਈ ਆ ਤਾਂ ਸੁਧਾਰ ਲਈ ਜਾਊਗੀ, ਜੇਕਰ ਜਾਣਬੁੱਝ ਕੇ ਕੀਤੀ ਆ ਤਾਂ ਮੈਂ ਨਿਖੇਧੀ ਕਰਦਾ, ਜੇ ਸਾਜ਼ਿਸ਼ ਦੇ ਤਹਿਤ ਆ ਤਾਂ ਉਸ ਦਿਨ ਵਿਰੋਧ ਕੀਤਾ ਸੀ ਜਿਸ ਦਿਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇੱਕ ਮਹੰਤ ਨੂੰ ਲਾਇਆ ਗਿਆ ਸੀ, ਔਰ ਮੈਂ ਕਿਹਾ ਸੀ ਉਸ ਦਿਨ ਵੀ ਵਿਰੋਧ ਕਰਕੇ ਮੈਂ ਬਕਾਇਦਾ ਮੀਟਿੰਗ ਦੇ ਵਿੱਚੋਂ ਜਦੋਂ ਚੋਣ ਹੋ ਰਹੀ ਸੀ ਤਾਂ ਮੈਂ ਵਾਕਆਊਟ ਕਰ ਆਇਆ ਸੀਗਾ ਕਿ 1921 ਚ ਅਸੀਂ ਮਹੰਤਾਂ ਤੋਂ ਯਾਦ ਕਰਾਏ ਸੀਗੇ। ਫਿਰ ਮਹੰਤ ਨੂੰ ਜਿਹੜਾ ਸਾਡੇ ਗੁਰਦੁਆਰਿਆਂ ਦੀ ਵਾਗਡੋਰ ਦੇਤੀ ਹੈ, ਜਿਸ ਮਹੰਤ ਨੂੰ ਗੁਰ ਮਰਿਆਦਾ ਦਾ ਹੀ ਨਹੀਂ ਪਤਾ, ਗੁਰ ਸਿਧਾਂਤ ਦਾ ਹੀ ਨਹੀਂ ਪਤਾ, ਤਾਂ ਮੈਂ ਉਸ ਦਿਨ ਵੀ ਵਿਰੋਧ ਕੀਤਾ ਸੀਗਾ ਤੇ ਮੈਂ ਅੱਜ ਵੀ ਵਿਰੋਧ ਕਰ ਰਿਹਾ ਕਿ ਹੁਣ ਜਿਹੜੇ ਲਾਏ ਗਏ ਆ ਉੱਥੇ ਪ੍ਰਸ਼ਾਸਕ, ਇਹਨਾਂ ਨੂੰ ਨਾ ਮਰਿਆਦਾ ਦਾ ਪਤਾ, ਨਾ ਇਹਨਾਂ ਨੂੰ ਸੂਲਾਂ ਦਾ, ਸਿਧਾਂਤਾਂ ਦਾ, ਇਹਨਾਂ ਨੂੰ ਸਿੱਖੀ ਬਾਰੇ ਕੀ ਪਤਾ। ਔਰ ਪਤਾ ਵੀ ਹੋਵੇ, ਮੰਨ ਲਓ ਪੜ੍ਹਿਆ ਲਿਖਿਆ ਹੋਵੇ, ਕਿਤਾਬੀ ਗਿਆਨ ਹੋਵੇ ਵੀ, ਤਾਂ ਇਹਨਾਂ ਦਾ ਜਿਹੜੀ ਸਗਲ ਸੂਰਤ ਆ ਉਹ ਕਿਸੇ ਤਰ੍ਹਾਂ ਵੀ ਐਕਸੈਪਟ ਨਹੀਂ ਹੋ ਸਕਦੀ ਗੁਰੂ ਘਰ ਦੇ ਪ੍ਰਬੰਧ ਤੌਰ ਤੇ, ਪ੍ਰਸ਼ਾਸਕ ਤੌਰ ਤੇ। ਉਸ ਵਾਸਤੇ ਮੈਂ ਕੰਡੈਮ ਕਰ ਚੁੱਕਾ। ਪਰ ਅਸਲ ਉਹ ਕਹਿੰਦੇ ਨਾ ਆਪ ਨੜੇ ਗਰੀਵਾਨ ਮੈਂ ਸਿਰ ਨੀਵਾਂ ਕਰ ਦੇ, ਸਾਨੂੰ ਆਪਣੇ ਗਰੀਵਾਨ ਚ ਝਾਤ ਮਾਰਨ ਦੀ ਲੋੜ ਹੈ ਵੀ ਇਹ ਜਿਹੜੀਆਂ ਮੁਸੀਬਤਾਂ, ਇਹ ਮੁਸ਼ਕਲਾਂ ਆਈਆਂ ਕਿਉਂ ਨੇ। ਮੈਂ ਸਰਨਾ ਸਾਹਿਬ ਨੂੰ ਇਹ ਸਲਾਹ ਦਿਆਂਗਾ ਕਿ ਸਰਨਾ ਸਾਹਿਬ ਨੇ ਵੀ ਦੇਖੋ ਉਸ ਵੇਲੇ ਜਦੋਂ ਹਰਿਆਣਾ ਕਮੇਟੀ ਬਣੀ ਹੈ, ਸਰਨਾ ਸਾਹਿਬ ਨੇ ਪੂਰੇ ਜ਼ੋਰ ਸ਼ੋਰ ਦੇ ਨਾਲ ਉਹ ਬਣਵਾਈ ਸੀ, ਕਿਉਂਕਿ ਉਸ ਵੇਲੇ ਚੌਧਰੀ ਭੁਪਿੰਦਰ ਸਿੰਘ ਹੁੱਡਾ ਸੀਗੇ, ਉਹ ਕਾਂਗਰਸ ਦੇ ਸੀ, ਸਰਨਾ ਸਾਹਿਬ ਉਹਨਾਂ ਦੇ ਵੀ ਕਾਂਗਰਸ ਨਾਲ ਚੰਗੇ ਤਾਲੁਕਾਤ ਸੀਗੇ। ਮੈਡਮ ਸੋਨੀਆ ਗਾਂਧੀ ਦੇ ਉਸ ਤੱਕ ਉਹਨਾਂ ਦੀ ਰੋਕ ਟੋਕ ਬਿਨਾਂ ਕਾਰ ਜਾਂਦੀ ਸੀਗੀ ਸਰਦਾਰ ਸਰਨਾ ਸਾਹਿਬ ਦੀ। ਅੱਜ ਹੈ ਜਾਂ ਨਹੀਂ ਇਹ ਤਾਂ ਸਰਨਾ ਸਾਹਿਬ ਦੱਸ ਸਕਦੇ ਆ ਕਿ ਅੱਜ ਉਹ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਜੁਆਇਨ ਕਰ ਲਿਆ। ਪਰ ਮੈਂ ਇਸ ਪਾਸੇ ਨਹੀਂ ਵਧਣਾ ਚਾਹੁੰਦਾ, ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਜਿੱਥੇ ਸਹੀ ਆ ਉੱਥੇ ਸਹੀ ਕਹਾਂਗੇ, ਜਿੱਥੇ ਗਲਤ ਆ ਉੱਥੇ ਗਲਤ ਕਹਾਂਗੇ। ਜਿੱਥੇ ਕੇਂਦਰ ਸਰਕਾਰ ਨੇ ਚੰਗਾ ਕੀਤਾ ਅਸੀਂ ਸ਼ਲਾਘਾ ਕੀਤੀ ਹੈ, ਇੱਕ ਆਤਮ ਚਿੰਤਨ ਕਰ ਰਹੇ ਹਾਂ। ਦਾਦੂਵਾਲ ਸਾਹਿਬ, ਗੱਲ ਇਹ ਵੀ ਹੈ ਵੀ ਗੱਲ ਉਹ ਜਿਵੇਂ ਖੁਸ਼ਹਾਲ ਭਾਜੀ ਹੋਰਾਂ ਨੇ ਗੱਲ ਕਹੀ ਹੈ ਨਾ ਵੀ ਸਾਨੂੰ ਇਹ ਦੇਖਣਾ ਲੱਭਣਾ ਹੋਏਗਾ ਵੀ ਇਹਨਾਂ ਰਾਹਾਂ ਨੂੰ ਇੱਥੇ ਤੱਕ ਲਿਜਾਣ ਲਈ ਪੱਧਰਾ ਕਿਹਨਾਂ ਨੇ ਕੀਤਾ ਤੇ ਕਿਹੜੀਆਂ ਚੀਜ਼ਾਂ ਨੇ, ਕਿਹੜੀਆਂ ਕੋਝੀਆਂ ਸਾਜ਼ਿਸ਼ਾਂ ਜਾਂ ਹਰਕਤਾਂ ਨੇ ਕੀਤਾ। ਸਰਨਾ ਸਾਹਿਬ, ਗੱਲ ਧਾਲੀਵਾਲ ਸਾਹਿਬ ਸਰਨਾ ਸਾਹਿਬ ਅੱਜ ਮੁਨਕਰ ਹੋ ਜਾਣ ਤਾਂ ਮੈਂ ਕਹਿ ਨਹੀਂ ਸਕਦਾ, ਮੈਨੂੰ ਲੱਗਦਾ ਵੀ ਉਹ ਮੁਨਕਰ ਨਹੀਂ ਹੋਣਗੇ। ਉਹ ਤਾਂ ਖੁਦ ਕਹਿੰਦੇ ਰਹੇ ਆ ਕਿ ਇਹਨਾਂ ਰਾਹਾਂ ਤੇ ਲਿਜਾਣ ਵਾਸਤੇ ਬਾਦਲ ਪਰਿਵਾਰ ਦਾ ਵੱਡਾ ਯੋਗਦਾਨ, ਕਿ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਇੱਥੋਂ ਤੱਕ ਲੈ ਗਿਆ, ਸ਼੍ਰੋਮਣੀ ਕਮੇਟੀ ਨੂੰ ਇੱਥੋਂ ਤੱਕ ਲੈ ਗਿਆ। ਅੱਜ ਜੇ ਮਹਾਰਾਸ਼ਟਰ ਸਰਕਾਰ ਦੀ ਯੁਰਤ ਪਈ ਆ ਜਾਂ ਕੇਂਦਰ ਸਰਕਾਰ ਦੀ ਯੁਰਤ ਪਈ ਆ ਤੇ ਉਹ ਤਾਂ ਪਈ ਆ
ਕਿ ਅਸੀਂ ਖੁਦ ਇਹਨਾਂ ਸੰਸਥਾਵਾਂ ਨੂੰ, ਇਹਨਾਂ ਪ੍ਰਬੰਧਾਂ ਨੂੰ ਕਮਜ਼ੋਰ ਕੀਤਾ। ਮੈਂ ਤਾਂ ਸਾਰਾ ਕੁਝ ਸੰਤਾਪ ਝੱਲਿਆ ਹੋਇਆ। ਸਰਨਾ ਸਾਹਿਬ ਹੁਣੀ ਤਾਂ ਜ਼ਮਾਨਤਾਂ ਕਰਾਉਣ ਵਾਲੇ ਪਾਸੇ ਹੁੰਦੇ ਸੀ ਮੇਰੇ, ਜਦੋਂ ਮੈਨੂੰ ਅੰਦਰ ਦਿੱਤਾ ਹੁੰਦਾ ਸੀ ਬਾਦਲਾਂ ਨੇ। ਤੇ ਸਰਨਾ ਸਾਹਿਬ ਹੁਣੀ ਤਾਂ ਉਦੋਂ ਜਿੱਥੇ ਇਹਨਾਂ ਕੋ ਕਹਿ ਹੁੰਦਾ ਸੀ ਕਹਿੰਦੇ ਸੀਗੇ। ਸਰਨਾ ਸਾਹਿਬ ਹੁਣੀ ਵੀ ਉਸ ਧੱਕੇਸ਼ਾਹੀ ਬਾਰੇ ਜਾਣਦੇ ਸੀਗੇ। ਸਿੱਖੀ ਦੀ ਗੱਲ ਕਰਨ ਵਾਲੇ ਨੂੰ ਤੇ ਅੰਦਰ ਦਿੰਦੇ ਰਹੇ ਆ, ਤੇ ਸੌਦਾ ਸਾਧ ਵਰਗਿਆਂ ਨੂੰ ਪੁਸਤ ਪਣਾਈ ਕਰਦੇ ਰਹੇ ਆ, ਤੇ ਅਜਰਾ ਆਲਮ ਵਰਗਿਆਂ ਨੂੰ ਅਹੁਦੇ ਦਿੰਦੇ ਰਹੇ। ਸੋ ਇਸ ਕਾਰਨ ਕਰਕੇ ਇੱਥੋਂ ਤੱਕ ਲਿਜਾਣ ਲਈ ਇਹੀ ਜ਼ਿੰਮੇਵਾਰ ਆ ਜਿਹੜੇ ਅੱਜ ਵੀ ਕਾਬਜ ਆ। ਤਾਂ ਹੀ ਸਾਡੀ ਇੱਕੋ ਜਦੋਜਹਿਦ ਆ। ਸ਼੍ਰੋਮਣੀ ਅਕਾਲੀ ਦਲ ਨਾਲ ਸਾਡਾ ਕੋਈ ਵਿਰੋਧ ਨਹੀਂ, ਸ਼੍ਰੋਮਣੀ ਕਮੇਟੀ ਨਾਲ ਕੋਈ ਵਿਰੋਧ ਨਹੀਂ ਆ। ਉਹ ਸਾਡੀਆਂ ਸੰਸਥਾਵਾਂ ਨੇ, ਅਸੀਂ ਉਹਨਾਂ ਨੂੰ ਹੋਰ ਨਿਘਾਰ ਤੋਂ ਜਾਣ ਲਈ ਬਚਾਉਣਾ ਚਾਹੁੰਦੇ ਆ ਕਿ ਇਹ ਜਿਹੜਾ ਪਰਿਵਾਰ ਆ ਇਹਨੂੰ ਪਾਸੇ ਕਰ ਦਿਓ। ਸ਼੍ਰੋਮਣੀ ਅਕਾਲੀ ਦਲ ਵੀ ਸਰਵਾਈਵ ਕਰੂਗਾ, ਸ਼੍ਰੋਮਣੀ ਕਮੇਟੀ ਵੀ ਸਰਵਾਈਵ ਕਰੂਗੀ, ਪਰ ਜਿੰਨਾ ਚਿਰ ਇਹਨਾਂ ਸੰਸਥਾਵਾਂ ਤੇ ਬਾਦਲ ਪਰਿਵਾਰ ਦਾ ਪਰਛਾਵਾਂ ਪੈਂਦਾ ਰਹੂਗਾ। ਚਲੋ ਮੈਂ ਦਾਦੂਵਾਲ ਸਾਹਿਬ ਤੁਹਾਡੇ ਸਾਰੇ ਕਿੰਤੂ ਪਰੰਤੂ ਸਵਾਲਾਂ ਦਾ ਜਵਾਬ ਸਰਨਾ ਸਾਹਿਬ ਦੇਣ ਲਈ ਤਿਆਰ ਹੈ। ਉਸ ਤੋਂ ਬਾਅਦ ਮੇਰਾ ਸਵਾਲ ਹੈ ਜਥੇਦਾਰ ਸਾਹਿਬ ਤੋਂ ਹੋਊਗਾ। ਹਾਂਜੀ ਸਰਨਾ ਸਾਹਿਬ। ਦੇਖੋ ਗੱਲ ਹੈ ਕਿ ਜੀ ਜਥੇਦਾਰ ਸਾਹਿਬ ਨਾ ਗੁੜ ਚ ਲਪੇਟ ਕੇ ਮੈਨੂੰ ਗੱਲ ਕਰ ਰਹੇ ਨੇ ਜੀ। ਮੈਂ ਜਵਾਬ ਦੇਣਾ ਚਾਹੁੰਦਾ, ਮੈਂ ਸੋਨੀਆ ਗਾਂਧੀ ਨੂੰ ਜੇ ਮਿਲਿਆ ਹੋਣਾ ਤੇ ਆਪਣੇ ਕਿਸੇ ਕੰਮ ਵਾਸਤੇ ਨਹੀਂ ਮਿਲਿਆ ਜੀ, ਨਾ ਆਪਣੀ ਸਿਫਾਰਿਸ਼ ਪਵਾਈ ਹੈ ਤੇ ਨਾ ਕੋਈ ਨਿੱਜੀ ਕੰਮ ਲਿਆ ਹੈ ਜੀ। ਕਿਸੇ ਵੀ ਸਰਕਾਰ ਕੋਲੋਂ ਮੈਂ ਕੰਮ ਨਹੀਂ ਲਏ। ਜੇ ਮਿਲਿਆ ਸੋਨੀਆ ਗਾਂਧੀ ਨੂੰ ਤੇ ਘੱਟੋ ਘੱਟ 4 ਵਾਰ ਮੈਨੂੰ ਮਿਲਿਆ। ਦਵਿੰਦਰਪਾਲ ਸਿੰਘ ਪ੍ਰੋਫੈਸਰ ਦੀ ਜਿਹੜੀ ਫਾਂਸੀ ਦੀ ਸਜ਼ਾ ਮੈਨੂੰ ਅਮਰੀਕਾ ਤੋਂ ਆ ਗਿਆ ਸੀ ਵੀ ਅੱਜ ਸਵੇਰੇ ਫਾਂਸੀ ਹੋ ਜਾਣੀ ਹੈ, ਉਹਨਾਂ ਨੂੰ ਰੋਕਣ ਨਹੀਂ ਮਿਲਿਆ ਔਰ ਉਸ ਨੂੰ ਫਾਂਸੀ ਦੀ ਸਜ਼ਾ ਤੋਂ ਉਮਰ ਕੈਦ ਤਬਦੀਲ ਕਰਵਾਇਆ। ਅੱਜ ਹਰਿਆਣਾ ਨਾ ਕਿ ਦਿੱਲੀ ਦੀ ਜਿਹੜੀ ਆਪ ਦੀ ਸਰਕਾਰ ਹੈ ਉਹ ਇੱਕ ਦਸਤਖਤ ਕਰੇ ਤੇ ਦਵਿੰਦਰਪਾਲ ਸਿੰਘ ਬਾਹਰ ਆਉਂਦਾ ਹੈ। ਮੈਂ ਇਹ ਗੱਲ ਕਹਿ ਸਕਦਾ ਵਾਂ ਕਿ ਮੈਂ ਜੇ ਮਿਲਦਾ ਰਿਹਾ ਤੇ ਤੁਹਾਡੇ ਕੰਮਾਂ ਵਾਸਤੇ ਵੀ ਮਿਲਦਾ ਰਿਹਾ, ਹਰਿਆਣਾ ਕਮੇਟੀ ਨੂੰ ਬਣਾਉਣ ਵਾਸਤੇ ਮਿਲਦਾ ਰਿਹਾ, ਆਨੰਦ ਮੈਰਿਜ ਐਕਟ ਬਣਾਉਣ ਵਾਸਤੇ ਮਿਲਦਾ ਰਿਹਾ। ਨਿੱਜੀ ਕੰਮ ਮੇਰਾ ਕੋਈ ਨਹੀਂ ਸੀ, ਨਾ ਮੈਂ ਕਿਸੇ ਨੂੰ ਟਿਕਟ ਦਵਾਈ ਹੈ ਤੇ ਨਾ ਮੈਂ ਟਿਕਟ ਮੰਗੀ ਹੈ ਤੇ ਨਾ ਕੋਈ ਕੰਮ ਕਰਾਇਆ ਹੈ। ਇਹ ਜਿਹੜੀ ਗੁੜ ਚ ਲਪੇਟ ਕੇ ਦਾਦੂਵਾਲ ਸਾਹਿਬ ਮੈਨੂੰ ਕਹੀ ਹੈ, ਇਹ ਉਹਦਾ ਹੈਗਾ ਜਵਾਬ। ਬਾਕੀ ਮੈਂ ਕਹਿੰਦਾ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਇਸ ਤਰ੍ਹਾਂ ਨਾ ਛੁਪਾ ਲਈਏ ਵੀ ਇੱਕ ਬਾਦਲ ਪਰਿਵਾਰ ਕਰਕੇ ਨਾ ਛੁਪਾ ਲਈਏ। ਉਹਦੇ 'ਚ ਅਸੀਂ ਵੀ ਕਸੂਰਵਾਰ ਹਾਂ। ਹੁਣ ਬਾਦਲ ਸਾਹਿਬ ਤਾਂ ਚਲੇ ਗਏ, ਮੈਨੂੰ ਇਹ ਦੱਸੋ ਵੀ ਜਿਹੜੇ ਅਕਾਲੀ ਦਲ ਚੋਂ ਨਿਕਲ ਗਏ ਉਹਨਾਂ ਨੇ ਕੀ ਕੀਤਾ ਜੀ ਪਿਛਲੇ 5 ਸਾਲਾਂ 'ਚ? ਅੱਜ ਤਾਂ ਚਲੋ ਦੱਬ ਕੇ ਲੜੇ, 25 ਸਾਲ ਲੜੇ ਔਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਅਸੀਂ ਕਿਹਾ ਪ੍ਰੈਸ ਕਾਨਫਰੰਸਾਂ ਕੀਤੀਆਂ ਬਈ ਬਾਦਲ ਸਾਹਿਬ ਨੂੰ ਵੋਟ ਨਾ ਪਾਣਾ, ਪਰ ਜਿਸ ਦਿਨ ਰਿਜ਼ਲਟ ਨਿਕਲਿਆ ਸੀ ਉਸ ਦਿਨ ਸਾਡੇ ਅੱਖਾਂ 'ਚ ਅਥਰੂ ਆ ਗਏ ਸਨ ਬਈ ਇਹ ਅਕਾਲੀ ਦਲ ਦਾ ਇਹ ਅਸਰ ਹੈ। ਤੁਸੀਂ ਮੈਂ ਕਰਾਂ ਜੀ ਅੰਦਰ ਵੜ ਕੇ ਮਾਰੋ ਨਾ, ਤੁਹਾਡੇ ਤਾਕਤ ਹੈਗੀ ਤਾਂ ਤੁਸੀਂ ਬਾਹਰ ਲੈ ਕੇ ਤੇ ਲੜ ਕੇ ਦੇਖ ਲਿਆ। 20 ਸਾਲ ਹੋ ਗਏ, ਆਓ ਸਾਰੇ ਇਕੱਠੇ ਹੋਵੋ। ਤੁਹਾਨੂੰ ਸਰਦਾਰ ਸੁਖਬੀਰ ਸਿੰਘ ਨਹੀਂ ਪਸੰਦ, ਦੱਸੋ ਕਿਹੜਾ ਪਸੰਦ ਹੈ, ਉਹਨੂੰ ਚੁਣ ਲਵੋ। ਇਹ ਗੱਲ ਮੈਂ ਚੰਡੀਗੜ੍ਹ ਦਸਤਾਰ ਖੁਸ਼ਹਾਲ ਸਿੰਘ ਬੈਠੇ ਉਹਨਾਂ ਕੋਲ ਨਾ ਸਾਰੇ ਬੁੱਧੀਜੀਵੀ ਚੰਡੀਗੜ੍ਹ ਬੈਠੇ, ਉਹਨਾਂ ਨਾਲ ਬੈਠ ਕੇ ਹੱਲ ਕੱਢੋ, ਦੱਸ ਵੇ ਕੀ ਹੱਲ ਹੋਣਾ ਚਾਹੀਦਾ ਹੈ। ਸਾਹਿਬ ਦੇ ਅੱਛਾ ਜੀ ਇਹਨੂੰ ਲਾ ਦਿਓ ਤਾਂ ਫਿਰ ਅਸੀਂ ਗੱਲ ਕਰਦੇ ਹਾਂ, ਫਿਰ ਕੀ ਹੋਏਗਾ? ਇਹਨੂੰ ਲਾ ਦਿੰਦੇ ਆ, ਦੱਸੋ ਬਣਨਾ ਕਿਵੇਂ? ਅੰਦਰ ਬਹਿ ਕੇ ਬੋਲਦਾ ਹੈ ਜਾਂ ਅੰਦਰ ਬਹਿ ਕੇ ਮਾਰਦਾ ਉਹਨੂੰ ਅੰਦਰ ਰਹਿਣ ਹੀ ਨਹੀਂ ਦਿੱਤਾ ਜਾਂਦਾ, ਉਹਨੂੰ ਬਾਹਰ ਕਰ ਦਿੱਤਾ ਜਾਂਦਾ ਹੈ। ਬੀਬੀ ਜਗੀਰ ਕੌਰ ਨਾਲ ਕੀ ਹੋਇਆ, ਪੰਜੋਲੀ ਹੋਰਾਂ ਨਾਲ ਕੀ ਹੋਇਆ? ਦੇਖੋ ਮੇਰੀ ਗੱਲ ਸੁਣੋ, ਮੈਨੂੰ ਨਾ 5 ਨਾਂ ਦੱਸ ਦਿਓ। ਰੱਖਣਾ ਬਾਦਲਾਂ ਨੂੰ ਪਾਸੇ ਕਰ ਦੇਣਗੇ ਕੌਣ? ਤੁਸੀਂ ਜਿਹੜੇ ਅੰਦਰ ਵੜੋਗੇ ਤੇ ਆਪੇ ਹੋ ਜਾਣਗੇ, ਜਦ ਤੁਹਾਡੀ ਮੈਜੋਰਟੀ ਹੋਏਗੀ ਆਪੇ ਪਾਸੇ ਹੋ ਜਾਣਗੇ। ਬਾਹਰ ਤੁਸੀਂ ਅਕਾਲੀ ਦਲ ਨੂੰ ਜਾਂ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਕੇ ਤੁਸੀਂ ਰੱਖਾਂਗੇ ਸਾਨੂੰ। ਤੁਸੀਂ ਇੱਕ ਸਰਨਾ ਸਾਹਿਬ ਤੁਹਾਡੇ ਤੇ ਕੋਈ ਸ਼ੱਕ ਨਹੀਂ ਆ। ਹਾਂਜੀ ਤੁਹਾਡੇ ਤੇ ਕੋਈ ਸ਼ੱਕ, ਹੁਣ ਤੁਸੀਂ ਵੜੇ ਆ, ਸਾਨੂੰ ਆਊਗੀ ਵੀ ਕਦੀ ਬਾਦਲਾਂ ਨੂੰ ਕਰ ਦੇਣੇ। ਜਦੋਂ ਤੁਸੀਂ ਪਾਸੇ ਕਰਦੇ ਅਸੀਂ ਤੁਹਾਡੇ ਨਾਲ ਝੰਡਾ ਨਹੀਂ ਸਵਾਰਾਂਗਾ ਤੇ ਘਰ ਬੈਠਾਂਗਾ। ਇੱਕ ਗੱਲ ਸੁਣ ਲਓ, ਜੇ ਅਸੀਂ ਉਡੀਕ ਰੱਖਾਂਗੇ, ਜਿੱਦਾਂ ਕਹਿ ਰਹੇ ਜਿੱਦਾਂ ਵਾੜਾ ਕਹਿੰਦੇ ਨਹੀਂ ਆ, ਅਸੀਂ ਤਾਂ ਕਹਿ ਰਹੇ ਉਡੀਕ ਰੱਖਾਂਗੇ। 10 ਟੈਲੀਫੋਨਾਂ ਕੀਤੀਆਂ ਨਹੀਂ, ਤੁਸੀਂ ਜਿੱਦਣ ਉਹਨਾਂ ਨੂੰ ਪਾਸੇ ਕਰ ਦਿੱਤਾ ਅਸੀਂ ਤੁਹਾਡੇ ਨਾਲ ਝੰਡਾ ਚੱਕ ਲੈਣਾ। ਵੀ ਦੱਸੋ ਮਸਲਾ ਹੱਲ ਕਿਵੇਂ ਕਰਨਾ ਹੈ? ਪਰ ਗੱਲ ਤੇ ਹੈਗੀ ਕਿ ਤੁਸੀਂ ਨਹੀਂ ਸਰਨਾ ਸਾਹਿਬ, ਜਿੱਦਣ ਤੁਸੀਂ ਇਹਨਾਂ ਨੂੰ ਪਾਸੇ ਕਰਦਾ ਅਸੀਂ ਤੁਹਾਡੇ ਨਾਲ ਆਵਾਂਗੇ, ਫਿਰ ਅਸੀਂ ਆਵਾਂਗੇ। ਵਾਹ ਭਾਈ ਵਾਹ, ਕਿੱਥੇ ਜਾਣਾ ਨੇ? ਹੈ ਬਾਦਲ ਨੂੰ ਲਾ ਕੇ, ਜੇ ਬਾਦਲ ਨੂੰ ਲਾ ਕੇ ਆਣਾ ਤੇ ਫਿਰ ਵੀ ਬਾਦਲ ਦਾ ਹੋਰ ਥੋੜੀ ਖਤਮ ਹੋ ਜਾਏਗਾ ਅਕਾਲੀ ਦਲ 'ਚ। ਤੁਸੀਂ ਆਓ ਵਿੱਚ ਆਓ, ਬੈਠੋ, ਮਸਲਾ ਹੱਲ ਕਰੋ, ਪਾਰਟੀ ਤਗੜੀ ਕਰੋ। ਇਹ ਥੋੜੀ ਹੈ
ਅੱਜ ਉਹਦਾ ਨਾਂ ਕਿ ਤੁਸੀਂ ਆਏ ਹੋ, ਤੁਹਾਡੇ ਵਰਗੇ ਮਹਾਂਪੁਰਖ ਆਏ ਨੇ, ਮਹਾਨ ਕਥਾ ਵਾਚਕ ਆਏ ਨੇ, ਤੇ ਇਹ ਨਹੀਂ ਦੱਸਦੇ ਪਏ ਭਈ ਇਸਦਾ ਨਾਂ ਕੀ ਹੈ, ਇਸ ਨੂੰ ਕਿਉਂ ਬਣਾਇਆ। ਅਕਾਲੀ ਦਲ ਕਮਜ਼ੋਰ ਹੈ ਜੀ, ਅਕਾਲੀ ਦਲ ਦੀ ਕਮਜ਼ੋਰੀ ਹੈ, ਪਰ ਤੁਸੀਂ ਅਕਾਲੀ ਦਲ ਨਾਲ ਲੜਦੇ ਪਏ 20 ਸਾਲ ਤੋਂ, ਤੁਸੀਂ ਕਿਉਂ ਨਹੀਂ ਉਹਨੂੰ ਲਾਇਆ। ਢੀਂਡਸਾ ਸਾਹਿਬ ਕੀ ਕਰਤਾ, ਬਾਕੀਆਂ ਕੀ ਕਰਤਾ, ਕੀ ਫਾਇਦਾ। ਤੁਸੀਂ ਆਪਣੀ ਤਾਕਤ ਘਟਾ ਕੇ ਚੀਜ਼ਾਂ ਲੈਣ ਪਿੱਛੇ ਤੁਸੀਂ ਉਹਦਾ ਨਾਂ ਕਿ ਇੱਥੇ ਤੱਕ ਪਹੁੰਚ ਗਏ। ਆਪਣੀ ਤਾਕਤ ਵਧਾਓ ਦਾਦੂਵਾਲ ਸਾਹਿਬ, ਔਰ ਬਾਕੀਆਂ ਨੂੰ ਵੀ ਕਹੋ। ਤੁਸੀਂ ਬਣਾਤੇ ਪ੍ਰਧਾਨ ਮੰਤ ਕਰਮਜੀਤ ਸਿੰਘ, ਕੀ ਖੱਟਿਆ ਤੁਸੀਂ ਹਰਿਆਣਾ ਕਮੇਟੀ ਲੈ ਕੇ, ਹੈ ਕੀ ਤੋਕਰ ਰੱਖੋਗੇ। ਨਹੀਂ, ਹਰਿਆਣਾ ਕਮੇਟੀ ਬਣਾਉਣ 'ਚ ਮੇਰਾ ਤੋਂ ਵੱਧ ਯੋਗਦਾਨ ਤੁਹਾਡਾ ਸਰਨਾ ਸਾਹਿਬ। ਤੁਸੀਂ ਹਰਿਆਣਾ ਕਮੇਟੀ ਵੱਧ ਬਣਾਈ ਹੈ, ਤੁਸੀਂ ਸਾਰੇ ਐਕਟਿਵਿਟ ਬਣਾ ਕੇ ਦਿੱਤੇ ਆ, ਮੈਂ ਤਾਂ ਬਾਅਦ 'ਚ ਦਾਖਲ ਹੋਇਆ, ਸਾਰਾ ਕੁਝ ਬਣਾ ਕੇ ਦਿੱਤਾ, ਮੈਂ ਤਾਂ ਜਿੱਤ ਕੇ ਵੀ ਸੁਪਰੀਮ ਕੋਰਟ ਦੇ ਵਿੱਚੋਂ ਬਣਾਈ ਦੀ। ਉਹ ਗੱਲ ਜਾਣਦੇ ਹੋ, ਤੁਹਾਨੂੰ ਮੈਂਬਰ ਨਹੀਂ, ਹੁਣ ਉਹ ਛੱਡ ਦਿਓ, ਕਹਿੰਦੇ ਉਹ ਜਾਣਦੇ ਹੋ, ਕਹਿੰਦੇ ਹੁਣ ਧਾਲੀਵਾਲ ਸਾਹਿਬ ਸਰਨਾ ਸਾਹਿਬ ਕਹਿੰਦੇ ਉਹ ਗੱਲ ਜਾਣਦੇ ਹੋ ਵੀ ਮੈਂ ਬਣਾਈ ਆ। ਮੈਂਬਰ ਬਣਾਇਆ ਤੁਸੀਂ ਬਣਵਾਈ ਆ, ਮੈਂ ਤਾਂ ਭੰਤ ਦਾ ਵਿਰੋਧ ਕੀਤਾ। ਸਾਰੇ ਇੱਕ ਮਿੰਟ ਮੇਰੀ ਗੱਲ ਸੁਣ ਲਓ। ਮੈਂ ਤਾਂ ਮਹੰਤ ਦਾ ਵਿਰੋਧ ਕੀਤਾ ਵਾ, ਤੁਸੀਂ ਮਹੰਤ ਵਾਲੇ ਕੌਣ ਆ? ਹਾਂਜੀ, ਮਹੰਤ ਨੂੰ ਬਣਾਉਣ ਵਾਲੇ ਕੌਣ ਆ? ਤੁਹਾਡੇ ਜਥੇਦਾਰਾਂ ਨੇ ਬਣਵਾਇਆ ਮਹੰਤ ਨੂੰ। ਤੁਹਾਡੇ ਕਿਹੜੇ ਜਥੇਦਾਰਾਂ ਨੇ ਬਣਵਾਇਆ ਜੀ? ਕਮਾਲ ਜਥੇਦਾਰ ਹਰਪ੍ਰੀਤ ਸਿੰਘ ਨੇ ਬਣਾਇਆ, ਸ਼੍ਰੋਮਣੀ ਕਮੇਟੀ ਨੇ ਜ਼ੋਰ ਲਾਇਆ। ਅੱਜ ਤੱਕ ਤੁਸੀਂ ਕਦੇ ਮਹੰਤ ਦੇ ਖਿਲਾਫ ਉਹਨਾਂ ਦਾ ਬਿਆਨ ਸੁਣਿਆ? ਉਹਨਾਂ ਨੂੰ ਤਾਂ ਇੱਕੋ ਗੱਲ ਖੁਸ਼ੀ ਆ ਕਿ ਦਾਦੂਵਾਲ ਪ੍ਰਧਾਨ ਨਹੀਂ ਬਣਿਆ। ਧਾਲੀਵਾਲ ਸਾਹਿਬ, ਇੱਕੋ ਗੱਲ ਦੀ ਖੁਸ਼ੀ ਆ ਉਹਨਾਂ ਨੂੰ ਕਿ ਦਾਦੂਵਾਲ ਪ੍ਰਧਾਨ ਨਹੀਂ ਬਣਿਆ, ਮਹੰਤ ਬਣ ਗਿਆ। ਅੱਜ ਤੱਕ ਕਦੇ ਸ਼੍ਰੋਮਣੀ ਕਮੇਟੀ ਦਾ ਬਿਆਨ ਤੁਸੀਂ ਮਹੰਤ ਦੇ ਖਿਲਾਫ ਸੁਣਿਆ? ਤੁਸੀਂ ਨਹੀਂ ਬਣੇ, ਤੁਹਾਡੀ ਸਰਕਾਰ ਨਾਲ ਨਹੀਂ ਬਣੀ, ਤਾਂ ਨਹੀਂ ਬਣਿਆ। ਹੁਣ ਤੁਸੀਂ ਇਸ ਵਾਸਤੇ ਵਿਰੋਧ ਕਰੋ, ਅੱਛਾ ਉਹ ਮੰਤ ਨੂੰ ਬਣਾਤਾ ਤੇ ਮੈਂ ਨਹੀਂ ਬਣਾਇਆ। ਅਸੀਂ ਸਮਝਿਆ ਮੰਤ ਨਾਲ ਤੁਸੀਂ ਜ਼ਿਆਦਾ ਅੱਛੇ ਹੋਣਾ ਸੀ। ਤੁਹਾਨੂੰ ਮੈਂ ਕੀ ਕਿਹਾ ਸੀ, ਹੁਣ ਨਹੀਂ ਮੈਂ ਸਾਰੀਆਂ ਗੱਲਾਂ ਸਾਹਮਣੇ ਕਰਨਾ ਚਾਹੁੰਦਾ ਸਾਰਾ। ਨਹੀਂ ਸਰਨਾ ਸਾਹਿਬ, ਇਹ ਤਾਂ ਚੰਗੇ ਸਰਨਾ ਸਾਹਿਬ, ਇੱਕ ਮਿੰਟ ਸਰਨਾ ਸਾਹਿਬ ਨਹੀਂ ਸਰਨਾ ਸਾਹਿਬ, ਮੇਰੀ ਇੱਕ ਗੱਲ ਦਾ ਜਵਾਬ ਦੇ ਦਿਓ, ਫਿਰ ਮੈਂ ਜਥੇਦਾਰ ਸਾਹਿਬ ਤੋਂ ਕੁਝ ਉਹਨਾਂ ਦੀ ਤਕਰੀਰ ਸੁਣਾਂਗੇ ਇਸ ਚਰਚਾ ਦੇ ਵਿੱਚ। ਉਹ ਕੋਈ ਗੱਲਾਂ ਮੇਰੀ ਗੱਲ ਤਾਂ ਸੁਣੋ ਜੀ। ਤੁਸੀਂ ਕਹਿੰਦੇ ਆ ਦਾਦੂਵਾਲ ਸਾਹਿਬ ਨੂੰ, ਤੁਸੀਂ ਕਿਹਾ ਵੀ ਤੁਹਾਡੀ ਸਰਕਾਰ ਨਾਲ ਨਹੀਂ ਬਣੀ, ਇਹ ਤਾਂ ਫਿਰ ਚੰਗੇ ਸੰਕੇਤ ਹੈ ਵੀ ਸਰਕਾਰ ਨਾਲ ਨਹੀਂ ਬਣੀ। ਮੱਥਾ ਲਾਉਣ ਨਾਲ ਦੀ ਤਾਂ ਬਣਦੀ ਨਹੀਂ, ਤੇ ਜਿਨ੍ਹਾਂ ਦੀ ਸਰਕਾਰਾਂ ਨਾਲ ਬਣਦੀ ਆ ਦੇਖ ਲਓ, ਟੋਪੀਆਂ ਵਾਲੇ ਬਿਠਾਤੇ ਲਿਆ ਕੇ। ਟੋਪੀ ਵਾਲੇ ਕਿਹਨਾਂ ਬਿਠਾਏ ਨੇ? ਤੁਸੀਂ ਆਪ ਹੀ ਤਾਂ ਕਿਹਾ ਬੀਜੇਪੀ ਨੇ, ਤੁਸੀਂ ਕਿਹਾ ਵੀ ਕੇਂਦਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਸਰ, ਜੇ ਦਾਦੂਵਾਲ ਸਾਹਿਬ ਕਹਿੰਦੇ ਜੀ ਆ ਮੰਤ ਕਰਮਜੀਤ ਸਿੰਘ ਨੂੰ ਬਣਾਇਆ ਹੀ, ਅਸੀਂ ਮੰਤਾਂ ਕੋਲ ਗੁਰਦੁਆਰੇ ਆਜ਼ਾਦ ਕਰਾਏ, ਲੈ ਮੈਂ ਅਸਤੀਫਾ ਦਿੱਤਾ। ਇਹਨਾਂ ਨੇ ਕਿਹਾ 14 ਸਾਲ ਬਾਅਦ ਫਿਰ ਮੈਨੂੰ ਬਣਾਉਣਗੇ, 2 ਸਾਲ ਬਣਾਉਣਗੇ, ਚੁੱਪ ਰਹੇ। ਅੱਜ ਜੇ ਦਾਦੂਵਾਲ ਸਾਹਿਬ ਨੇ ਉੱਥੇ ਅਸਤੀਫਾ ਦਿੱਤਾ ਹੁੰਦਾ ਮੰਤ ਨੂੰ ਬਣਾਉਣ ਤੇ ਅੱਜ ਨਾਨ ਸਿੱਖਣਾ ਬੰਦਾ ਉੱਥੇ ਐਡਮਿਨਿਸਟ੍ਰੇਟਰ। ਜਿਹੜੇ ਸਿੱਖ ਕੱਲੇ ਦਾਦੂਵਾਲ ਸਾਹਿਬ ਦੇ ਅਸਤੀਫੇ ਦੀ ਗੱਲ ਕਰਦੇ ਆ ਜੀ। ਮੇਰੀ ਗੱਲ ਸੁਣੋ, ਵਿਦ ਡਿਊ ਰਿਸਪੈਕਟ, ਦੇਖੋ ਮੇਰੀ ਗੱਲ, ਮੈਂ ਡਿਊ ਰਿਸਪੈਕਟ ਜਿਹੜੀ ਗੱਲ ਮੇਰੇ ਮਨ 'ਚ ਮੈਂ ਕਹਿਤੀ ਹੈ। ਨਹੀਂ, ਵਧੀਆ ਕੀਤਾ ਤੁਸੀਂ, ਕੱਢ ਲਈ ਆ, ਨਾਲੇ ਲਾਈਵ ਕੱਢੀ ਆ, ਮੈਨੂੰ ਤੇ ਇਸ ਗੱਲ ਦੀ ਖੁਸ਼ੀ ਆ। ਪਰ ਸਰਨਾ ਸਾਹਿਬ ਮੈਂ ਤਾਂ ਕਹਿ ਰਿਹਾ ਕਿ ਹੁਣ ਅਸੀਂ ਉਡੀਕ ਰੱਖਣੀ, ਆਸ ਰੱਖਣੀ, ਤੁਹਾਡੇ ਵਰਗੇ ਸੁਹਿਰਦ ਸਿੱਖ ਅਕਾਲੀ ਦਲ 'ਚ ਆ ਗਏ ਨੇ। ਹੁਣ ਕਦੋਂ ਬਾਦਲਾਂ ਦਾ ਪਰਛਾਵਾਂ ਅਕਾਲੀ ਦਲ ਤੋਂ ਪਾਸੇ ਜਾਂਦਾ, ਅਸੀਂ ਉਡੀਕ ਰੱਖਾਂਗੇ। ਤੁਸੀਂ ਜੇ ਪਾਸੇ ਕਰਦੇ, ਅਸੀਂ ਤੁਹਾਡੇ ਨਾਲ ਝੰਡਾ ਚੱਕ ਲੈਣਾ। ਸਾਡਾ ਅਕਾਲੀ ਦਲ ਦਾ ਵਿਰੋਧ ਹੀ ਕੋਈ ਨਹੀਂ ਆ, ਸਾਡੇ ਵਿਰੋਧ ਹੀ ਕੋਈ ਨਹੀਂ ਆ। ਅੱਛਾ, ਇੱਕ ਗੱਲ ਇਹ ਦੱਸੋ ਜੀ, ਸਾਡੀ ਪਾਲਿਸੀ ਹੈਗੀ ਕਿ ਸਰਦਾਰ ਸੁਖਬੀਰ ਸਿੰਘ ਦੇ ਹੁੰਦਿਆਂ ਹੋਇਆਂ ਤੁਸੀਂ ਸਾਰੇ ਇਕੱਠੇ ਹੋ ਜਾਓ। ਸਰਦਾਰ ਸੁਖਬੀਰ ਸਿੰਘ ਦੇ ਹੁੰਦਿਆਂ ਸਾਰੇ ਇਕੱਠੇ ਹੋ ਜਾਓ। ਉਸ ਤੋਂ ਬਾਅਦ ਤੁਹਾਨੂੰ ਸਰਦਾਰ ਸੁਖਬੀਰ ਸਿੰਘ ਨਹੀਂ ਪਸੰਦ ਆਉਂਦਾ ਤੇ ਆਪਣਾ ਪ੍ਰਧਾਨ ਚੁਣ ਲੈਣਾ। ਬਟ ਤੁਸੀਂ ਇਹ ਜੀ ਕੋਈ ਸ਼ਰਤ ਨਾ ਰੱਖੋ, ਅੱਛਾ ਤੁਸੀਂ ਜਾਇ ਦੇ ਆਵਾ। ਨਹੀਂ ਸਰਨਾ ਸਾਹਿਬ, ਇਹ ਤਾਂ ਉਹੀ ਗੱਲ ਹੋ ਗਈ। ਉਹਨਾਂ ਨੇ ਮੇਰੀ ਗੱਲ ਤਾਂ ਸੁਣੋ ਇੱਕ ਮਿੰਟ, ਖੁਸ਼ਹਾਲ ਜੀ ਵੀ ਸਹਿਮਤ ਹੋਣਗੇ ਇਸ ਗੱਲ ਨਾਲ। ਖੁਸ਼ਹਾਲ ਜੀ, ਫਿਰ ਇਹ ਤਾਂ ਉੱਥੋਂ ਦੀ ਕਮੇਟੀ ਵੀ ਕਹਿ ਸਕਦੀ ਹੈ ਵੀ ਜਿਹੜਾ ਅਭਿਜੀਤ ਰਜਿੰਦਰ ਰਾਓ ਲਾਇਆ ਹੈ ਵੀ ਉਹ ਚੰਗਾ ਬੰਦਾ ਹੈ, ਵੀ ਜੇ ਤੁਹਾਨੂੰ ਨਹੀਂ ਤਾਂ ਤੁਸੀਂ ਇਕੱਠੇ ਹੋ ਕੇ ਉਹਨੂੰ ਲਾ ਦਿਓ। ਇਹ ਤਾਂ ਉਹ ਵਾਲੀ ਗੱਲ ਹੋ ਗਈ ਨਾ। ਸਿੱਧੀ ਗੱਲ ਹੈ ਕਿ ਇਹਨਾਂ ਸਾਰਿਆਂ ਸਮੱਸਿਆ ਦਾ ਹੱਲ ਸੀ ਗੁਰਦੁਆਰਾ, ਆਲ ਇੰਡੀਆ ਗੁਰਦੁਆਰਾ ਐਕਟ। ਉਹ ਸਰਨਾ ਸਾਹਿਬ ਚੰਗੀ ਤਰ੍ਹਾਂ ਜਾਣਦੇ ਆ ਵੀ ਉਹ ਕਿੰਨੇ ਰੋਕਿਆ। ਡਰਾਫਟ ਬਣ ਗਿਆ ਸੀ, ਸਾਰਾ ਅੰਤਮ ਪੜਾਅ ਦੇ ਉੱਤੇ ਆ ਕੇ
ਕਿੰਨੇ ਨੇ ਰੋਕਿਆ ਆਲ ਇੰਡੀਆ ਐਕਟ? ਜੇ ਆਲ ਇੰਡੀਆ ਗੁਰਦੁਆਰਾ ਐਕਟ ਬਣਿਆ ਹੁੰਦਾ ਤੇ ਅੱਜ ਹੁਣ ਦੇਖੋ ਪਤਾ ਕੀ ਗੱਲ ਹੈਗੀ, ਤੁਸੀਂ ਆਪਣੀ ਸਾਰੀਆਂ ਕਮਜ਼ੋਰੀਆਂ, ਤੁਹਾਡੇ ਕੋਲ ਇੱਕ ਬੰਦਾ ਮਿਲਿਆ, ਇੱਕ ਪਾਰਟੀ ਮਿਲੀ ਹੈ, ਸਾਰੀਆਂ ਉਸਤੇ ਥੋਪ ਦਿੰਦੇ ਹੋ। ਨਹੀਂ ਜੀ, ਇਹ ਸਿੱਧਾ ਇਹ ਸਾਰਾ ਕੁਝ ਜਾਣਦਾ ਕਿਹਨੇ ਰੋਕਿਆ, ਇਹ ਅੰਦਰ ਵੀ ਜਾਣਦੇ ਆ। ਤੁਹਾਡੀਆਂ ਗੱਲਾਂ ਜਿਹੜੀਆਂ ਤੁਸੀਂ ਹੁਣ ਤੱਕ ਕਹੀਆਂ ਤੇ ਉਹ ਜਥੇਦਾਰ ਸਾਹਿਬ ਨੂੰ ਪੁੱਛਦੇ ਆ। ਤੇ ਮੈਂ ਦੇਖੋ ਰਣਜੀਤ ਸਿੰਘ ਜੀ ਤੋਂ ਪੁੱਛਦੇ ਆ। ਰਣਜੀਤ ਸਿੰਘ ਜੀ, ਇਹ ਗੱਲ ਸਹੀ ਹੈ ਜਾਂ ਜਿਹੜੇ ਬਾਕੀ ਸਾਰੇ ਗੱਲ ਕਰ ਰਹੇ ਆ, ਪਰਮਜੀਤ ਜੀ ਕਹਿ ਰਹੇ ਆ ਵੀ ਇੱਕ ਪਰਿਵਾਰ ਨੂੰ ਤੇ ਇੱਕ ਬੰਦੇ ਨੂੰ ਤੁਸੀਂ ਚਿੰਬੜ ਗਏ ਹੋ, ਮਤਲਬ ਬਾਕੀ ਆਪਣੀ ਸਾਰੀਆਂ ਗੱਲਾਂ ਲੁਕਾਉਣ ਪਾਸੇ। ਦੂਸਰਾ ਤਰਕ ਇਹ ਹੈ ਕਿ ਇੱਕ ਪਰਿਵਾਰ ਕਰਕੇ, ਇੱਕ ਬੰਦੇ ਕਰਕੇ ਹੀ ਅੱਜ ਇਹ ਸਾਰਾ ਕੁਝ ਤਹਿਸ ਨਹਿਸ ਹੋਇਆ। ਦੇਖੋ, ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਜੇ ਤੁਸੀਂ ਸੁਣੋ। ਜੀ ਜ਼ਰੂਰ ਸੁਣਾਂਗੇ। ਸਾਡੇ ਸਤਿਕਾਰਯੋਗ ਸਰਨਾ ਜੀ ਦੀਆਂ ਪੰਥ ਪ੍ਰਤੀ ਬਹੁਤ ਵੱਡੀਆਂ ਸੇਵਾਵਾਂ ਨੇ ਜੀ। ਸੁਖਬੀਰ ਸਿੰਘ ਬਾਦਲ ਇੱਕ ਬਹੁਤ ਰੱਜਿਆ ਪੁੱਜਿਆ ਸਿੱਖ ਹੈ। ਅਸੀਂ ਇੱਕ ਦੂਜੇ ਦਾ ਵਿਰੋਧ ਕਰਨ ਦੀ ਬਜਾਏ ਜੇ ਇੱਕ ਦੂਜੇ ਦਾ ਸਹਿਯੋਗ ਕਰੀਏ, ਇਹ ਜਿਹੜਾ ਪੰਥਕ ਮਸਲਾ ਹੈ, ਜਿਹੜਾ ਅੱਜ ਇੱਕ ਗੈਰ ਸਿੱਖ ਨੂੰ ਉੱਥੇ ਵੱਡਾ ਪ੍ਰਸ਼ਾਸਕ ਲਾਇਆ ਗਿਆ ਤਖਤ ਸ੍ਰੀ ਹਜ਼ੂਰ ਸਾਹਿਬ, ਅਸੀਂ ਉਸ ਤੇ ਗੱਲ ਕਰੀਏ। ਅਸੀਂ ਸਾਡੀਆਂ ਆਪਸ ਵਿੱਚ ਕਈ ਹੋਣਗੀਆਂ, ਵਿਰੋਧ ਹੋਣਗੇ, ਜਾਂ ਅਸੀਂ ਇੱਕ ਦੂਜੇ ਦੇ ਸਹਿਯੋਗੀ ਹੋਵਾਂਗੇ, ਲੇਕਿਨ ਇਸ ਵੇਲੇ ਜਿਹੜਾ ਮਸਲਾ ਹੈਗਾ ਸਤਿਕਾਰਯੋਗ ਜੀ, ਉਹ ਇਹ ਹੈ ਕਿ ਜਿਸ ਬੰਦੇ ਕੋਲ ਬੋਰਡਿੰਗ ਪਾਸ ਨਹੀਂ ਹੈ, ਜਿਹੜਾ ਪੈਸੰਜਰ ਸੀਟ ਤੇ ਬਹਿਣ ਦਾ ਬੋਰਡਿੰਗ ਪਾਸ ਨਹੀਂ ਰੱਖਦਾ, ਉਸ ਨੂੰ ਤੁਸੀਂ ਕਾਕਪਿਟ 'ਚ ਬਿਠਾ ਦਿੱਤਾ ਜੀ, ਉਸ ਨੂੰ ਤੁਸੀਂ ਜਿਹੜਾ ਹੈਗਾ ਉਹ ਪਾਇਲਟ ਦੀ ਸੀਟ ਦੇ ਦਿੱਤੀ ਹੈ, ਤਾਂ ਫਲਾਈਟ ਕਿੱਥੇ ਜਾਵੇਗੀ ਤੁਹਾਡੀ? ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ, ਮੈਂ ਤਾਂ ਤੁਹਾਡਾ ਗੁਰੂ ਪੰਥ ਦਾ ਨਿਮਾਣਾ ਜਾਂ ਸੇਵਕ ਹਾਂ। ਕਰਮਜੀਤ ਸਿੰਘ ਜੀ ਦੀ ਗੱਲ ਆਈ, ਉਹ ਵੀ ਇੱਕ ਗੁਰਸਿੱਖ ਨੇ, ਉਹਨਾਂ ਨੇ ਅੰਮ੍ਰਿਤਧਾਰੀ ਸਿੱਖ ਨੇ, ਉਹਨਾਂ ਵਿੱਚ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਹੈ। ਅਸੀਂ ਇੱਕ ਦੂਜੇ ਦੀਆਂ ਕਮੀਆਂ ਲੱਭਾਂਗੇ ਤਾਂ ਸਾਡਾ ਸਮਾਂ ਜ਼ਾਇਆ ਹੋ ਜਾਏਗਾ। ਦਾਦੂਵਾਲ ਜੀ ਨੇ, ਉਹਨਾਂ ਦੀਆਂ ਬਹੁਤ ਸੇਵਾਵਾਂ ਨੇ, ਬੜਾ ਉਹਨਾਂ ਨੇ ਤਸ਼ੱਦਦ ਸਿਆ ਹੈ, ਗੁਰੂ ਪੰਥ ਲਈ ਸਮਰਪਿਤ ਨੇ। ਆਪ ਜੀ ਧਾਲੀਵਾਲ ਜੀ, ਤੁਸੀਂ ਗੁਰੂ ਪੰਥ ਪ੍ਰਤੀ ਸਮਰਪਿਤ ਹੋ। ਤੁਸੀਂ ਅਗਰ, ਅਸੀਂ ਰਹੀ ਗੱਲ ਸਾਡੀ ਆਪਸੀ, ਅਸੀਂ ਬਾਅਦ 'ਚ ਨਜਿੱਠ ਲਵਾਂਗੇ, ਕੋਈ ਗੱਲ ਨਹੀਂ, ਲੇਕਿਨ ਜਿਹੜੀ ਸਾਡੀ ਗੱਲ ਹੈਗੀ ਹੈ ਮੇਨ, ਉਹ ਹੈਗੀ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਵੀ ਬੇਨਤੀ ਕਰਦਾ ਜੀ। ਤਖਤ ਪਟਨਾ ਸਾਹਿਬ ਦਾ ਪ੍ਰਧਾਨ ਬੇਅਮਰਤੀਆ ਹੈ, ਉਹਦੇ ਲਈ ਤੁਸੀਂ ਕਦੀ ਨਹੀਂ ਬੋਲੇ। ਉਹਦੇ ਲਈ ਤੁਸੀਂ ਬੋਲੋ ਵੀ ਬੇਅਮਰਤੀਆ ਨੂੰ ਪ੍ਰਧਾਨ ਬਣਨਾ ਚਾਹੀਦਾ। ਉਹਨੇ ਖੁਦ ਕਿਹਾ ਕਿ ਮੈਂ ਅੰਮ੍ਰਿਤ ਨਹੀਂ ਛਕਿਆ ਹੋਇਆ, ਜੀ ਸਿੱਖੀ ਸਰੂਪ ਵਿੱਚ ਹੈ, ਲੇਕਿਨ ਬੇਅਮਰਤੀਆ ਹੈ। ਆਏ ਦਿਨ ਲੜਾਈਆਂ ਝਗੜੇ 100 ਸਿਆਪੇ ਪਏ ਹੋਏ ਨੇ। ਇਸ ਕਰਕੇ ਅਸੀਂ ਪਹਿਲਾਂ ਇਕੱਠੇ ਹੋਈਏ, ਜਿਹਨੇ ਨਹੀਂ ਅੰਮ੍ਰਿਤ ਛਕਿਆ ਉਹਨੂੰ ਅੰਮ੍ਰਿਤ ਛਕਣ ਲਈ ਪ੍ਰੇਰਨਾ ਕਰੀਏ। ਔਰ ਇਸ ਦੇ ਨਾਲ ਨਾਲ ਜਿਹੜਾ ਅੱਜ ਮਸਲਾ ਖੜਾ ਹੋਇਆ, ਇਹ ਮਸਲੇ ਤੁਹਾਡੇ ਵਧਣਗੇ। ਤੁਸੀਂ ਅੱਜ ਹਜ਼ੂਰ ਸਾਹਿਬ ਦੇ ਪ੍ਰਸ਼ਾਸਕ ਦੀ ਗੱਲ ਕਰ ਰਹੇ ਹੋ, ਮੈਂ ਤਾਂ ਇਹ ਤੁਹਾਨੂੰ ਕਹਿਣਾ, ਆਉਣ ਵਾਲੇ ਸਮੇਂ ਜੇ ਅਸੀਂ ਨਾ ਇਕੱਠੇ ਹੋਏ, ਜੇ ਸਾਡਾ ਸਰਕਾਰ ਨਾਲ ਤਾਂ ਸਾਨੂੰ ਚੱਲਣਾ ਹੀ ਪੈਣਾ। ਜੇ ਤੁਸੀਂ ਕਾਂਗਰਸ ਨਾਲ ਨਹੀਂ ਚੱਲਦੇ, ਤੁਸੀਂ ਦਰਬਾਰ ਸਾਹਿਬ ਦੇ ਹਮਲੇ ਕਰਕੇ ਅਸੀਂ ਨਹੀਂ ਚੱਲ ਸਕਦੇ, ਤਾਂ ਤੁਹਾਨੂੰ ਬੀਜੇਪੀ ਦੇ ਨਾਲ ਚੱਲਣਾ ਪਏਗਾ, ਕਿਸੇ ਨਾ ਕਿਸੇ ਨਾਲ ਤਾਂ ਤੁਹਾਨੂੰ ਚੱਲਣਾ ਪਏਗਾ। ਤੁਸੀਂ ਇਕੱਲੇ ਸਾਰੇ ਦੇਸ਼ ਵਿੱਚ ਕਿਵੇਂ ਚੱਲੋਗੇ? ਇਸ ਲਈ ਨਾ ਸਰਕਾਰ ਨੂੰ ਦੋਸ਼ ਦਿਓ, ਨਾ ਹੋਰਨਾਂ ਨੂੰ ਦੋਸ਼ ਦਿਓ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰਜਨਾ। ਇਸ ਲਈ ਆਪਾਂ ਮਿਲ ਕੇ ਸਾਰੇ ਬੈਠੀਏ। ਸਾਨੂੰ ਮਿਲਣ ਦੀ ਸਤਿਗੁਰੂ ਨੇ ਜੁਗਤ ਦੱਸੀ ਹੈ, ਅਸੀਂ ਮਿਲ ਕੇ ਬੈਠਾਂਗੇ। ਅਸੀਂ ਇੱਕ ਦੂਜੇ ਦੇ ਦਰਵਾਜ਼ੇ ਬੰਦ ਕਰ ਲੈਂਦੇ ਹਾਂ, ਅਸੀਂ ਇੱਕ ਦੂਜੇ ਦਾ ਵਿਰੋਧ ਕਰਨ ਲੱਗ ਪੈਂਦੇ ਹਾਂ, ਅਸੀਂ ਇੱਕ ਦੂਜੇ ਦੇ ਗਲ ਪੈਣ ਤੱਕ ਤਿਆਰ ਹੋ ਜਾਂਦੇ ਹਾਂ। ਉਹਦੇ ਵਿੱਚੋਂ ਕੀ ਹੈ, ਸਾਡਾ ਨੁਕਸਾਨ ਹੋ ਜਾਂਦਾ, ਪੰਥਕ ਨੁਕਸਾਨ ਹੋ ਜਾਂਦਾ। ਸਾਡੇ ਜਿਹੜੇ ਜਿਊਲ ਨੇ ਪੰਥ ਦੇ, ਪੰਥ ਰਤਨ ਜਿਹੜੀਆਂ ਸ਼ਖਸੀਅਤਾਂ ਨੇ, ਉਹਨਾਂ ਦਾ ਵਿਨਾਸ਼ ਹੁੰਦਾ। ਇਸ ਕਰਕੇ ਸਾਨੂੰ ਸਾਰਿਆਂ ਨੂੰ, ਹਰਿਆਣਾ ਕਮੇਟੀ ਬਣ ਗਈ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ, ਅਸੀਂ ਖੂਨ ਦੇ ਆਪਣੇ ਦੇ ਦਰਿਆ ਵਗਾ ਵਗਾ ਕੇ ਇਹ ਸੰਸਥਾਵਾਂ ਹੋਂਦ ਵਿੱਚ ਲਿਆਂਦੀਆਂ ਨੇ, ਅਸੀਂ ਕਾਮਯਾਬ ਵੀ ਹੋਏ। ਇਸ ਲਈ ਸਾਡੀਆਂ ਸੰਸਥਾਵਾਂ ਕਮਜ਼ੋਰ ਨਾ ਹੋਣ, ਸਾਡੀਆਂ ਸੰਸਥਾਵਾਂ ਜਿਹੜੀਆਂ ਸਿੱਖੀ ਪ੍ਰਤੀ ਸਮਰਪਿਤ ਰਹਿਣ। ਵਿਅਕਤੀ ਦੀ ਗੱਲ ਨਹੀਂ ਹੁੰਦੀ। ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜੇ ਅਸੀਂ ਗੱਲ ਕਰੀਏ ਤਾਂ ਉਹ ਇੱਕ ਰੱਜਿਆ ਪੁੱਜਿਆ ਸਿੱਖ ਹੈਗਾ। ਉਹ ਕੋਈ, ਉਹਨੂੰ ਕੋਈ ਨਹੀਂ ਲੋੜ ਵੀ ਮੈਨੂੰ ਗੋਲਕਾਂ ਮਿਲ ਜਾਣ ਜਾਂ ਮੈਂ ਕੋਈ ਇਸ ਤਰ੍ਹਾਂ ਦਾ ਕਰ ਲਵਾਂ। ਉਹ ਇੱਕ ਸਮਰਪਿਤ ਸਿੱਖ ਹੈਗਾ। ਨਹੀਂ ਲੋੜ ਤੁਹਾਨੂੰ, ਤੁਸੀਂ ਸਾਰੇ ਮਿਲ ਕੇ ਗੱਲ ਕਰ ਲਓ, ਸਾਰੇ ਮਿਲ ਕੇ ਬੈਠੋ। ਮਿਲ ਕੇ ਬੈਠੋਗੇ ਤੁਹਾਡੀ ਤਾਕਤ ਬਣੇਗੀ, ਮਿਲ ਕੇ ਬੈਠੋਗੇ ਤੁਹਾਡਾ ਪ੍ਰਭਾਵ ਬਣੇਗਾ, ਮਿਲ ਕੇ ਬੈਠੋਗੇ ਤੁਹਾਡੀ ਗੁਰੂ ਪ੍ਰਤੀ ਅਕੀਦਤ ਬਣੇਗੀ। ਇਸ ਲਈ
ਅਸੀਂ ਸਾਰੇ ਸਿੱਖ ਹੈਗੇ ਆ, ਅਸੀਂ ਸਰਬੱਤ ਦੇ ਭਲੇ, ਸਾਡੀ ਸਾਰੀ ਅਰਦਾਸ ਸਰਬੱਤ ਦੇ ਭਲੇ ਤੇ ਸਮਾਪਤ ਹੁੰਦੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਅਸੀਂ ਕਹੀ ਜਾਈਏ ਸਪੋਕਸਮੈਨ ਗਲਤ ਹੈ, ਅੱਜ ਫਲਾਣਾ ਗਲਤ ਹੈ, ਅਸੀਂ ਸਾਰੇ ਗਲਤ ਹਾਂ ਜੇ ਅਸੀਂ ਨਹੀਂ ਮਿਲਦੇ। ਇਸ ਲਈ ਸਾਨੂੰ ਮਿਲ ਕੇ ਇੱਕ ਪਰਿਵਾਰ ਦੀ ਤਰ੍ਹਾਂ, ਕੋਈ ਸਰਕਾਰ ਸਾਡਾ ਵਿਰੋਧ ਨਹੀਂ ਕਰਦੀ, ਅਸੀਂ ਖੁਦ ਆਪਣਾ ਵਿਰੋਧ ਕਰਦੇ ਹਾਂ। ਤੁਹਾਡੀ ਤਾਕੀਦ ਬਿਲਕੁਲ ਸਹੀ ਹੈ, ਦਰੁਸਤ ਹੈ। ਇਕੱਠੇ ਹੋਣ ਦੀ ਜ਼ਰੂਰਤ ਹੈ, ਸਮਾਂ ਮੰਗ ਕਰ ਰਿਹਾ ਹੈ, ਪਰ ਸਾਨੂੰ ਇਹ ਵੀ ਤਾਂ ਸਵੈ ਪੜਚੋਲ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਵੱਖ ਕਿਉਂ ਹੋਏ, ਅਸੀਂ ਖੇਰੂ ਕਿਉਂ ਹੋਏ। ਮਾਨਯੋਗ ਧਾਰੀਵਾਲ ਜੀ, ਇਹ ਪੜਚੋਲ ਚੈਨਲ ਤੇ ਬੈਠ ਕੇ ਹੋਏਗੀ ਜੀ, ਇਹ ਪੜਚੋਲ ਸਾਰੀ ਦੁਨੀਆ ਵਿੱਚ ਰੌਲਾ ਪਾ ਕੇ ਹੋਏਗੀ। ਅਸੀਂ ਕਿਉਂ ਆਪਣੇ ਬਜ਼ੁਰਗ ਨੇ, ਸਾਡੇ ਸਰਨਾ ਜੀ ਬੈਠੇ ਨੇ, ਦਾਦੂਵਾਲ ਜੀ ਬੈਠੇ, ਵੱਡੀਆਂ ਸ਼ਖਸੀਅਤਾਂ ਨੇ, ਅਸੀਂ ਕਿਉਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਹਾਂ? ਸਾਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ। ਮੈਂ ਉਮਰ 'ਚ, ਅਕਲ 'ਚ, ਲਿਆਕਤ 'ਚ ਸਭ ਤੋਂ ਛੋਟਾ ਹੋਊਂਗਾ, ਪਰ ਤੁਸੀਂ ਇਹਨਾਂ ਸਾਰਿਆਂ ਨੂੰ ਪੁੱਛ ਕੇ ਦੇਖ ਲਓ। ਚਲੋ ਨਹੀਂ, ਤੁਸੀਂ ਇਹਨਾਂ ਨੂੰ ਪੁੱਛ ਕੇ ਦੇਖ ਲਓ ਜੀ, ਤੁਸੀਂ ਪੁੱਛ ਕੇ ਦੇਖ ਲਓ ਕਿ ਇਹ ਸਾਰੇ ਬੈਠਣ ਲਈ ਤਿਆਰ ਹੈ। ਜਿੰਨੀਆਂ ਪੰਥ ਦੀਆਂ ਸ਼ਖਸੀਅਤਾਂ ਨੇ ਬਹਿ ਸਕਦੀਆਂ ਨੇ, ਉਹ ਤਾਂ ਮੋਢਾ ਮਾਰ ਕੇ ਲੰਘਦੀਆਂ ਨੇ, ਤਾਂ ਇੱਕ ਦੂਜੇ ਨਾਲ ਖਹਿ ਕੇ ਲੰਘਦੀਆਂ ਨੇ। ਜੇ ਪਤਾ ਲੱਗ ਜੇ ਫਲਾਨਾ ਸਿੰਘ ਆ ਰਿਹਾ, ਉਹ ਦੂਜੇ ਦਰਵਾਜ਼ੇ ਤੋਂ ਨਿਕਲ ਜਾਂਦੇ ਆ ਜੀ। ਦੱਸੋ ਜੀ, ਜਾਂ ਮੈਂ ਝੂਠ ਕਹਿ ਰਿਹਾ ਹੋਵਾਂ? ਨਹੀਂ, ਅਸੀਂ ਚਰਨ ਚੁੰਮ ਕੇ ਬੇਨਤੀ ਕਰਦੇ ਹਾਂ ਸਰਨਾ, ਮਾਨਯੋਗ ਸਰਨਾ ਜੀ ਨੂੰ ਵੀ, ਦਾਦੂਵਾਲ ਜੀ ਨੂੰ ਵੀ, ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਵੀ, ਕਿ ਜਿਹੜਾ ਪੰਥਕ ਮਸਲਾ ਹੈਗਾ, ਇਹ ਤੁਹਾਡਾ ਸਰਕਾਰ ਕੋਈ ਨੁਕਸਾਨ ਨਹੀਂ ਕਰਦੀ, ਅਸੀਂ ਆਪਣਾ ਆਪ ਨੁਕਸਾਨ ਕਰ ਬੈਠਦੇ ਹਾਂ। ਅਸੀਂ ਆਪਣੇ ਵੱਖਰੇ ਹੋ ਕੇ, ਅਸੀਂ ਲੜ ਕੇ ਝਗੜ ਕੇ, ਅਡਨੋ ਕਿਹੜੀਆਂ ਸਾਡੀਆਂ ਪ੍ਰੋਬਲਮਸ ਨੇ, ਹਰ ਬੰਦੇ ਦੀਆਂ ਹੁੰਦੀਆਂ ਨੇ, ਇਹ ਨਹੀਂ ਕਿ ਨਹੀਂ ਹੁੰਦੀਆਂ। ਪਰ ਸਾਨੂੰ ਜਦੋਂ ਅਸੀਂ ਸੰਗਤ ਰੂਪ ਚ ਹਾਂ, ਅਸੀਂ ਪੰਥ ਰੂਪ ਚ ਹਾਂ, ਫਿਰ ਹਰਿਆਣਾ ਪੰਜਾਬ ਤੋਂ ਵੱਖਰਾ ਨਹੀਂ ਹੈ, ਪਟਨਾ ਸਾਹਿਬ ਵੱਖਰਾ ਨਹੀਂ ਹੈ, ਹਜ਼ੂਰ ਸਾਹਿਬ ਵੱਖਰਾ ਨਹੀਂ ਹੈ। ਅਸੀਂ ਸਾਰੇ ਇੱਕੋ ਹੀ ਗੁਰੂ ਦੇ ਸਿੱਖ ਹਾਂ। ਅਸੀਂ ਇੱਕ ਬਾਟੇ ਜਾਂ ਅੰਮ੍ਰਿਤ ਛਕਿਆ ਦਾ ਸਾਡਾ ਕੀ ਮਤਲਬ ਹੈ? ਚੰਗੀ ਗੱਲ ਹੈ, ਤੁਸੀਂ ਇਹ ਅਪੀਲ ਕੀਤੀ ਹੈ। ਹੋ ਸਕਦਾ ਹੈ ਕਿ ਤੁਸੀਂ, ਇਹ ਗੱਲ ਤੁਹਾਡੀ ਸਹੀ ਹੋਵੇ ਵੀ ਚੈਨਲ ਤੇ ਬਹਿ ਕੇ ਗੱਲ ਕਰਨ ਵਾਲੀ ਨਹੀਂ ਹੈ, ਪਰ ਹੋ ਸਕਦਾ ਹੈ ਕਿ ਇਸ ਚੈਨਲ ਤੋਂ ਤੁਰੀ ਗੱਲ, ਜਾਂ ਇਸ ਮੰਚ ਤੋਂ, ਜਾਂ ਇਸ ਡਿਬੇਟ ਦੇ ਮੰਚ ਤੋਂ ਤੁਰੀ ਗੱਲ ਕਿਸੇ ਦੇ ਖਾਨੇ ਪੈ ਜਾਵੇ। ਸ਼ਾਇਦ ਇਹ ਗੱਲ ਕਿਤੇ ਚੱਲ ਪਏ, ਤੁਰ ਪਏ, ਅੱਗੇ ਵੱਧ ਜਾਵੇ, ਇਕੱਠੇ ਹੋ ਜਾਣ। ਦਾਦੂਵਾਲ ਸਾਹਿਬ ਕੁਝ ਕਹਿਣਾ ਚਾਹੁੰਦੇ ਆ? ਕੋਈ ਬੇਨਤੀ, ਧਾਲੀਵਾਲ ਸਾਹਿਬ, ਮੈਂ ਇੱਕ ਗੱਲ ਕਹਿਣੀ ਚਾਹੁੰਦਾ। ਦੇਖੋ, ਗੌਰ ਸਾਹਿਬ ਹੋਣਾ ਦੀ ਮਜਬੂਰੀ ਹੋ ਸਕਦੀ, ਚਲੋ ਉਹ ਸਾਂਝੇ ਵਿਅਕਤੀ ਰਹੇ ਆ, ਤਖਤ ਸਾਹਿਬ ਦੇ ਜਥੇਦਾਰ ਰਹੇ ਆ, ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ। ਉਹਨਾਂ ਨੇ ਕਿਹਾ ਮਹੰਤ ਕਰਮਜੀਤ ਸਿੰਘ ਗੁਰਸਿੱਖ ਹੈ। ਮਹੰਤ ਕਰਮਜੀਤ ਸਿੰਘ ਜਿਹੜਾ ਹੈ, ਉਹਨਾਂ ਦਾ ਜੇ ਤੁਸੀਂ ਸੰਵਿਧਾਨ ਚੱਕੋ ਸੇਵਾ ਪੰਥੀਆਂ ਦਾ, ਤਾਂ ਉਹ ਗੁਰੂ ਨਾਨਕ ਦੇ ਸੰਵਿਧਾਨ ਦੇ ਹੀ ਖਿਲਾਫ ਹੈ। ਸਭ ਤੋਂ ਪਹਿਲੀ ਗੱਲ, ਮਹੰਤ ਕਰਮਜੀਤ ਸਿੰਘ ਉਹਨਾਂ ਦਾ ਜਿਹੜਾ ਸੰਵਿਧਾਨ ਹੈ, ਉਹ ਕਹਿੰਦਾ ਹੈ ਕਿ ਜਿਸ ਨੇ ਸੇਵਾ ਪੰਥੀਆਂ ਚ ਉਹਦਾ ਸੰਵਿਧਾਨ ਹੀ ਗੁਰੂ ਨਾਨਕ ਦੇ ਸਿਧਾਂਤ ਹੈ। ਜੱਟਾਂ ਦੇ ਵਿੱਚ ਕਹਿੰਦੇ ਨੇ ਅਸੀਂ ਸਿੱਖ ਨਹੀਂ, ਅਸੀਂ ਤਾਂ ਸਨਾਤਨੀ ਆ, ਅਸੀਂ ਜਿਹੜਾ ਹੈਗਾ ਸਾਡਾ ਸਿੱਖੀ ਨਾਲ ਰਿਲੇਟਡ ਕੋਈ ਨਹੀਂ ਹੈ। ਉਸ ਵੇਲੇ ਮੈਂ ਕਿਹਾ ਸੀ, ਇਹਨਾਂ ਨੇ ਕਿਹਾ ਉਹ ਚੰਗੇ ਗੁਰਸਿੱਖ ਆ। ਮੈਂ ਕਿਹਾ ਡੋਪ ਟੈਸਟ ਕਰਾ ਦਿਓ। ਉਹਨਾਂ ਨੇ ਡੋਪ ਟੈਸਟ ਅੱਜ ਤੱਕ ਨਹੀਂ ਕਰਾਇਆ। ਮੈਂ ਕਿਹਾ ਸੀ ਡੋਪ ਟੈਸਟ ਕਰਾ ਕੇ ਸੁਰਖਰੂ ਹੋ ਜਾਓ। ਉਦੋਂ ਮੈਂ ਇਕੱਲੇ ਨੇ ਵਿਰੋਧ ਕੀਤਾ ਸੀ। ਅੱਜ ਹਰਿਆਣਾ ਕਮੇਟੀ ਦੇ 37 ਮੈਂਬਰ ਨੋਮੀਨੇਟ ਨੇ, 38 ਨੋਮੀਨੇਟ ਨੇ, ਇੱਕ ਅਸਤੀਫਾ ਦੇ ਗਿਆ। 37 ਚੋਂ 20+ ਨੇ ਦਸਖਤ ਕਰਤੇ ਨੇ ਮਹੰਤ ਕਰਮਜੀਤ ਸਿੰਘ ਦੀ ਕਾਰਗੁਜ਼ਾਰੀ ਦੇ ਖਿਲਾਫ। ਹੁਣ ਅਗਲੀ ਗੱਲ ਜਿਹੜੀ ਮੇਰੀ ਸੁਣ ਲਿਓ, ਮੈਂ ਇੱਕ ਗੱਲ ਕਹਿਣਾ। ਇਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਰੱਜਿਆ ਪੁੱਜਿਆ ਸਿੱਖ ਆ। ਹੁਣ ਮੈਨੂੰ ਤਾਂ ਪਤਾ ਨਹੀਂ ਆ, ਮੇਰੇ ਨਾਲੋਂ ਵੱਧ ਉਹਨਾਂ ਦੇ ਪਰਿਵਾਰਕ, ਮਨਪ੍ਰੀਤ ਸਿੰਘ ਬਾਦਲ ਕਹਿੰਦਾ ਵਾ ਕਿ ਮੇਰੇ ਜਦੋਂ ਸੁਖਬੀਰ ਸਿੰਘ ਬਾਦਲ ਦੀ ਮਾਤਾ ਦਾ ਭੋਗ ਸੀ, ਉਦੋਂ ਲੰਗਰ ਜਿਹੜਾ ਸੀ ਉਹ ਮੁਕਤਸਰ ਸਾਹਿਬ ਤੋਂ ਤੇ ਦਮਦਮਾ ਸਾਹਿਬ ਤੋਂ ਬਣ ਕੇ ਆਇਆ ਸੀਗਾ। ਹੁਣ ਉਹ ਰੱਜੇ ਪੁੱਜੇ ਸਿੱਖ ਦੀ ਨਿਸ਼ਾਨੀ ਆ ਵੀ ਮਾਤਾ ਦੇ ਭੋਗ ਤੇ ਲੰਗਰ ਵੀ ਗੁਰਦੁਆਰਿਆਂ ਚੋਂ ਗਿਆ। ਫਿਰ ਤੀਸਰੀ ਗੱਲ, ਸਰਦਾਰ ਸਰਨਾ ਸਾਹਿਬ ਹੁਣਾਂ ਨੇ ਕਿਹਾ, ਅਸੀਂ ਤਾਂ ਇਹਨਾਂ ਨੇ ਜੋ ਅੱਜ ਤੱਕ ਕਿਹਾ, ਇਹਨਾਂ ਨਾਲ ਬੈਠਦੇ ਰਹੇ, ਉੱਠਦੇ ਰਹੇ, ਇਹਨਾਂ ਨੇ ਜੋ ਬਾਦਲਾਂ ਬਾਰੇ ਕਿਹਾ, ਅਸੀਂ ਤਾਂ ਉਹੀ ਤੁਹਾਡੇ ਨਾਲ ਸਾਂਝਾ ਕਰ ਰਹੇ ਜਾਂ ਜਿਹੜਾ ਹੰਢਾਇਆ। ਹੁਣ ਸਾਨੂੰ ਨਹੀਂ ਪਤਾ ਵੀ ਕਿਹੜਾ ਸ਼ੈਂਪੂ ਵਰਤਿਆ ਜਾਂ ਕਿਹੜਾ ਸਾਬਣ ਵਰਤਿਆ ਨੇ ਸਰਦਾਰ ਸਰਨਾ ਸਾਹਿਬ ਹੁਣਾਂ ਨੇ, ਕਿ ਹੁਣ ਬਾਦਲ ਪਰਿਵਾਰ ਸੁਰਖਰੂ ਹੋ ਗਿਆ ਵਾ ਤੇ ਹੁਣ ਸਰਨਾ ਸਾਹਿਬ ਕਹਿੰਦੇ ਆ ਕਿ ਬਾਦਲ ਦੀ, ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਚ ਆ ਜਾਓ। ਤੇ ਹੁਣ ਪਤਾ ਨਹੀਂ ਮੈਨੂੰ ਸਰਨਾ ਸਾਹਿਬ ਕਿਹੜਾ ਵਾ। ਸਰਨਾ ਸਾਹਿਬ ਕੁਝ ਕਹਿਣਾ ਚਾਹ ਰਹੇ ਦਾਦੂਜਾਲ ਜੀ, ਕਾਫੀ ਦੇਰ ਤੋਂ ਉਹਨਾਂ ਦੀ ਗੱਲ ਸੁਣ ਲੈਂਦੇ ਆ। ਮੈਂ ਦੋ ਗੱਲਾਂ ਕਹਿਣੀਆਂ ਚਾਹੁੰਦਾ। ਮਹੰਤ ਕਰਮਜੀਤ ਸਿੰਘ ਜਿਸ ਗੱਦੀ ਤੇ ਬੈਠਾ ਹੋਇਆ ਹੈ, ਉਹ ਸੰਤ ਨੇਚਰ ਸਿੰਘ ਦੀ ਗੱਦੀ ਤੇ ਬੈਠੇ ਹੋਏ, ਜਿਨ੍ਹਾਂ ਨੇ ਵੈਸਟ ਪੰਜਾਬ ਦੇ ਵਿੱਚ ਜੋ ਪ੍ਰਚਾਰ ਕੀਤਾ, ਜੋ ਸਿੱਖੀ ਦਾ ਪ੍ਰਸਾਰ ਕੀਤਾ, ਸਾਰੀਆਂ ਸੇਵਾ ਪੰਥੀ ਸਮਝਾਉਣ ਨੇ। ਅੱਜ ਦੇ ਮੈਨੂੰ ਨਹੀਂ ਪਤਾ, ਸਾਡੇ ਗੁਆਂਢ ਵੀ ਟਿਕਾਣਾ ਸਾਹਿਬ ਗੁਰਦੁਆਰਾ ਹੈ, ਮਹੰਤ ਗੁਰਮੁਖ ਸਿੰਘ
ਸਾਡੇ ਉਸ ਵਕਤ ਮੁਖੀ ਸਨ, ਉਹਨਾਂ ਨੇ ਆਪ ਸੇਵਾ, ਜਿਹੜਾ ਮਰਜ਼ੀ ਆ ਕੇ ਆਪ ਸੇਵਾ ਕਰਨੀ, ਲੰਗਰ ਛਕਾਉਣਾ ਸਾਰਿਆਂ ਨੂੰ। ਜਿਤਨੇ ਵੀ ਡੇਰੇ ਸਨ, ਸੰਤ ਬਾਬਾ ਜਵਾਹਰ ਸਿੰਘ ਦਾ ਡੇਰਾ ਹੁਸ਼ਿਆਰਪੁਰ ਸੀ, ਇਹ ਸਨ। ਇਹਨਾਂ ਦੇ ਮਹਾਂਪੁਰਖਾਂ ਨੇ ਜੋ ਸੇਵਾ ਕੀਤੀ ਹੈ ਸਿੱਖ ਕੌਮ ਦੀ, ਜੋ ਸਹਿਜਧਾਰੀਆਂ ਤੋਂ ਸਿੱਖ ਸਜਾਏ ਨੇ, ਉਹਦੀ ਦੇਣ ਅਸੀਂ ਭੁੱਲ ਨਹੀਂ ਸਕਦੇ। ਹੁਣ ਚੌਥੀ ਪੰਜਵੀਂ ਪੀੜ੍ਹੀ ਆ ਕੇ ਕਰਮਜੀਤ ਸਿੰਘ ਉਹਨਾਂ ਨੂੰ ਕੀ ਹੋ ਗਿਆ ਇਹ ਜ਼ਿਆਦਾ ਜਾਣਦੇ ਨੇ। ਦੂਸਰੀ ਗੱਲ, ਸਰ ਸੁਖਬੀਰ ਸਿੰਘ ਦੇ ਬਾਰੇ ਇਹਨਾਂ ਨੇ ਕਿਹਾ ਵੀ ਪਤਾ ਨਹੀਂ ਕਿਹੜਾ ਸਾਬਣ ਲਾਇਆ, ਸਰਫ ਲਾਇਆ। ਮੈਂ ਤਾਂ ਸਾਬਣ ਨਹੀਂ ਲਾਇਆ, ਸਰਫ ਨਹੀਂ ਲਾਇਆ ਨਾ ਮੈਂ। ਪਰ ਮੈਂ ਇੱਕ ਗੱਲ ਇਹ ਕਹਿ ਦੇਣੀ ਚਾਹੁੰਦਾ ਹਾਂ, ਅਕਾਲੀ ਦਲ ਕੋਲ ਜਿਹੜੀ ਗਲਤੀ ਹੋਈ ਹੈ ਉਹ ਇਹ ਹੋਈ ਹੈ ਕਿ ਬਰਗਾੜੇ ਵਿੱਚ ਜਿਹੜਾ ਕਾਂਡ ਹੋਇਆ, ਉਸ ਕਾਂਡ ਦੀ ਉਹ ਦੋਸ਼ੀਆਂ ਨੂੰ ਸਜ਼ਾ ਨਹੀਂ ਦਵਾ ਸਕੇ, ਉਹ ਸਜ਼ਾ ਦਵਾ ਨਹੀਂ ਸਕੇ, ਜਿਸ ਦੇ ਕਰਕੇ ਉਹਨਾਂ ਨੂੰ ਇਹ ਪੈ ਰਿਹਾ। ਮੈਂ ਇਹ ਗੱਲ ਕਹੀ ਹੈ ਕਿ ਨੂੰ ਦੁਬਾਰਾ ਬਣਾ ਲਓ, ਉਹਨਾਂ ਨੂੰ ਇਹਦਾ ਤੁਸੀਂ ਹੱਲ ਕੱਢਦੇ ਹੋ। ਹੈਗਾ ਕਿ ਸਰ ਸੁਖਬੀਰ ਸਿੰਘ ਤੋਂ ਉਹਨਾਂ ਦੀ ਪਾਰਟੀ ਤੇ ਮਾਫੀ ਮੰਗੇ, ਇਹ ਪੰਥ ਫੈਸਲਾ ਕਰੇ, ਸਾਰੇ ਬੁੱਧੀਜੀਵੀ ਜਾਓ, ਸੰਤ ਜਾਓ, ਬਈ ਇਹ ਗਲਤੀ ਕਿਵੇਂ ਕਰ ਸਕਦੀ ਹੈ। ਪਰ ਨਾ ਲਾਣਾ, ਕੋਈ ਸ਼ਰਤ ਨਹੀਂ ਲਾਣੀ, ਧਰਮ ਵਿੱਚ ਸ਼ਰਤ ਲਾ ਕੇ ਕੋਈ ਗੱਲ ਨਹੀਂ ਹੋਈ ਤੇ ਗੱਲ ਕਰ ਲਓ। ਗੱਲ ਤਾਂ ਇਹੀ ਹੈਗੀ ਨਾ, ਇਹ ਬੈਠੇ ਹੋਏ ਗਵਾਹ ਹੈਗੇ ਜਿਹੜੇ 2007 ਜਾਂ 2008 ਵਿੱਚ ਦਮਦਮਾ ਸਾਹਿਬ ਤੋਂ ਸਿੰਘ ਚੱਲੇ ਸਨ, ਉਹਦੇ ਨੇੜੇ। ਸਰਨਾ ਸਾਹਿਬ, ਤੁਹਾਡੀ ਗੱਲ ਪੂਰੀ ਨਹੀਂ ਆ ਰਹੀ, ਤੁਹਾਡਾ ਸੰਪਰਕ ਟੁੱਟ ਰਿਹਾ ਵਿੱਚ ਤੁਹਾਡੀ ਇਹ ਗੱਲ ਟੁੱਟ ਰਹੀ ਹੈ, ਗੱਲ ਦਰਸ਼ਕਾਂ ਤੱਕ ਪਹੁੰਚ ਨਹੀਂ ਰਹੀ ਹੈ। ਇਨ ਬਿਟਵੀਨ ਮੈਂ ਖੁਸ਼ਹਾਲ ਸਿੰਘ ਜੀ ਇੱਥੇ ਅਖੀਰ ਦੇ ਵਿੱਚ ਇੱਕ ਗੱਲ ਜ਼ਰੂਰ ਇਹ ਪੁੱਛਣੀ ਚਾਹੂੰਗਾ, ਜਿਹੜੀ ਤਾਕੀਦ ਜਥੇਦਾਰ ਗੌਰ ਸਾਹਿਬ ਹੋਰਾਂ ਨੇ ਕੀਤੀ ਹੈ ਕਿ ਉਹ ਪ੍ਰਵਾਨਿਤ ਹੋਊਗੀ, ਉਸ ਤੇ ਅਮਲ ਹੋਊਗਾ, ਸਾਰੇ ਆਣ ਮਿਲ ਕੇ ਸਿਰ ਜੋੜ ਕੇ ਬੈਠਣਗੇ, ਇਕੱਤਰ ਹੋਣਗੇ, ਜਾਂ ਫਿਰ ਦੂਜਾ ਸਵਾਲ ਮੇਰਾ ਇਹ ਹੈ ਕਿ ਆਪੋ ਆਪਣੇ ਸਿਆਸੀ ਹਿੱਤਾਂ ਨੂੰ ਪੂਰਦੇ, ਮਫਾਦਾਂ ਨੂੰ ਪੂਰਦੇ ਹੋਏ ਅਸੀਂ ਆਪਣੇ ਸਿਧਾਂਤ ਨੂੰ, ਆਪਣੇ ਅਕਾਲੀ ਦਲ ਨੂੰ, ਆਪਣੇ ਕਮੇਟੀ ਨੂੰ, ਪੰਥ ਨੂੰ ਤਲਾਂਜਲੀ ਦੇ ਗਏ ਹਾਂ। ਧੰਨਵਾਦ ਜੀ। ਇਹ ਗੱਲਾਂ ਤੇ ਸੁਣਨੋਂ ਤੇ ਕਰਨ ਨੂੰ ਤਾਂ ਬਹੁਤ ਸੋਹਣੀਆਂ ਹੁੰਦੀਆਂ ਲੱਗਦੀਆਂ ਕਿ ਬੈਠ ਜਾਣਾ ਚਾਹੀਦਾ, ਇਹਦੇ ਕੋਈ ਵਿਰੋਧ ਨਹੀਂ ਕਰ ਸਕਦਾ ਵੀ ਇਹ ਗੱਲਾਂ ਨੇ, ਲੇਕਿਨ ਉਹਨਾਂ ਜਿੰਨਾ ਚਿਰ ਤੁਸੀਂ ਏਜੰਡਾ ਤੈਅ ਨਹੀਂ ਕਰਦੇ ਕਿ ਅੱਜ ਸਿੱਖਾਂ ਦੇ ਏਜੰਡੇ ਕੀ ਨੇ, ਕਿਸ ਏਜੰਡੇ ਤੇ ਇਕੱਠਾ ਹੋਣਾ ਆ। ਅਕਾਲੀ ਦਲ ਨੂੰ ਮਜ਼ਬੂਤ ਕਰਨਾ ਕਿ ਇੱਕ ਪਰਿਵਾਰ ਨੂੰ ਕਰਨਾ, ਪਹਿਲਾਂ ਇਹ ਕਲੀਅਰ ਕਰਨਾ ਪਏਗਾ। ਜੇ ਅਕਾਲੀ ਦਲ ਨੂੰ ਕਰਨਾ ਹੈ ਤੇ ਉਹਦੇ ਵਾਸਤੇ ਹਰੇਕ ਮੇਰੇ ਸਿੱਖ ਜਿਹੜਾ ਅਰਦਾਸ ਕਰਦਾ, ਨਿਤਨੇਮ ਕਰਦਾ, ਉਹ ਉਹਦੇ ਵਾਸਤੇ ਸਵੇਰ ਹੋਏਗਾ, ਉਹਦੀ ਕੋਈ ਦੋ ਰਾਹ ਨਹੀਂ ਗਿਆ। ਪਰ ਪੰਜਾਬ ਦਾ ਏਜੰਡਾ ਕੀ ਹੋਵੇ, ਜਿਹਦੇ ਅੱਜ ਇਸ ਪੰਜਾਬ ਦਾ ਸਿਆਸੀ ਏਜੰਡਾ, ਸਿੱਖਾਂ ਦਾ ਸਿਆਸੀ ਏਜੰਡਾ ਕੀ ਹੋਵੇ, ਇਹ ਤੈਅ ਕਰਨਾ ਪਏਗਾ। ਕਿਉਂਕਿ ਹੁਣ ਦਾ ਅਕਾਲੀ ਦਲ ਅਨੰਦਪੁਰ ਸਾਹਿਬ, ਜਿਹੜਾ ਸਾਡਾ ਇੱਕ ਅਨੰਦਪੁਰ ਸਾਹਿਬ ਦਾ ਮਤਾ ਸਾਡਾ ਏਜੰਡਾ ਸੀ, ਉਹਨੂੰ ਛੱਡ ਚੁੱਕਿਆ ਆ। ਅਕਾਲੀ ਦਲ ਅਨੰਦਪੁਰ ਸਾਹਿਬ ਦੇ ਮਤੇ ਨੂੰ ਪੋਲੀਟੀਕਲ ਛੱਡ ਚੁੱਕਿਆ, ਉਹਦੀ ਗੱਲ ਨਹੀਂ ਕਰ ਰਿਹਾ। ਸਿੱਖ ਰਹਿਤ ਮਰਿਆਦਾ, ਪ੍ਰਵਾਨਤ ਰਹਿਤ ਮਰਿਆਦਾ, ਸ਼੍ਰੋਮਣੀ ਕਮੇਟੀ ਦੇ ਜਿਹੜੇ ਜ਼ਿੰਮੇਵਾਰ ਬੰਦੇ ਆ, ਜਨਰਲ ਸਕੱਤਰ ਕਹਿ ਚੁੱਕਿਆ ਕਿ ਇਹ ਮਰਿਆਦਾ ਹੈ ਨਹੀਂ ਤਾਂ ਖਰੜਾ ਆ। ਜਦੋਂ ਐਵੇਂ ਦੀਆਂ ਗੱਲਾਂ ਜਿੱਥੇ ਪੰਥ ਨੇ ਇਕੱਠਾ ਹੋਣਾ ਆ, ਉਹਦੇ ਵਿੱਚੋਂ ਉਹ ਜਿਹੜੀਆਂ ਵੱਡੀਆਂ ਧਿਰਾਂ ਨੇ ਉਹੀ ਉਹਦੇ ਤੋਂ ਬਾਗੀ ਹੋ ਜਾਣ, ਉਹਦੇ ਤੋਂ ਮਨੁੱਕਰ ਹੋ ਜਾਣ। ਏਕਤਾ ਤੇ ਇਕੱਤਰਤਾ ਕਰਨੀ ਬੜੀ ਔਖੀ ਹੁੰਦੀ ਆ। ਇਹਦੇ ਵਾਸਤੇ ਸਰਨਾ ਸਾਹਿਬ ਤੇ ਹੋਰ ਬੰਦਿਆਂ ਨੂੰ ਸਿਰ ਜੋੜਨਾ ਪਏਗਾ, ਇਹਦੇ 'ਚ ਕੋਈ ਦਾਰਾ ਨਹੀਂ ਆ। ਪਰ ਏਜੰਡਾ ਕੀ ਹੋਏ, ਉਹ ਕਾਹਦੇ ਵਾਸਤੇ ਇਕੱਠੇ ਹੋਣਾ, ਪਹਿਲਾਂ ਇਹ ਕਲੀਅਰ ਕਰਨਾ ਪਏਗਾ ਕਿ ਇੱਕ ਪਰਿਵਾਰ ਨੂੰ ਸ਼ਕਤੀਆਂ ਦੇਣ ਵਾਸਤੇ ਇਕੱਠਾ ਹੋਣਾ ਹੈ, ਕਿਉਂਕਿ 20 ਸਾਲ ਉਸ ਪਰਿਵਾਰ ਨੇ ਪੰਥ ਦੀ ਕੀਮਤ ਤੇ ਬਹੁਤ ਕੁਝ ਬਣਾਇਆ ਆ। ਅਸੀਂ ਸਾਡੇ ਸਾਹਮਣੇ ਆ, ਇਹਦੇ ਕੋਈ ਦੋ ਰਾਵਾਂ ਨਹੀਂ। ਪੰਜਾਬ ਦੇ ਉਹ ਮਨੁੱਕਰ ਹੋਏ ਆ, ਉਹ ਕਿਸੇ ਵੀ ਇਸ਼ੂ ਤੇ ਪੰਥ ਦੇ ਨਾਲ ਨਹੀਂ ਖੜੇ। ਜਦੋਂ ਵੀ ਪੰਥ ਦੇ ਕੋਈ ਮੌਕਾ ਆਇਆ, ਉਹਨਾਂ ਨੇ ਪੰਥ ਦਾ ਸਾਥ ਨਹੀਂ ਦਿੱਤਾ। ਤੇ ਉਹ ਸੁਖਬੀਰ ਸਿੰਘ ਦੀ ਅਗਵਾਈ ਕਿਵੇਂ ਕਬੂਲ ਕਰ ਲਈਏ, ਜਿਹੜੇ ਪੰਥ ਨੂੰ ਇੱਕ ਪੰਜਾਬੀ ਪਾਰਟੀ ਤੱਕ, ਜਿਹੜੇ ਖੜਕ ਸਿੰਘ ਜੀ ਦਾ ਇਤਿਹਾਸ ਗੱਲ ਕਰ, ਮਾਸਟਰ ਤਾਰਾ ਸਿੰਘ ਜੀ ਦਾ ਸ਼ਾਨਾ ਮੱਤਾ ਇਤਿਹਾਸ ਸੀ ਜਿਹੜਾ ਅਕਾਲੀ ਦਲ ਦਾ, ਉਹਨੂੰ ਇੱਕ ਐਸ ਥਾਂ ਤੇ ਲੈ ਗਏ ਅੱਜ ਕਿ ਇਤਿਹਾਸ ਵਿੱਚ ਸ਼ਾਇਦ ਅਕਾਲੀ ਦਲ ਦੀ ਇੰਨੀ ਮਾੜੀ ਹਾਲਤ ਹੋਈ ਹੋਵੇ ਜਿੰਨੀ ਹੁਣ ਹੋ ਕੇ ਗਈ ਆ। ਤੇ ਦੁਬਾਰਾ ਨਿਕਲਿਆ ਪਿਆ
ਅੱਜ ਅਕਾਲੀ ਦਲ ਦੇ ਕੋਲ 4 ਬੰਦੇ ਨਹੀਂ ਹੈਗੇ ਜਿਹੜੇ ਪੰਥ ਇਸ਼ੂ ਤੇ ਗੱਲ ਕਰ ਸਕਣ 10 ਮਿੰਟ। ਇਹ ਹਾਲਾਤ ਹੋ ਗਏ ਆ। ਇਹ ਕਿੰਨੇ ਲੈ ਕੇ ਆਉਂਦੇ ਆ? ਜਿੰਨਾ ਚਿਰ ਤੱਕ ਬਿਮਾਰੀ ਨੂੰ ਦੂਰ ਨਹੀਂ ਕਰਦੇ, ਡਾਇਗਨੋਜ਼ ਨਹੀਂ ਕਰਦੇ, ਉਹਨਾਂ ਚਿਰ ਇਲਾਜ ਹੋ ਹੀ ਨਹੀਂ ਸਕਦਾ। ਇੱਕ ਗੱਲ ਇਹ ਵੀ ਖੁਸ਼ਹਾਲ ਜੀ, ਇੱਕ ਗੱਲ ਇਹ ਵੀ ਦੱਸ ਦਿਓ। ਇੱਕ ਮਿੰਟ ਸਰਨਾ ਸਾਹਿਬ ਆ ਰਹੇ ਆ ਵੀ ਜੋ ਹੁਣ ਇਹ ਹੋਇਆ, ਜਿਹੜਾ ਨਵਾਂ ਪ੍ਰਸ਼ਾਸਕ ਥਾਪਿਆ ਤਾਂ ਅਸੀਂ ਨਹੀਂ ਕਹਾਂਗੇ ਕਿਉਂਕਿ ਪ੍ਰਵਾਨ ਨਹੀਂ ਹੋਇਆ, ਇਹਦੇ ਪ੍ਰਤੀ ਕਮੇਟੀਆਂ ਦਾ, ਇਕਾਈਆਂ ਦਾ, ਸੰਪਰਦਾਵਾਂ ਦਾ, ਸਾਰਿਆਂ ਦਾ ਐਲਾਨ ਤੇ ਐਕਸ਼ਨ ਕੀ ਹੋਣਾ ਚਾਹੀਦਾ? ਸਾਰਿਆਂ ਨੂੰ ਇਹ ਮਤੇ ਕਰਕੇ ਆਪਣੇ ਵੱਲੋਂ ਭੇਜਣੇ ਚਾਹੀਦੇ ਆ। ਵਾਪਸ ਲੈਣਾ ਚਾਹੀਦਾ। ਇਹਦੀ ਜਿੰਨੀ ਵੀ ਨਿੰਦਾ ਕਰਨੀ ਹੋਣੀ ਚਾਹੀਦੀ। ਵਾਪਸ ਕਹਿਣ ਨਾਲ ਵਾਪਸ ਨਹੀਂ ਹੋਏਗਾ। ਦੋ ਗੱਲਾਂ ਹੈਗੀਆਂ, ਦੋ ਗੱਲਾਂ ਜੀ। ਜਾਂ ਤਾਂ ਜਿਤਨੇ ਵੀ ਧੜੇ ਹੈਗੇ ਅਕਾਲੀ ਦਲਾਂ ਦੇ, ਕੱਲ ਆਪਣੇ ਐਗਜ਼ੈਕਟਿਵ ਦੀਆਂ ਮੀਟਿੰਗਾਂ ਬੁਲਾਉਣ, ਪਾਸ ਕਰ ਦੇਣ ਵੀ ਜੇ ਇਸ ਨੂੰ ਨਾ ਹਟਾਇਆ ਗਿਆ, ਸਾਡਾ ਬੀਜੇਪੀ ਦੀ ਸਰਕਾਰ ਨਾਲ ਭਾਵੇਂ ਉਹ ਸੈਂਟਰ ਹੈ ਭਾਵੇਂ ਸਟੇਟ ਵਿੱਚ ਹੈ, ਸਾਡਾ ਕੋਈ ਤਲਕ ਨਹੀਂ ਹੋਏਗਾ। ਦੂਸਰਾ, ਸ਼੍ਰੋਮਣੀ ਕਮੇਟੀ ਇੱਕ ਮੀਟਿੰਗ ਬੁਲਾਵੇ ਸਾਰਿਆਂ ਦੀ, ਸਾਰੇ ਬੁੱਧੀਜੀਵੀਆਂ ਦੀ, ਸੰਤਾਂ ਦੀ, ਸਾਰੀ ਪਾਰਟੀਆਂ ਦੀ, ਉਹਦੇ ਫਿਰ ਸਾਰੇ ਸ਼ਾਮਲ ਹੋਣ। ਏਜੰਡਾ ਇੱਕੋ ਹੀ ਹੈ, ਇਸ ਮਸਲੇ ਦਾ ਹੱਲ ਕੀ ਕਰਨਾ ਹੈ। ਸ਼੍ਰੋਮਣੀ ਕਮੇਟੀ ਸਾਰਿਆਂ ਦੀ, ਸਮੁੱਚੇ ਪੰਥ ਦੀ ਮੀਟਿੰਗ ਬੁਲਾ ਕੇ ਉਹਦੇ ਪਾਸ ਕਰਕੇ ਭੇਜ ਦੇਵੇ ਬਈ ਅੱਜ ਤੋਂ ਬਾਅਦ ਜਦ ਤੱਕ ਇਹ ਗੱਲਾਂ ਨਹੀਂ ਰੁਕਣਗੀਆਂ, ਸਾਡਾ ਕਿਸੇ ਨਾਲ ਕੋਈ ਸੰਬੰਧ ਨਹੀਂ। ਇੱਕ ਗੱਲ ਹੋਰ ਵੀ ਹੈਗਾ, ਆਪਣੀ ਗੱਲ ਮਨਾਉਣ ਵਾਸਤੇ ਜੇ ਮੁਸਲਿਮ ਲੀਗ ਨਾਲ ਵੀ ਸਮਝੌਤਾ ਕਰਨਾ ਪਵੇ ਤਾਂ ਕਰ ਲਵੋ, ਤੇ ਕੌਮ ਬਚਾ ਲਓ, ਪੰਥ ਬਚਾ ਲਓ। ਇਹ ਨਹੀਂ ਹੈ ਅੱਛਾ ਜੀ ਹੁਣ ਸਾਡੀ ਲੜਾਈ ਤੇ ਉਹਦੇ ਨਾਲ ਹੈ, ਅਸੀਂ ਉਹਦੇ ਨਾਲ ਤੇ ਜਾਣਾ ਨਹੀਂ, ਇਹਦੇ ਨਾਲ ਜਾਣਾ ਹੈ। ਸਿੱਧੀ ਗੱਲ ਹੈ, ਅਗਲਿਆਂ ਦੇ ਕੰਨਾਂ 'ਚ ਪਾ ਕੇ ਰੱਖ ਦਿਓ ਬਈ ਤੂੰ ਕਰਨਾ ਕਰ, ਨਹੀਂ ਕਰਨਾ ਤੇ ਸਾਡੇ ਕੋਲ ਰਸਤੇ ਬਹੁਤ ਨੇ। ਆਪਣੇ ਰਸਤੇ ਮਿnority ਕਮੇਟੀਆਂ ਬੰਦ ਨਹੀਂ ਕਰਦੀਆਂ, ਖੁੱਲੇ ਰੱਖਦੀਆਂ। ਆਪਣੇ ਰਸਤੇ ਖੁੱਲੇ ਰੱਖੋ। ਇਹ ਜੇ ਕਈ ਆਮ ਨਿਕਲਣਗੇ ਹੁਕਮ, ਸਾਰੇ ਰੱਦ ਹੋਣਗੇ। ਪਰ ਮੈਂ ਕਹਿਣਾ ਚਾਹੁੰਦਾ ਸਰਦਾਰ ਖੁਸ਼ਹਾਲ ਸਿੰਘ ਜੀ, ਤੁਸੀਂ ਆਪਣੀ ਸਿੰਘ ਸਭਾ ਦੀ ਮੀਟਿੰਗ ਬੁਲਾ ਕੇ ਮਤਾ ਪਾਸ ਕਰੋ, ਸਾਰੇ ਅਕਾਲੀ ਦਲ ਆਪਣੇ ਮਤਾ ਪਾਸ ਕਰਨ। ਨਹੀਂ ਬੋਲੇ ਜਾਂ ਸ਼੍ਰੋਮਣੀ ਕਮੇਟੀ ਫਿਰ ਫੈਸਲਾ ਕਰੇ, ਉਹ ਸਾਰੇ ਪੰਥ ਨੂੰ ਬੁਲਾਵੇ ਔਰ ਉਹਦੇ 'ਚ ਪਾਸ ਕਰੇ। ਕੀ ਹੈ, ਕੋਈ ਉੱਥੇ ਸ਼ਰਤ ਨਾ ਲਾਵੇ। ਸਹਿਮਤ ਹੋ ਇਸ ਵਿਚਾਰ ਨਾਲ? ਸਹਿਮਤ ਹੈ ਜੀ। ਬਿਲਕੁਲ ਜਿਹੜੀ ਗੱਲ ਸਰਨਾ ਸਾਹਿਬ ਨੇ ਕਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਦੇ ਵਿੱਚ ਸਾਰਾ ਕੰਮ ਹੋਵੇ, ਨਾ ਕਿ ਸੁਖਬੀਰ ਸਿੰਘ ਬਾਦਲ ਦੀ। ਠੀਕ ਹੈ ਜੀ। ਦੇਖੋ ਆਪਣਾ ਦਾਦੂਵਾਲ ਜੀ, ਹੁਣ ਜੇ ਮਾਲੀ ਖੋਰੀਆ ਸੁਖਬੀਰ ਸਿੰਘ ਦਾ ਨਾ ਕੱਢਿਆ ਕਰੋ। ਜਦ ਉਹ ਕਮੇਟੀ ਬਣੀ ਸੀ ਜਿਹਦੇ ਤੁਸੀਂ ਆਏ ਸੀ, ਉਹਦੇ ਪ੍ਰਧਾਨ ਨੇ ਕੀਤੀ ਸੀ ਕਿ ਸੁਖਬੀਰ ਸਿੰਘ ਨੇ ਕੀਤੀ ਸੀ? ਤੇ ਪਹਿਲੀ ਮੀਟਿੰਗ ਦੇ ਵਿੱਚ ਇਤਰਾਜ਼ ਕਿਹਨੇ ਕੀਤਾ ਸੀਗਾ? ਪਹਿਲੀ ਮੀਟਿੰਗ ਦੇ ਵਿੱਚ ਹੀ ਤੁਹਾਨੂੰ ਲੈਟਰ ਫੜਾਤਾ ਸੀ, ਉਹ ਲੈਟਰ ਪੜ੍ਹ ਲਓ ਸਰਨਾ ਸਾਹਿਬ। ਸੁਖਬੀਰ ਸਿੰਘ ਬਾਦਲ ਦੇ ਹੱਥ 'ਚ ਪਹਿਲੀ ਮੀਟਿੰਗ 'ਚ ਹੀ ਫੜਾਇਆ ਸੀਗਾ, ਪਹਿਲੀ ਮੀਟਿੰਗ 'ਚ ਹੀ ਫੜਾਇਆ ਸੀ ਉਹਨਾਂ ਦੇ ਹੱਥ 'ਚ ਲੈਟਰ, ਉਹਦੇ ਤੇ ਇਤਰਾਜ਼ ਕੀਤਾ ਸੀਗਾ। ਤੁਸੀਂ ਫਿਰ ਕਿਉਂ ਸੁਖਬੀਰ ਸਿੰਘ ਬਾਦਲ ਤੋਂ ਕਿਉਂ ਨਹੀਂ ਬਾਹਰ ਨਿਕਲਦੇ? ਤੁਸੀਂ ਸ਼੍ਰੋਮਣੀ ਕਮੇਟੀ ਨੂੰ ਕਿਉਂ ਨਹੀਂ ਤਾਕਤ ਦੇਣਾ ਚਾਹੁੰਦੇ? ਅਸੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਤਾਕਤ ਕਹਿ ਰਹੇ ਹਾਂ ਵਧਾਓ, ਅਸੀਂ ਸਾਰੀਆਂ ਗੱਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕਿਉਂ ਰੱਸਾ ਪਾਉਣਾ ਚਾਹੁੰਦੇ ਆ? ਤੁਸੀਂ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਦਾ ਹੀ ਕਿਉਂ ਪਾਉਣਾ? ਛੱਡੋ ਆਪਾਂ ਇਸ ਸੁਖਬੀਰ ਸਿੰਘ ਬਾਦਲ ਤੋਂ ਬਾਹਰ ਕਿਉਂ ਨਹੀਂ ਨਿਕਲਦੇ? ਗੱਲ ਨੇ ਰਸਤਾ ਫੜਿਆ ਸੀ। ਗੱਲ ਲਾਲਿਆਂ ਨੂੰ ਸਰਵਾਈਵ ਕਰ ਲਿਓ, ਪੰਚ 'ਚ ਸਰਵਾਈਵ ਨਹੀਂ ਹੋ ਸਕਦਾ। ਹੁਣ ਸਰਦਾਰ ਸਰਨਾ ਸਾਹਿਬ ਤੁਸੀਂ ਸਰਵਾਈਵ ਕਰਨਾ, ਸਰਦਾਰ ਸਰਨਾ ਸਾਹਿਬ ਹੁਣ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਸਰਵਾਈਵ ਕਰਨਾ, ਦੱਸੋ। ਉਹਨੂੰ ਨਹੀਂ ਪੰਥ ਸਰਵਾਈਵ ਕਰਦਾ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਵਿੱਚ ਕਰੋ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਪ੍ਰਧਾਨਗੀ 'ਚ ਕਰੋ। ਤੁਸੀਂ ਤਾਂ ਸਿਆਣੇ ਹੋ, ਸੁਲਝੇ ਹੋਏ ਹੋ, ਕਿੰਨੀ ਵਾਰ ਪ੍ਰਧਾਨ। ਚਲੋ ਮੈਂ ਚਾਹੁੰਦਾ ਵੀ ਆਪਾਂ ਇਸ ਵਿਵਾਦ ਨੂੰ ਵਿਵਾਦ ਦੇ ਵਿੱਚ ਤਬਦੀਲ ਨਾ ਹੋਣ ਦਈਏ। ਨਹੀਂ ਆਪਾਂ ਇਸ ਵਿਵਾਦ ਨੂੰ ਵਿਵਾਦ ਦੇ ਵਿੱਚ ਤਬਦੀਲ ਨਾ ਹੋਣ ਦਈਏ। ਗੌਰ ਸਾਹਿਬ ਕੁਝ ਕਹਿਣਾ ਚਾਹੁੰਦੇ ਆ, ਆਖਰੀ ਤਕਰੀਰ ਗੌਰ ਸਾਹਿਬ ਦੀ। ਸੁਖਬੀਰ ਸਿੰਘ ਬਾਦਲ ਨੂੰ ਬਾਛੇ ਕਰਦੇ ਹੋ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਵਿੱਚ ਕਰੋ, ਅਸੀਂ ਪੂਰਾ ਸਾਥ ਦੇਵਾਂਗੇ। ਅਸੀਂ ਵਿਰੋਧ ਕਰਦੇ ਆ ਦਾਦੂਆ ਸਾਹਿਬ ਦੀ ਨਿਯੁਕਤੀ ਦਾ। ਬੇਨਤੀ ਹੈ ਜਥੇਦਾਰ ਸਾਹਿਬ ਕੁਝ ਕਹਿਣਾ ਚਾਹ ਰਹੇ ਆ। ਗੌਰ ਸਾਹਿਬ ਆਖਰੀ ਤਕਰੀਰ ਉਹਨਾਂ ਦੀ, ਤਕਰਾਰ ਛੱਡੀਏ, ਤਕਰੀਰ ਸੁਣੀਏ। ਸਾਰੇ ਚਾਹੁੰਦੇ ਆ ਏਕਤਾ ਕਰੋ, ਪਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕੋਈ ਏਕਤਾ 'ਚ ਨਹੀਂ ਮੰਨਦਾ ਸਰਦਾਰ ਸਰਨਾ ਸਾਹਿਬ। ਸੁਖਬੀਰ ਸਿੰਘ ਬਾਦਲ ਨੂੰ ਨਹੀਂ ਮੰਨਦੇ। ਤੁਸੀਂ ਉਹਨਾਂ ਨੂੰ ਨਾਮ ਬਣਾਓ, ਬਥੇਰਿਆਂ ਨੇ ਜ਼ੋਰ ਲਾ ਲਿਆ। ਤੁਸੀਂ ਕਾਹਨੂੰ ਆਪਣੀ એનર્ਜੀ ਵੇਸਟ ਕਰਦੇ? ਹੁਣ ਸਰਦਾਰ ਸਰਨਾ ਸਾਹਿਬ ਦਾਦੂਵਾਲ ਜੀ
ਤੁਸੀਂ ਆਪਣੀ એનર્ਜੀ ਨਾ ਵੇਸਟ ਕਰੋ ਸਰਦਾਰ ਸਰਨਾ ਸਾਹਿਬ। ਚਲੋ ਠੀਕ ਹੈ, ਸਰਦਾਰ ਗੌਰ ਸਾਹਿਬ ਸਾਹਿਬ ਕੁਝ ਕਹਿ ਰਹੇ ਆ, ਗੌਰ ਸਾਹਿਬ ਦੀ ਗੱਲ ਸੁਣੀਏ ਪਲੀਜ਼। ਨੂੰ ਪਾਵਰਫੁਲ ਬਣਾਓ। ਬੇਨਤੀ ਹਾਂਜੀ ਗੌਰ ਸਾਹਿਬ। ਗੱਲ ਹੈ ਕਿ ਜੀ ਮੈਂ ਗੱਲ ਇਹ ਹੈ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਨਾ ਸਾਹਿਬ ਤੁਹਾਡਾ ਵਿਚਾਰ ਆ ਗਿਆ। ਜਥੇਦਾਰ ਸਾਹਿਬ ਦੀ ਗੱਲ ਸੁਣ ਲਈਏ, ਗੌਰ ਸਾਹਿਬ ਦੀ ਬੇਨਤੀ। ਚੁੱਪ ਦਾ ਦਾਨ ਮਾੜਾ ਆਪਾਂ ਸਾਰੇ ਬਖਸ਼ੀਏ ਜੀ। ਗੌਰ ਸਾਹਿਬ ਗੱਲ ਇਹ ਹੈ, ਜੇ ਅਸੀਂ ਨਾ ਇਕੱਠੇ ਹੋਏ, ਸਾਡਾ ਇਸ ਤਰ੍ਹਾਂ ਇੱਕ ਦੂਜੇ ਤੇ ਇਲਜ਼ਾਮ ਦਰਾਜ਼ੀ ਚੱਲਦੀ ਰਹੀ। ਇਹ ਵੱਡੀਆਂ ਸ਼ਖਸੀਅਤਾਂ ਨੇ ਪੰਥ ਵਿੱਚ, ਦਾਦੂਵਾਲ ਜੀ ਨੇ, ਸਰਨਾ ਜੀ ਨੇ, ਇਹਨਾਂ ਦੀ ਬਹੁਤ ਸੇਵਾ ਹੈਗੀ ਹੈ, ਬਹੁਤ ਸਨਮਾਨ ਹੈਗਾ ਸਾਰੇ ਪਾਸੇ। ਅਸੀਂ ਨਾ ਇਸ ਮੁੱਦੇ ਨੂੰ ਦੂਜੀ ਦਿਸ਼ਾ ਵੱਲ ਨਾ ਲੈ ਜਾਈਏ। ਜੇ ਅਸੀਂ ਇਕੱਠੇ ਨਾ ਹੋਏ, ਅਸੀਂ ਝੁੱਕ ਕੇ ਇਕੱਠੇ ਹੋ ਸਕਦੇ ਹਾਂ, ਇੱਕ ਦੂਜੇ ਦਾ ਸਨਮਾਨ ਕਰਕੇ ਇਕੱਠੇ ਹੋ ਸਕਦੇ ਹਾਂ। ਜੇ ਅਸੀਂ ਇਕੱਠੇ ਨਾ ਹੋਏ ਤਾਂ ਤੁਸੀਂ ਨਾ ਸਮਝੋ, ਇਸ ਭੁਲੇਖੇ 'ਚ ਨਾ ਰਹਿਣਾ ਕਿ ਇੱਕ ਪ੍ਰਸ਼ਾਸਕ ਲੱਗੇਗਾ, ਤੁਹਾਡੇ ਤਖਤਾਂ ਦੇ ਜਥੇਦਾਰ ਵੀ ਦੂਜੇ ਲੱਗਣਗੇ। ਤੁਸੀਂ ਭੁੱਲ ਜਾਓ ਇਹ ਗੱਲ। ਚਲੋ ਇਸ ਲਈ ਤੁਸੀਂ ਨਾ ਸਮਝੋ ਕਿ ਅਸੀਂ ਇਹ ਗੱਲ ਕਰ ਲਵਾਂਗੇ। ਇੱਕੋ ਹੀ ਤਰੀਕਾ ਤੁਹਾਡੇ ਕੋਲ ਆਏਗਾ, ਕੋਈ ਸਰਕਾਰ ਤੁਹਾਡਾ ਵਿਰੋਧੀ ਨਹੀਂ ਹੈਗੀ। ਤੁਸੀਂ ਕੋਈ ਵੀ ਸਮਝੌਤਾ ਸ਼ਰਤ ਲਾਈ ਜਾਏ ਤੇ ਨਹੀਂ ਹੋ ਸਕਦਾ। ਜਿਸਨੇ ਸਮਝੌਤਾ ਅਸੀਂ ਆਪਸ ਵਿੱਚ ਮਿਲ ਲਈਏ, ਨੋ ਕੰਡੀਸ਼ਨ ਬੈਠਣਾ। ਮਾਨਯੋਗ ਸਰਨਾ ਜੀ, ਜਿਹੜੇ ਇਹਨਾਂ ਨੇ ਕੰਡੀਸ਼ਨ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਰ। ਲੋ ਸਰਨਾ ਸਾਹਿਬ ਤਾਂ ਚਰਚੇ ਛੱਡ ਗਏ, ਹਲੇ ਕਹਿੰਦੇ ਇਕੱਠੇ ਹੋਈਏ, ਇਹ ਕਹਿੰਦੇ ਇਕੱਠੇ ਹੋਈਏ, ਇਹ ਚਰਚੇ ਛੱਡ ਗਏ ਜੀ। ਗੌਰ ਸਾਹਿਬ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਇਕੱਠੇ ਨਹੀਂ ਹੁੰਦੇ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ 'ਚ ਨਹੀਂ ਬੈਠਣਾ। 100 ਹੱਥ ਰੱਸਾ ਸਿਰੇ ਤੇ ਗੰਢ। ਨਹੀਂ ਮੈਂ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਪ੍ਰਧਾਨਗੀ। ਦੇਖੋ ਗੱਲ ਇਹ ਹੈ, ਗੌਰ ਸਾਹਿਬ ਤੁਸੀਂ ਇਹ ਗੱਲ ਕਹੀ ਸੀ ਵੀ ਅਸੀਂ ਇਸ ਮੰਚ ਤੋਂ ਥੋੜੀ ਸਵੈ ਪੜਚੋਲ ਕਰਾਂਗੇ, ਇਸ ਮੰਚ ਤੋਂ ਥੋੜੀ ਗੱਲ ਕਰਾਂਗੇ। ਅੱਜ ਜਦੋਂ ਲੋਕਾਚਾਰੀ ਹੀ ਦਿਖਾ ਕੇ ਵੀ ਅਸੀਂ ਸਾਹਮਣੇ ਇਕੱਠੇ ਨਹੀਂ ਬਹਿ ਸਕਦੇ, ਬੰਦ ਦਰਵਾਜ਼ਿਆਂ ਦੇ ਵਿੱਚ ਇਕੱਠੇ ਕਿਵੇਂ ਹੋ ਸਕਦੇ ਆ? ਦੇਖੋ ਇੱਕ ਆਤਮ ਚਿੰਤਨ ਦੀ ਗੱਲ ਚੱਲ ਰਹੀ ਸੀ, ਸਵੈ ਪੜਚੋਲ ਦੀ ਗੱਲ, ਇਹ ਤਾਂ ਛੱਡ ਕੇ ਤੁਸੀਂ ਆਪ ਦੇਖੋ। ਹੁਣ ਗੌਰ ਸਾਹਿਬ ਤੁਸੀਂ ਆਪ ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ, ਹੁਣ ਫੇਰ ਕਰਦਾ ਕਿ ਮੈਂ ਉਮਰ, ਲਿਆਕਤ ਸਭ ਦੇ ਵਿੱਚ ਛੋਟਾ ਨਿਮਾਣਾ। ਢਾਲੀਵਾਲ ਸਾਹਿਬ ਬੈਠਣਾ ਕਿਹਦੇ ਨਾਲ ਹੈ? ਏਕਤਾ ਦਾ ਕੋਈ ਪੈਮਾਨਾ ਹੁੰਦਾ ਵਾ ਜੀ। ਏਕਤਾ ਕਰਨੀ ਕਿਹਦੇ ਨਾਲ ਆ? ਬੈਠਣਾ ਕਿਹਨਾਂ ਨੇ ਆ? ਜਿਨ੍ਹਾਂ ਨੇ ਪੰਥ ਦਾ ਘਾਣ ਕੀਤਾ, ਮੁੜ ਕੇ ਉਹਨਾਂ ਨਾਲ ਏਕਤਾ ਕਰਕੇ ਉਹਨਾਂ ਨੂੰ ਫੇਰ ਪੰਥ ਤੇ ਭਾਉਣਾ ਵੀ ਜਿਹੜੀ ਮਾੜੀ ਮੋਟੀ ਕਸਰ ਰਹਿ ਗਈ ਆ ਉਹ ਵੀ ਕੱਢ ਦਿਓ। ਠੀਕ ਹੈ ਗੌਰ ਸਾਹਿਬ, ਗੱਲ ਉਹੀ ਆ ਗਈ ਨਾ ਫਿਰ। ਇਹ ਤਾਂ ਵਾਲੀ ਮਤਲਬ ਗੱਲ ਇਹ ਹੈ ਵੀ ਜੇ ਮੈਦਾਨੇ ਜੰਗ ਦੇ ਵਿੱਚ ਸ਼ਮਸ਼ੀਰ ਉੱਥੋਂ ਗਿਰ ਗਈ ਤਾਂ ਇਹਦਾ ਮਤਲਬ ਸ਼ਮਸ਼ੀਰ ਮਾੜੀ ਹੈ। ਇਹ ਅਸੀਂ ਕਹਿਣਾ ਹੀ ਨਹੀਂ ਕਿ ਉਹਨੂੰ ਚਲਾਉਣ ਵਾਲਾ ਬੰਦਾ ਮਾੜਾ। ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਹਾਡੀ ਕਾਲ ਆਈ ਹੈ, ਮੈਂ 3:30 ਵਜੇ ਅੰਮ੍ਰਿਤ ਵੇਲੇ ਬਹਿ ਗਿਆ ਵੀ ਦਸਤਾਰ ਸਜਾ ਕੇ ਵੀ ਮੈਂ ਗੱਲ ਕਰਨੀ। ਹਾਂ ਨਹੀਂ ਬਿਲਕੁਲ ਠੀਕ ਹੈ। ਮੈਂ ਤਾਂ ਇਹ ਬੇਨਤੀ ਇਹ ਕਰ ਰਿਹਾ ਕਿ ਅਸੀਂ ਕਿਸੇ ਵਿਅਕਤੀ ਦੇ ਵਿਰੋਧ ਕਰਕੇ ਆ ਜਿਹੜਾ ਪੰਥਕ ਸਾਡਾ ਨੁਕਸਾਨ ਹੋ ਰਿਹਾ ਇਸ ਤੋਂ ਬਚੀਏ। ਜੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਇਸ ਗੱਲ ਨਾਲ ਥੋੜੀ ਜਿਹੀ ਸਹਿਮਤੀ ਵਿਅਕਤ ਕਰਨ ਵੀ ਚਲੋ ਜਿਵੇਂ ਪੰਥ ਕਹਿੰਦਾ ਕਰ ਲਓ, ਤੇ ਉਹਨਾਂ ਦਾ ਵੀ ਸਨਮਾਨ ਹੋਰ ਵਧੇਗਾ, ਘਟੇਗਾ ਨਹੀਂ। ਸਰਨਾ ਜੀ ਵੀ, ਉਹਨਾਂ ਦਾ ਵੀ ਸਨਮਾਨ ਹੋਰ ਵਧੇਗਾ, ਦਾਦੂਵਾਲ ਜੀ ਦਾ ਵੀ ਸਨਮਾਨ ਹੋਰ ਵਧੇਗਾ। ਇਸ ਵੇਲੇ ਮੈਂ ਜਿਹੜੀ ਗੱਲ ਤੁਹਾਨੂੰ ਕਹੀ ਹੈ ਉਸ ਨੂੰ ਥੋੜਾ ਜਿਹਾ ਥਾਂ ਦਿਓ। ਜੇ ਅਸੀਂ ਨਹੀਂ ਇਕੱਠੇ ਹੋਵਾਂਗੇ, ਅਸੀਂ ਇੱਕ ਦੂਜੇ ਦਾ ਵਿਰੋਧ ਕਰਦੇ ਰਵਾਂਗੇ ਤਾਂ ਸਾਡੇ ਤਖਤਾਂ ਤੇ ਵੀ ਜਥੇਦਾਰ ਦੂਜੇ ਲੱਗਣਗੇ। ਚਲੋ ਠੀਕ ਹੈ, ਤੁਸੀਂ ਇੱਕ ਰਿਕੁਐਸਟ ਕੀਤੀ ਹੈ ਕਿ ਸਾਰੇ ਇਕੱਠੇ ਹੋਣ। ਉਮੀਦ ਕਰਦੇ ਹਾਂ ਬਾਕੀ ਮਤਲਬ ਸਾਰੇ ਰਾਜ਼ੀ ਇਸ ਗੱਲ ਤੇ ਵੀ ਇਕੱਠੇ ਹੋਣਾ ਚਾਹੀਦਾ ਤੇ ਦੇਖਦੇ ਹਾਂ ਸ਼੍ਰੋਮਣੀ ਕਮੇਟੀ ਇਹਦੇ ਤੇ ਕੀ ਕਾਲ ਦਿੰਦੀ ਹੈ ਤੇ ਉਸ ਤੋਂ ਬਾਅਦ ਜਾਂਦੇ ਆ ਤੇ ਉਹਦਾ ਅਸਰ ਕੀ ਪੈਂਦਾ ਹੈ ਇਸ ਜਮਾਤ ਦੇ ਉੱਤੇ। ਮੈਂ ਤੁਹਾਡਾ ਧਾਲੀਵਾਲ ਜੀ, ਤੁਹਾਡਾ ਮੈਂ ਸ਼ੁਕਰਗੁਜ਼ਾਰ ਹਾਂ, ਧੰਨਵਾਦੀ ਹਾਂ। ਗੱਲ ਇਹ ਹੁੰਦੀ ਹੈ ਕਿ ਚਿਰਾਗ ਕਿੰਨੀ ਦੇਰ ਜਲਿਆ ਉਸ ਨਾਲ ਮਤਲਬ ਨਹੀਂ ਹੁੰਦਾ, ਚਿਰਾਗ ਨੇ ਰੋਸ਼ਨੀ ਦਿੱਤੀ ਹੈ ਇਸ ਨਾਲ ਮਤਲਬ ਹੁੰਦਾ। ਤੁਸੀਂ ਸੋਹਣਾ ਇਹ ਰੋਸ਼ਨੀ ਦੇ ਰਹੇ ਹੋ, ਚਾਨਣਾ ਦੇ ਰਹੇ ਹੋ। ਇੱਕ ਉਹ ਸ਼ੇਰ ਵੀ ਹੈਗਾ ਕਿ कारवां के लुट जाने का गम नहीं गालिब, सवाल तो था तेरी रहबरी का। इसलिए ਅਸੀਂ ਸਾਰੇ ਆਪਣਾ ਬਣਦਾ ਇਸ ਵਿੱਚ ਸਹਿਯੋਗ ਦਈਏ। ਉਹ ਸਿੱਖ ਜਿਹੜੇ ਨੇ ਉਹ ਸਿਆਣੇ ਹੀ ਸਨ, ਜਿਨ੍ਹਾਂ ਨੇ ਆਪਣੇ ਸੀਸ ਵੀ ਦੇ ਦਿੱਤੇ
ਤੇ ਸਤਿਗੁਰੂ ਦੇ ਅਸਥਾਨਾਂ ਦੀਆਂ ਤੇ ਸਿੱਖੀ ਸ਼ਾਨ ਦੀਆਂ ਜਿਹੜੀਆਂ ਵਡਿਆਈਆਂ ਸੀ ਉਹਨਾਂ ਨੂੰ ਕਾਇਮ ਰੱਖਿਆ। ਜੇ ਇੱਕ ਮਾੜੀ ਮੋਟੀ ਪਦਵੀ ਸਾਨੂੰ ਛੱਡਣੀ ਵੀ ਪਵੇ ਤਾਂ ਸਾਨੂੰ ਛੱਡ ਦੇਣੀ ਚਾਹੀਦੀ। ਬਿਲਕੁਲ ਠੀਕ ਹੈ ਗੱਲ। ਅਸੀਂ ਕੋਈ ਇਹ ਨਹੀਂ ਵੀ ਅਸੀਂ ਜੀ ਕਿਹਾ ਨਾ ਅਖੀਰ ਤੇ ਜੋ ਗੌਰ ਸਾਹਿਬ ਨੇ, ਮੈਂ 101% ਗੌਰ ਸਾਹਿਬ ਦੀ ਇਸ ਗੱਲ ਨਾਲ ਐਗਰੀ ਹਾਂ। ਹੁਣ ਸੁਖਬੀਰ ਸਿੰਘ ਬਾਦਲ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਉਹਦੇ ਲੱਛੇਦਾਰ ਭਾਸ਼ਣ, ਦਿਖਾਵੇ ਦੀਆਂ ਗੱਲਾਂ ਨਾਲ ਪੰਥ ਨਹੀਂ ਮੰਨਦਾ। ਜੋ ਗਲਤੀਆਂ ਗੁਨਾਹ ਹੋਏ ਆ, ਡਰਾਮੇਬਾਜ਼ੀ ਦੀ ਮਾਫੀ ਨਾਲ ਪੰਥ ਨਹੀਂ ਮੰਨਦਾ। ਤੇ ਸ਼ੇਰ ਮੈਂ ਵੀ ਇੱਕ ਸਾਂਝਾ ਕਰ ਦੇਣਾ, ਜਿਹੜਾ ਗੌਰ ਸਾਹਿਬ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਇਹ ਦੇਖ ਲੈਣਾ ਚਾਹੀਦਾ। ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ गालिब शायर बहुत ही अच्छा था, बातें बहुत बनाता था, गुफ्तार का गाजी बन तो गया पर किरदार का गाजी बन ना सका। सुखबीर बादल दिया गुफ्तार दियां गल्लां नहीं पंथ ने देखणियां, दा किरदार जो कुछ बीतिया ਉਹ ਦੇਖਣਾ। ਉਹਦੇ ਕਰਕੇ ਪੰਥ ਉਹਦੀ ਸਰਪ੍ਰਸਤੀ 'ਚ ਇਕੱਠਾ ਨਹੀਂ ਹੋ ਸਕਦਾ। ਉਹਨੂੰ ਮੰਨ ਲੈਣਾ ਚਾਹੀਦਾ। ਤੇ ਸ਼੍ਰੋਮਣੀ ਕਮੇਟੀ ਵੀ ਘੁੰਮ ਘੁਮਾ ਕੇ ਮੁੜ ਕੇ ਸੁਖਬੀਰ ਬਾਦਲ ਪਰਿਵਾਰ ਦੇ ਰੱਸੇ ਨਾਲ ਨਾ ਬੰਨਣ ਦੀ ਕੋਸ਼ਿਸ਼ ਕਰੇ। ਜਦੋਂ ਵੀ ਉਹ ਬਾਦਲ ਪਰਿਵਾਰ ਦੇ ਰੱਸੇ ਨਾਲ ਬੰਨਣ ਦੀ ਕੋਸ਼ਿਸ਼ ਕਰਦੇ ਆ, ਦਰਾੜਾਂ ਹੋਰ ਵੱਧ ਜਾਂਦੀਆਂ। ਮੈਂ ਦੇਖੋ ਕਿੱਡਾ ਵਧੀਆ ਸੁਝਾਅ ਦਿੱਤਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਪ੍ਰਧਾਨਗੀ ਦੇ ਵਿੱਚ ਪੰਥ ਇਕੱਠਾ ਕਰ ਲਓ ਤੇਜਾ ਸਿੰਘ ਸਮੁੰਦਰੀ ਹਾਲ 'ਚ। ਤੇ ਜਿਹੜੀ ਨਿਯੁਕਤੀ ਹੋਈ ਇਹਦਾ ਵਿਰੋਧ ਹੋਰ ਮੁੱਦਿਆਂ ਦਾ ਜਿਹੜਾ ਹੈਗਾ ਉਹਦੇ ਤੇ ਇਕੱਠੇ ਸਾਰੇ ਸਿਰ ਜੋੜਨ ਨੂੰ ਤਿਆਰ ਆ। ਸ਼ਾਇਦ ਖੁਸ਼ਹਾਲ ਸਿੰਘ ਵੀ ਇਹਦੇ ਨਾਲ ਸਹਿਮਤ ਹੋਣਗੇ, ਗੌਰ ਸਾਹਿਬ ਵੀ ਸਹਿਮਤ ਹੋਣਗੇ ਇਸ ਗੱਲ ਦੇ ਨਾਲ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਪ੍ਰਧਾਨਗੀ 'ਚ ਕਰ ਲਓ। ਜੀ ਜੀ, ਅਸੀਂ ਤਾਂ ਦੇਖੋ ਗੱਲ ਇਹ ਹੈ ਵੀ ਕੋਈ ਕਿੰਤੂ ਨਹੀਂ ਸੀ, ਕੋਈ ਪਰੰਤੂ ਨਹੀਂ ਸੀ, ਨਾ ਹੈ ਤੇ ਨਾ ਰਹੇਗਾ। ਦੇਖੋ ਵੈਸੇ ਵੀ ਧਾਲੀਵਾਲ ਜੀ ਇੱਕ ਗੁਜ਼ਾਰਿਸ਼ ਹੋਰ ਕਰਨੀ ਚਾਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੀ ਮਾਂ ਹੈਗੀ ਹੈ। ਹਰ ਤਰ੍ਹਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਸੰਸਥਾ ਹੈ, ਬੜੀਆਂ ਕੁਰਬਾਨੀਆਂ ਦੇ ਕੇ ਬਣਾਈ ਹੈ। ਦਾਦੂਵਾਲ ਜੀ ਦਾ ਇਹ ਕਹਿਣਾ ਉਚਿਤ ਹੈ ਔਰ ਇਸ ਨੂੰ ਵੈਲਿਊ ਦੇਣੀ ਚਾਹੀਦੀ ਹੈ ਕਿ ਅਸੀਂ ਜੇ ਨਹੀਂ ਕਿਸੇ ਵਿਅਕਤੀ ਦੇ ਨਾਂ ਤੇ ਗੱਲ ਬਣਦੀ ਤਾਂ ਅਸੀਂ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਤੋਂ ਵੀ ਅੱਗੇ ਆ ਜਾਈਏ। ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਸਾਰੇ ਮਿਲ ਕੇ 5 ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਬੁਲਾ ਲਓ, ਸਾਰੇ ਮਿਲ ਕੇ ਸਾਡੀਆਂ ਜਥੇਬੰਦੀਆਂ ਨੇ, ਸਾਡੀਆਂ ਸੰਪਰਦਾਵਾਂ ਨੇ, ਸਭ ਨੂੰ ਬੁਲਾ ਲਓ। ਇਕੱਠੇ ਹੋ ਕੇ ਇਹ ਮਸਲੇ ਹੱਲ ਹੋ ਸਕਦੇ ਨੇ। ਜਿੰਨਾ ਉਲਝਾਵਾਂਗੇ ਹੋਰ ਉਲਝ ਜਾਣਗੇ। ਨਹੀਂ ਠੀਕ ਹੈ ਗੱਲ, ਮਸਲੇ ਹੱਲ ਕਰਨੇ ਚਾਹੀਦੇ ਆ। ਜੇ ਉਲਝਾਉਣਾ ਹੋਵੇ ਤੇ ਅਸੀਂ ਹੋਰ ਬਹੁਤ ਸਾਰੀਆਂ ਗੱਲਾਂ ਛੇੜ ਸਕਦੇ ਹਾਂ। ਮੈਂ ਤਾਂ ਵਾਰ-ਵਾਰ ਇੱਕੋ ਹੀ ਗੱਲ ਕਹਿ ਰਿਹਾ ਕਿ ਸਾਨੂੰ ਆਪਣੇ ਫਲਸਫੇ ਦੇ ਉੱਤੇ ਪਹਿਰਾ ਦੇ ਕੇ, ਸਿੱਖੀ ਸਿਧਾਂਤ ਦੇ ਉੱਤੇ ਪਹਿਰਾ ਦੇ ਕੇ, ਨਿਮਾਣੇ ਹੋ ਕੇ, ਸਿੱਖਣਹਾਰ ਹੋ ਕੇ ਜਿਹੜਾ ਹੈ ਉਹ ਇਸ ਮਸਲੇ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ। ਬਾਕੀ ਸਭ ਸਿਆਣੇ ਨੇ। ਧਾਲੀਵਾਲ ਸਾਹਿਬ ਲੈਣਾ ਸੈਂਟ ਕਿ ਸਰਨਾ ਸਾਹਿਬ ਦੇਖੋ ਸੰਤ ਨਿਚਲ ਸਿੰਘ ਜੀ ਦੀ ਜਾਂ ਹੋਰ ਸੰਤਾਂ ਦੀ ਵਡਿਆਈ ਕਰ ਰਹੇ, ਅਸੀਂ ਉਹਨਾਂ ਦੀ ਵਡਿਆਈ ਕਰਦੇ ਹਾਂ, ਉਹਨਾਂ ਸੇਵਾ ਪੰਥੀ ਮਹਾਂਪੁਰਸ਼ਾਂ ਦੀ। ਪਰ ਜਿਹੜੇ ਮੌਜੂਦਾ ਨੇ ਹੁਣ ਉਹਨਾਂ ਦੇ ਨਾਂ ਦੇ ਉੱਤੇ ਆਪਣੀਆਂ ਜਿਹੜੀਆਂ ਇਹ ਗੱਲਾਂ ਨਾ ਮਹੰਤ ਕਰਮਜੀਤ ਸਿੰਘ ਵਰਗੇ ਕਰਨੀ, ਆਪਣੀ ਕਾਰਗੁਜ਼ਾਰੀ ਦਿਖਾਉਣ। ਜੋ ਚੀਜ਼ ਜਿਹੜੀ ਅੱਜ ਦੇ ਸਮੇਂ ਦੇ ਅੰਦਰ ਆ, ਹੁਣ ਬਾਦਲ ਪਰਿਵਾਰ ਜਿਹੜਾ ਹੈਗਾ, ਸੁਖਬੀਰ ਸਿੰਘ ਬਾਦਲ ਕੀ ਕਰ ਰਹੇ ਆ। ਠੀਕ ਹੈ, ਲਿੰਕ ਟੁੱਟ ਰਿਹਾ ਇੱਥੇ ਮੇਰੇ ਖਿਆਲ ਨਾਲ, ਆਵਾਜ਼ ਜਿਹੜੀ ਦਰਸ਼ਕਾਂ ਤੱਕ ਨਹੀਂ ਪਹੁੰਚ ਰਹੀ ਹੈਗੀ। ਦਾਦੂਵਾਲ ਜੀ ਦਾ ਨੈਟਵਰਕ ਦੇ ਵੱਲੋਂ ਕੋਈ ਦਿੱਕਤ ਆ ਰਹੀ ਹੈ। ਪਰ ਠੀਕ ਹੈ, ਖੁਸ਼ਹਾਲ ਜੀ ਦੀ ਵੀ ਗੱਲ ਇੱਥੇ ਬੜੀ ਦਰੁਸਤ ਹੈ ਕਿ ਸਾਨੂੰ ਏਜੰਡਾ ਤੈਅ ਕਰਕੇ ਸਹੀ ਦਿਸ਼ਾ ਦੇ ਨਾਲ, ਦਸ਼ਾ ਦੇ ਨਾਲ, ਮਨਸ਼ਾ ਦੇ ਨਾਲ ਇਕੱਤਰ ਹੋ ਕੇ ਇਸ ਦੇ ਖਿਲਾਫ ਸਖਤ ਜਿਹੜਾ ਐਕਸ਼ਨ ਲੈਣਾ ਚਾਹੀਦਾ। ਔਰ ਤੁਸੀਂ ਸਾਰੇ ਇਸ ਚਰਚਾ 'ਚ ਜੁੜੇ, ਆਪੋ ਆਪਣੀਆਂ ਤਕਰੀਰਾਂ, ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਮੈਂ ਦਿਲੋਂ ਧੰਨਵਾਦੀ ਹਾਂ ਤੇ ਮਸ਼ਕੂਰ ਹਾਂ। ਸਤਿ ਸ੍ਰੀ ਅਕਾਲ ਜੀ। ਦੀ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।